ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਆਪਣੇ ਸਮੇਂ ਮੁਤਾਬਕ ਅਸੀਂ ਹਰ ਰੋਜ਼ ਆਪ ਜੀ ਦੇ ਨਾਲ ਗੱਲਾਂ ਬਾਤਾਂ ਕਰਨ ਲਈ ਪਹੁੰਚ ਜਾਈਦਾ। ਤੇ ਇਸ ਪ੍ਰੋਗਰਾਮ 'ਚ ਖਬਰਾਂ ਵੀ ਹੁੰਦੀਆਂ, ਖਬਰਾਂ ਦੇ ਨਾਲ ਗੱਲਾਂ ਬਾਤਾਂ ਵੀ ਹੁੰਦੀਆਂ, ਤੇ ਸਾਨੂੰ ਇਹ ਹੁੰਦਾ ਵੀ ਚਲੋ 1 ਘੰਟੇ ਦੀਆਂ ਇਸ ਗੱਲਬਾਤ ਦੇ ਵਿੱਚੋਂ ਓਵਰਆਲ ਜਿਹਾ ਸਿਨੈਰੀਓ ਆਪਾਂ ਨੂੰ ਪਤਾ ਲੱਗ ਜਾਏ ਵੀ ਮੁਲਕ ਪੰਜਾਬ, ਦੇਸ਼ ਪੰਜਾਬ ਕਿੱਧਰ ਨੂੰ ਜਾਂਦਾ। ਜੇ ਭਾਰਤ ਦੀ ਗੱਲ ਕਰੀਏ ਤਾਂ ਉਹ ਕੀ ਦੱਸਦਾ, ਜੇ ਬਾਕੀ ਦੇਸ਼ ਦੁਨੀਆ ਦੇ ਹਾਲਾਤਾਂ ਦੀ ਗੱਲ ਕਰ ਲਈਏ ਤਾਂ ਉਹ ਕੀ ਦੱਸਦੇ ਨੇ। ਸੋ ਅੱਜ ਵੀ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਇਸ ਵਕਤ ਦਾਅਵੇ ਦਮਗਜ਼ੇ ਜਿਹੜੀ ਨਵੀਂ ਚੁਣੀ ਸਰਕਾਰ ਹੈ ਜੀ ਉਹਦੇ ਵੱਲੋਂ ਮਾਰੇ ਜਾ ਰਹੇ ਹੈ ਕਿ ਵੀ 1 ਮਹੀਨੇ 'ਚ ਅਸੀਂ ਉਹ ਕੰਮ ਕਰ ਦਿੱਤੇ ਆ ਜਿਹੜੇ ਪਹਿਲਾਂ ਕਦੀ ਕਿਸੇ ਨੇ ਕੀਤੇ ਨਹੀਂ। ਗਰੰਟੀਆਂ ਪੂਰੀਆਂ ਕਰਨ ਲੱਗ ਪਏ ਆ। ਵਿਰੋਧੀਆਂ ਦੇ ਆਪਣੇ ਤਰਕ ਨੇ, ਉਹ ਕਹਿੰਦੇ ਵੀ ਇਹ ਗੱਲ ਹੈ ਕੋਈ ਨਹੀਂ। ਦੂਸਰੇ ਪਾਸੇ ਕੁਛ ਕਿਸਾਨੀ ਨਾਲ ਰਿਲੇਟਡ ਮੁੱਦੇ ਨੇ। ਅੱਜ ਵੀ CM ਸਾਹਿਬ ਨਾਲ ਮੁਲਾਕਾਤ ਹੋਣੀ ਹੈ ਕਿਸਾਨ ਜਥੇਬੰਦੀਆਂ ਦੀ। ਫਿਰ ਕੁਛ ਕੇਂਦਰ ਨਾਲ ਵੀ ਮਸਲੇ ਹੈਗੇ ਆ, ਆਪਾਂ ਉਹਨਾਂ ਦਾ ਜ਼ਿਕਰ ਵੀ ਕਰਾਂਗੇ। ਅਤੇ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਉੱਪਰ ਪਹੁੰਚਣ ਤੋਂ ਪਹਿਲਾਂ ਨਾਲ ਵਾਲੇ ਬੰਦੇ ਦਾ ਪਤਾ ਕਰ ਲਈਏ। ਹੋਰ ਬਾਟ ਸਾਹਿਬ ਕੀ ਹਾਲ ਨੇ? ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਕਾਫੀ ਠੀਕ, ਵਧੀਆ। ਵਧੀਆ। ਦੇਖੋ ਇਹੋ ਹੀ ਫਾਇਦਾ ਅੱਜ ਬਾਟ ਸਾਹਿਬ, ਮੈਨੂੰ ਲੱਗਦਾ ਕੋਟ ਪਾ ਕੇ ਜਿੱਦਾਂ ਇੱਦਾਂ ਦੀ ਡਰੈਸ ਆਮ ਤੌਰ 'ਤੇ ਇੰਡੀਅਨ ਹਾਕੀ ਟੀਮ ਦੇ ਕੋਚ ਜਿੱਦਾਂ ਦਿੰਦੇ ਨੇ, ਇੱਦਾਂ ਦੀ ਨਹੀਂ ਹੁੰਦੀ। ਨਹੀਂ, ਇੰਨੀ ਛੋਟੀ ਉਮਰ 'ਚ ਕੋਚ ਬਣਦਾ ਨਹੀਂ। ਨਹੀਂ, ਤੁਸੀਂ ਤਾਂ ਜੇ ਚਲੋ ਨਿੱਕੀ ਉਮਰ 'ਚ ਹੀ ਆ, ਪਰ ਕਿਸੇ ਵੇਲੇ ਪਤਾ ਨਾ ਵੀ ਜਵਾਕ ਨੂੰ ਹੁੰਦਾ ਵੀ ਮੈਂ ਵੱਡਾ ਹੋ ਕੇ ਜੇ ਬਣੂੰਗਾ ਟਾਈਪ, ਉੱਦਾਂ ਕਿਤੇ ਉੱਦਾਂ ਦੀ ਫੀਲਿੰਗ ਤਾਂ ਨਹੀਂ? ਨਹੀਂ ਠੀਕ ਆ। ਉੱਦਾਂ ਜਿਹੜਾ ਹੱਥ ਆ ਗਿਆ ਭਰਾ ਉਹ ਪਾ ਲੈਣਾ, ਜਿਹੜਾ ਤੁਸੀਂ ਦੇਤਾ ਵੀ ਆ ਜਾ ਪਾ ਲਾ। ਨਹੀਂ, ਮੈਂ ਦੇਖੋ ਜੇ ਮੇਰੀ ਮਰਜ਼ੀ ਹੋਵੇ ਨਾ। ਆਹੋ, ਨਹੀਂ ਰੋਜ਼ ਆਪਣੇ ਹੀ ਕਰਦੇ। ਮੇਰੇ ਕੋਲ ਤਾਂ ਕੋਟ ਵੀ ਇੱਕ ਹੈ ਤੇ ਮੈਂ ਰੋਜ਼ ਉਹੀ ਪਾ ਕੇ ਬਹਿਣਾ। ਆਪਣਾ ਕੋਈ ਕੰਮ ਰੱਖਿਆ ਹੀ ਨਹੀਂ ਅਸੀਂ ਪੰਜਾਬ ਦੇ ਵਿੱਚ ਨਾ। ਇਹ ਗੱਲ ਥੋੜ੍ਹੀ ਠੀਕ ਹੈ, ਇਹ ਗੱਲ ਬਿਲਕੁਲ ਸੰਧਾਲੀਆ ਸਾਹਿਬ ਸੱਚ ਕਹਿੰਦੇ ਆ। ਪੰਜਾਬ 'ਚ ਕਈ ਲੀਡਰਾਂ ਬਾਰੇ ਵੀ ਮਸ਼ਹੂਰ ਆ ਕਿ ਉਹ ਵੀ ਕਹਿੰਦੇ ਅਸੀਂ ਤਾਂ ਇੱਦਾਂ ਹੀ ਆ ਜੀ, ਅਸੀਂ ਤਾਂ ਤੁਹਾਡੇ ਵਰਗੇ ਹੀ ਆ ਜੀ, ਅਸੀਂ ਤਾਂ ਠੀਕ ਹੀ ਆ ਜੀ। ਬਾਅਦ 'ਚ ਪਤਾ ਲੱਗਦਾ ਹੁੰਦਾ ਉਹ ਕੀ ਨੇ। ਨਹੀਂ, ਵੈਸੇ ਟਿੱਪਣੀਆਂ ਕਰ ਦੇਣੀਆਂ ਸਾਰੇ ਵੀ ਇੱਦਾਂ ਹੁੰਦੀ ਕਿ ਨਹੀਂ? ਨਹੀਂ, ਮੈਂ ਤਾਂ ਕਹਿਣ ਡਿਆ ਕਰੋ। ਮੈਨੂੰ ਤਾਂ ਕਈ ਟਿੱਪਣੀਆਂ ਕਰੇਗਾ ਯਾਰ ਤੂੰ ਕੋਟ ਹੀ ਬਦਲ ਲਾ ਹੋਏ ਤੇ ਬਾਹਰ ਤੇਰੇ ਲਾਗੇ ਟੌਰ ਮਾਰ ਕੇ ਮੈਂ ਕਿਹਾ ਕੋਈ ਨਹੀਂ, ਮੈਂ ਇੱਦਾਂ ਹੀ ਠੀਕ ਆ। ਦੇਖੋ, ਇਹ ਮੈਂ ਪਹਿਲਾਂ ਵੀ ਇੱਕ ਦਿਨ ਦੱਸਿਆ ਵੀ ਇੱਕ ਅੱਧਾ ਬੰਦਾ ਸਾਦਾ ਵੀ ਚਾਹੀਦਾ ਹੁੰਦਾ। ਜਿਹੜੇ ਲੀਡਰ ਬੰਦੇ ਹੁੰਦੇ ਨੇ ਉਹਨਾਂ ਨੇ ਇੱਕ ਅੱਧਾ ਬੰਦਾ ਇੱਦਾਂ ਦਾ ਰੱਖਿਆ ਹੁੰਦਾ ਵੀ ਉਹਦੇ ਲਾਗੇ ਉਹ ਵੱਧ ਸਾਦੇ ਲੱਗਣ, ਸਾਦਗੀ ਵਾਲੇ ਲੱਗਣ, ਆਮ ਲੋਕਾਂ ਦੇ ਨੇੜੇ ਲੱਗਣ। ਮੇਰੀ ਤਾਂ ਮਜਬੂਰੀ ਆ ਤੁਹਾਨੂੰ ਸਾਦਾ ਦਿਖਾਉਣ ਲਈ ਬਣਦੀ। ਚਲੋ ਇੱਦਾਂ ਕਰ ਲੈਣਾ, ਇਹ ਵੀ ਠੀਕ ਹੈ ਨਾ। ਚਲੋ ਅੱਛਾ, ਗੱਲ ਇਹ ਆ ਹੁਣ ਕਰ ਕੀ ਸਕਦੇ, ਇੱਦਾਂ ਦੇ ਇੱਦਾਂ ਹੀ ਸੀ ਜਦ ਫੜੇ ਗਏ। ਨਹੀਂ, ਪਰ ਦੇਖੋ ਆਹ ਫਾਇਦਾ ਹੁੰਦਾ ਭਰਾ ਦਾ ਵੀ ਭਰਾ ਨੂੰ ਉਹਨੇ ਮਹਿਸੂਸ ਨਹੀਂ ਹੁੰਦਾ ਨਾ ਵੀ ਇੱਕੋ ਹੀ ਕੋਟ ਲਈ ਫਿਰਦੇ। ਨਹੀਂ, ਇਹ ਠੀਕ ਹੈ। ਚਲੋ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਨਹੀਂ ਸਮਝ ਆਉਂਦੀ। ਕਹਿੰਦੇ ਕੋਈ ਕਹਿੰਦੇ ਵੀ ਜੇ ਸਾਹਿਬ ਸਵੇਰੇ ਆਉਂਦੇ ਆ ਤੇ ਉਹ ਆਣ ਕੇ ਕਹਿਣ ਲੱਗ ਪੈਂਦੇ ਡਰਾਈਵਰ ਨੂੰ, ਮੈਂ ਤੈਨੂੰ ਕੱਲ੍ਹ ਆਖਿਆ ਵੀ ਇਹਨੂੰ ਕੁਆੜ ਦਾ ਕਰਾ ਲਓ ਕੁਛ, ਇੱਥੇ ਲੰਘਦਾ ਟੱਪਦਾ ਕੋ ਆ ਗਿਆ ਤੇ ਫਿਰ ਤੁਹਾਨੂੰ ਪੁੱਛੂ। ਉਹ ਹੁਣ ਜੇ ਕਿਤੇ ਹੋਰ ਕਿਤੇ ਕੋਈ ਜਨਾਬ ਕਿਤੇ ਬਹਿ ਜਾਂਦੇ ਤੇ ਉਹ ਕਹਿੰਦੇ ਬਾਕੀ ਸਾਰਾ ਕੁਝ ਠੀਕ ਹੈ, ਕੁਰਸੀਆਂ ਕਰਸੀਆਂ ਘਟਾ ਘੁਟਾ ਝਾੜ ਲਓ, ਜੇ ਕੋ ਆਇਆ ਤੇ ਸ਼੍ਰੀਮਾਨ ਕਹਿ ਕੇ ਬਹਾ ਲਿਓ, ਇਹ ਨਾ ਹੋਵੇ ਕੋਈ ਪਤਾ ਨਹੀਂ ਕੀ ਨਿਕਲ ਆਵੇ ਬਾਅਦ 'ਚ। ਨਹੀਂ ਜੀ, ਇਹ ਜਿਹੜੀ ਮਤਲਬ ਚਰਚਾ ਜੀ ਚੱਲ ਪਈ ਆ, ਇਹਦਾ ਕਾਰਨ ਕੀ ਸਮਝੀਏ? ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ ਹੈ, ਲੋਕ ਕੁਝ ਵੀ ਕਹਿਣ, ਜਿਹੜਾ ਬੰਦਾ ਕਿਸੇ ਦੇ ਨਾਲ ਜੁੜਿਆ ਹੁੰਦਾ ਆ ਨਾ, ਉਹ ਮੰਨ ਲਓ ਕਿ ਆਪਣੇ ਟੱਬਰ ਦੀ ਸਿਫਤ ਕਰਨੀ ਹੁੰਦੀ ਆ ਆਮ ਲੋਕਾਂ ਨੇ ਕਿ ਸਾਡਾ ਨਿਆਣਾ ਬਹੁਤ ਚੰਗਾ ਜੀ, ਸਾਡੀ ਕੁੜੀ ਬਹੁਤ ਵਧੀਆ ਪੜ੍ਹਦੀ ਚੰਗੀ ਜੀ, ਮੁੰਡਾ ਵੀ ਬਹੁਤ ਮਿਹਨਤ ਕਰਦਾ, ਪਿਛਲੀ ਵਾਰੀ ਤਾਂ ਐਵੇਂ ਇਹਦੇ ਮਾਮੇ ਦਾ ਵਿਆਹ ਆ ਗਿਆ ਸੀ ਤਾਂ ਥੋੜ੍ਹੇ ਜਿਹੇ ਨੰਬਰ ਘੱਟ ਗਏ, ਨਹੀਂ ਤਾਂ ਅਗਲੀ ਕਲਾਸ 'ਚ ਨਹੀਂ ਹੋਣਾ ਸੀ। ਅਸਲੀ ਅਰਥਾਂ ਦੇ ਵਿੱਚ ਨਾ ਜਦੋਂ ਸੂਬੇ ਦੀ ਗੱਲ ਆਉਂਦੀ ਆ, ਭਵਿੱਖ ਦੀ ਗੱਲ ਆਉਂਦੀ ਆ, ਤਾਂ ਚੰਗੇ ਤਰੀਕੇ ਸੋਚਣਾ ਚਾਹੀਦਾ। ਇੱਕ ਗੱਲ ਤਾਂ ਮੰਨਣੀ ਪਊਗੀ, ਚਾਹੇ 1 ਮਹੀਨੇ ਲਈ ਸਹੀ, ਇੱਕ ਫੇਜ਼ ਪੰਜਾਬ ਦੇ ਵਿੱਚ ਜ਼ਰੂਰ ਸੱਤਾਧਾਰੀਆਂ ਨੇ, ਵਿਰੋਧੀਆਂ ਨੇ, ਸਾਰੇ ਆਮ ਲੋਕਾਂ ਨੇ ਮਹਿਸੂਸ ਕੀਤਾ ਕਿ ਕੁਝ ਫਰਕ ਹੈ। ਉਹ ਪੇਨ ਕਿਲਰ ਦੇ ਕਰਕੇ ਆ ਜਾਂ ਉਹ ਪੂਰੇ ਦੇ ਪੂਰੇ ਆਪਰੇਟ ਕਰਨ ਦੇ ਕਰਕੇ ਆ, ਉਹ ਬਾਅਦ ਵਿੱਚ ਪਤਾ ਲੱਗੂ। ਕਿਉਂਕਿ ਜੇ ਪੇਨ ਕਿਲਰ ਦੇ ਕਰਕੇ ਦਰਦ ਤੋਂ ਰਾਹਤ ਮਿਲੀ ਆ ਤੇ ਦਰਦ ਫੇਰ ਹੋਣੀ ਆ। ਜੇ ਚੰਗੇ ਤਰੀਕੇ ਨੁਕਸ ਸਮਝ ਕੇ, ਬਿਮਾਰੀ ਦੀ ਪਹਿਚਾਣ ਕਰਕੇ, ਬਿਮਾਰੀ ਕਿੰਨੀ ਕੁ ਹੈ, ਕਿੰਨੀ ਕੁ ਪੁਰਾਣੀ ਹੈ, ਉਹਦੇ ਹਿਸਾਬ ਦੇ ਨਾਲ ਭਾਵੇਂ ਹੋਮਿਓਪੈਥੀ ਦੀ ਦਵਾਈ ਦੇ ਕੇ ਠੀਕ ਕਰਨਾ ਸ਼ੁਰੂ ਕੀਤਾ ਤਾਂ ਉਹਦੇ ਨਤੀਜੇ ਵਧੀਆ। ਇੱਕ ਗੱਲ ਤਾਂ ਮੰਨਣੀ ਪਊਗੀ ਕਿ ਆਮ ਲੋਕ ਇਹ ਕਹਿੰਦੇ ਆ ਕਿ ਭਾਈ ਹੁਣ ਖੁੱਲ੍ਹੇ ਆਮ ਕੋਈ ਰਿਸ਼ਵਤ ਨਹੀਂ ਮੰਗਦਾ। ਖੁੱਲ੍ਹੇ ਆਮ ਅਸੀਂ ਨਹੀਂ ਕਹਿੰਦੇ ਬੰਦ ਹੋਈ ਆ। ਆਮ ਲੋਕ ਇਹ ਕਹਿਣ ਲੱਗ ਪਏ ਆ ਕਿ ਕੁਝ ਹੱਦ ਤੱਕ, ਸਾਰੇ ਨਹੀਂ, ਕੁਝ ਹੱਦ ਤੱਕ ਕਰਮਚਾਰੀਆਂ ਦਾ ਵਿਵਹਾਰ ਲੋਕ ਪੱਖੀ ਹੋਇਆ। ਇਹ ਆਮ ਲੋਕ ਕਹਿੰਦੇ ਆ ਕਿ ਅਜੇ ਤੱਕ ਸਾਨੂੰ ਐਂ ਲੱਗਦਾ ਕਿ ਸ਼ਾਇਦ ਸੁਧਾਰ ਹੋ ਸਕਦਾ। ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਸੁਧਾਰ ਹੋ ਗਿਆ, ਪਰ ਜਿਹੜੀ ਆਸ ਤੇ ਉਮੀਦ ਨਾਂ ਦੀ ਇੱਕ ਚੀਜ਼ ਹੁੰਦੀ ਆ ਨਾ, ਬੜੇ ਲੋਕ ਕਹਿੰਦੇ ਜੀ ਤੁਸੀਂ ਆਪ ਦੇ ਪੱਖ ਦੀ ਗੱਲ ਕਰਦੇ ਆ, ਮੈਂ ਕਹਿੰਦਾ ਬਿਲਕੁਲ ਨਹੀਂ, ਅਸੀਂ ਕਹਿੰਦੇ ਨਹੀਂ ਸੁਧਾਰ ਹੋ ਗਿਆ। ਪਰ ਜਦੋਂ ਆਸ ਵੱਝ ਜਵੇ ਨਾ ਲੋਕਾਂ ਨੂੰ ਕਿ ਭਾਈ ਹੋ ਸਕਦਾ, ਉਹਦੇ ਵਿੱਚ ਗੁੰਜਾਇਸ਼ ਹੁੰਦੀ ਹੈ, ਤੇ ਜਦੋਂ ਗੁੰਜਾਇਸ਼ ਹੁੰਦੀ ਹੈ ਤਾਂ ਫਿਰ ਹੋ ਸਕਦਾ ਹੁੰਦਾ। ਜੇ ਤਾਂ ਲੋਕ ਇਦਾਂ ਹੀ ਤਿੱਖਾ ਕਰਕੇ ਰੱਖਣਗੇ ਕੰਮ ਨੂੰ ਕਿ ਭਾਈ ਸਾਨੂੰ ਵਧੀਆ ਕੰਮ ਚਾਹੀਦਾ, ਵਿਰੋਧੀ ਧਿਰਾਂ ਮੁਸਤੈਦ ਰਹਿਣਗੀਆਂ,
ਫਿਰ ਸੰਧਾਲੀਆ ਸਾਹਿਬ ਇਹ ਗੁੰਜਾਇਸ਼ ਯਕੀਨ 'ਚ ਬਦਲ ਜੂ। ਸ਼ੱਕ ਯਕੀਨ 'ਚ ਬਦਲਦਾ ਹੁੰਦਾ, ਗੁੰਜਾਇਸ਼ ਵੀ ਯਕੀਨ 'ਚ ਬਦਲ ਸਕਦੀ ਹੈ। ਹਾਂ, ਸਰਕਾਰੀ ਦਫ਼ਤਰਾਂ ਦੇ ਵਿੱਚ ਹੁਣ ਤੁਸੀਂ ਦੇਖੋ, ਪਹਿਲਾਂ ਜਦੋਂ ਸਰਕਾਰ ਬਣੀ ਹੈ, ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਉਹਨਾਂ ਨੇ ਜਗ੍ਹਾ ਜਗ੍ਹਾ ਦੇ ਉੱਤੇ ਜਾ ਕੇ ਦਬਕੇ ਮਾਰਨੇ ਸ਼ੁਰੂ ਕਰਤੇ ਸੀ। ਫਿਰ ਉੱਪਰ ਹੁਕਮ ਆਇਆ ਕਿ ਐ ਨਹੀਂ ਕਰ ਸਕਦੇ, ਨਾਲ ਲੈ ਕੇ ਚੱਲਣਾ ਪਊ। ਹੁਣ ਇੱਕ ਛੋਟੀ ਜਿਹੀ ਉਦਾਹਰਣ ਹੈ, ਬੜੀ ਘੱਟ ਇਦਾਂ ਹੋਣ ਨੂੰ ਮਿਲਦੀ ਹੈ, ਕਿ ਮੋਹਾਲੀ ਦੇ ਕੋਲੇ ਇੱਕ ਪੁਲਿਸ ਚੌਂਕੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਥਾਨਕ MLA ਸਾਹਿਬ ਪਹੁੰਚ ਗਏ। ਉਹਨਾਂ ਨੂੰ ਬਾਅਦ ਵਿੱਚ ਪੁੱਛਿਆ ਕਿ ਤੁਸੀਂ ਕਿਉਂ? ਕਹਿੰਦੇ ਮੈਂ ਤਾਂ ਕਿਸੇ ਕੰਮ ਗਿਆ ਸੀ, ਸਮਾਗਮ 'ਚ ਸ਼ਾਮਲ ਹੋਣ ਗਿਆ ਸੀ, 9, 9:30 ਦਾ ਰਾਤ ਦਾ ਸਮਾਂ। ਮੇਰੀ ਨਜ਼ਰ ਪੈ ਗਈ ਕਿ ਭਾਈ ਆ ਚੌਂਕੀ ਆ ਇੱਧਰਲੇ ਪਾਸੇ, ਚਲੋ ਹੋ ਚੱਲਦੇ ਆ, ਦੇਖੀਏ ਤਾਂ ਸਹੀ ਕਿ ਭਾਈ ਰਾਤ ਬਰਾਤੇ ਕਿਸੇ ਨੂੰ ਰੋਡ ਪੈ ਜਾਵੇ ਤਾਂ ਵਧੀਆ ਮਿਲਦੇ। ਲਾਈਵ ਹੋ ਕੇ ਗਏ ਆ, ਕੁੰਡਾ ਖੋਲ੍ਹਿਆ ਹੀ। ਜਾਣੀ ਕਿ ਡਰ ਕਿੱਥੋਂ ਪੈਦਾ ਹੁੰਦਾ? ਡਰ ਕਾਗਜ਼ 'ਚੋਂ ਨਹੀਂ ਪੈਦਾ ਹੁੰਦਾ, ਡਰ ਫਿਜ਼ੀਕਲੀ ਪ੍ਰੈਜ਼ੈਂਸ ਦੇ ਵਿੱਚੋਂ ਪੈਦਾ ਹੋ ਜਾਂਦਾ। ਕੁੰਡਾ ਖੋਲ੍ਹਿਆ, ਚੌਂਕੀ ਇੰਚਾਰਜ ਬੈਠੇ, ਨਾਲ 3 ਕੁ ਬੰਦੇ ਬੈਠੇ, ਇੱਕ ਮਿੱਤਰ, 2 ਕਰਮਚਾਰੀ। ਟੇਬਲ ਦੇ ਉੱਤੇ ਫਾਈਲਾਂ ਪਈਆਂ, ਕਾਗਜ਼, ਪੈਨ, ਜਿਹੜੀ ਚੀਜ਼ ਇੱਕ ਪੁਲਿਸ ਚੌਂਕੀ 'ਚ ਹੋਣੀ ਚਾਹੀਦੀ ਸਾਰਾ ਕੁਝ ਪਿਆ, ਪਰ ਨਾਲ 3-4 ਚੀਜ਼ਾਂ ਵਾਧੂ ਪਈਆਂ ਸੀ। ਵਾਧੂ ਚੀਜ਼ ਦਾ ਨੁਕਸਾਨ ਨਹੀਂ ਹੁੰਦਾ, ਪਰ ਜੇ ਚੀਜ਼ ਚੱਜਦੀ ਹੋਵੇ। ਉੱਥੇ 2 ਗਲਾਸੀਆਂ ਪਈਆਂ। ਗਲਾਸੀਆਂ ਪਈਆਂ ਦਾ ਵੀ ਨੁਕਸਾਨ ਨਹੀਂ, ਬੰਦਾ ਪਾਣੀ ਪੀ ਸਕਦਾ, ਬੰਦਾ ਕੋਕ ਪੀ ਸਕਦਾ, ਕੋਲਡ ਡਰਿੰਕ ਪੀ ਸਕਦਾ, ਜੂਸ ਪੀ ਸਕਦਾ, ਸ਼ਿਕੰਜਵੀ ਪੀ ਸਕਦਾ, ਨਿੰਬੂ ਬੜਾ ਮਹਿੰਗਾ। ਹੁਣ ਗਲਾਸੀ ਦੇ ਵਿੱਚ ਉਸ ਰੰਗ ਦਾ ਪਾਣੀ ਪਿਆ ਜਿਸ ਰੰਗ ਦੇ ਪਾਣੀ ਦੇ ਉੱਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਇਤਰਾਜ਼ ਹੈ, ਵਰਜਿਤ ਹੈ, ਨਹੀਂ ਉਹ ਚੀਜ਼ ਦਾ ਸੇਵਨ ਕੀਤਾ ਜਾ ਸਕਦਾ, ਇਹਨੂੰ ਸ਼ਰਾਬ ਕਹਿੰਦੇ ਆ। MLA ਸਾਹਿਬ ਕਹਿੰਦੇ ਜੀ ਆਹ ਕੀ ਹੈ? ਇੰਚਾਰਜ ਸਾਹਿਬ 1-2 ਨੇ ਤਾਂ ਇਹ ਵੀ ਕਿਹਾ ਤੂੰ ਕੌਣ, ਕਿਉਂਕਿ ਕਈ ਵਾਰੀ ਨਵੇਂ MLA ਨੂੰ ਨਹੀਂ ਪਛਾਣਦੇ ਭਾਈ। ਤੇ ਜਦੋਂ ਅਗਲੇ ਨੇ ਦੱਸਿਆ ਕਿ ਭਾਈ ਮੈਂ MLA, ਪਹਿਲਾਂ ਕਹਿੰਦੇ ਜੀ ਤੂੰ ਕੀ ਲੈਣਾ ਹੀ, ਆਪਾਂ ਕੌਣ ਬਈ, ਕਿੱਧਰ ਨੂੰ ਮੂੰਹ ਚੱਕਿਆ ਹੀ ਬਈ। ਤੇ ਉਹ ਕਹਿੰਦੇ ਜੀ ਮੈਂ MLA ਆ। ਫਿਰ ਚੌਂਕੀ ਇੰਚਾਰਜ ਸਾਹਿਬ ਨੇ ਤਾਂ ਮਾੜੇ ਮੋਟੇ ਹੱਥ ਵੀ ਜੋੜੇ ਉੱਦਾਂ ਵੀ, ਤਾਂ ਪਰ 2 ਬੰਦੇ ਜਿਹੜੇ ਆ ਨਾਲ ਕਰਮਚਾਰੀ ਸੀ ਉਹ ਕਹਿੰਦੇ ਰਫੂ ਚੱਕਰ ਹੋ ਗਿਆ। ਇੱਕ ਨਾਲ ਮਿੱਤਰ ਬਿਠਾ ਲਿਆ ਸੀ, ਵੀਕਐਂਡ ਸੀਗਾ ਨਾ, ਵੀਕਐਂਡ ਸੀਗਾ ਤਾਂ ਕਹਿੰਦੇ ਹੁਣ ਚਲੋ ਛਿੱਟ ਕੋਈ ਨਹੀਂ ਲਾ ਲੈਂਦੇ ਆ। MLA ਸਾਹਿਬ ਉਸੇ ਵੇਲੇ ਉਹਨੂੰ ਨਾਲ ਲੈ ਕੇ ਹਸਪਤਾਲ ਗਏ, ਉਹਦਾ ਮੈਡੀਕਲ ਕਰਾਇਆ, ਤੇ ਰਿਪੋਰਟ ਵੀ ਇੱਕ ਨਿੱਜੀ ਲੈਬੋਰਟਰੀ ਨੂੰ ਭੇਜੀ, ਇੱਕ ਸਰਕਾਰੀ ਨੂੰ ਵੀ, ਕਿ ਭਾਈ ਗੜਬੜੀ ਨਹੀਂ ਹੋਣੀ ਚਾਹੀਦੀ। ਉਸੇ ਵੇਲੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ, ਬੰਦਾ ਸਸਪੈਂਡ ਹੋ ਗਿਆ। ਬਾਕੀ 2 ਦਾ ਕੀ ਕਰਨਾ ਉਹ ਵੱਖਰੀ ਗੱਲ ਹੈ। ਪਰ ਸੰਧਾਲੀਆ ਸਾਹਿਬ ਦੇਖੋ, ਛਾਪਾ ਮਾਰਨ ਤੇ ਕੋਈ ਪੈਸਾ ਨਹੀਂ ਲੱਗਦਾ। ਜੇ ਰਾਤ ਬਰਾਤੇ ਕਿਸੇ ਨੂੰ ਕੋਈ ਸਮੱਸਿਆ ਪੈਦਾ ਹੋ ਜਾਏ, ਕੋਈ ਐਕਸੀਡੈਂਟ ਹੋ ਜਾਏ, ਕਿਤੇ ਡਾਕਾ ਵੱਜ ਜਾਏ, ਚੋਰੀ ਹੋ ਜਾਏ, ਨਸ਼ੇ ਦੇ ਲਈ ਕੋਈ ਬੰਦਾ ਟੈਲੀਫੋਨ ਕਰੇ ਜੀ ਇੱਥੇ ਆਹ ਚੀਜ਼ ਹੋ ਗਈ, ਕੋਈ ਸਾਡੇ ਘਰ ਤੇ ਹਮਲਾ ਕਰਨ ਆ ਗਿਆ, ਅਗਲੇ ਮੋਹਰੇ 4 ਕਹਾੜੇ ਲਾ ਕੇ ਬੈਠੇ, ਹੁਣ ਫਿਰ ਮਦਦ ਕੀ ਕਰਨਗੇ? ਮੈਂ ਕਹਿੰਦਾ MLA ਸਾਹਿਬ ਨੇ ਬਹੁਤ ਵਧੀਆ ਕੀਤਾ, ਲਾਈਵ ਪ੍ਰਸਾਰਣ ਹੋਇਆ, ਲੋਕਾਂ ਦੇ ਕੋਲੇ ਸਬੂਤ ਵੀ ਚਲੇ ਗਿਆ। ਉਦੋਂ ਫਿਰ ਜਦੋਂ ਇਦਾਂ ਦੀ ਘਟਨਾ ਕਿਤੇ ਵਾਪਰਦੀ ਹੈ ਨਾ, ਫਿਰ ਐਂ ਜਾ ਕੇ ਬੰਦਾ ਐਂ ਉਂਗਲੀ ਫਿਰ ਕਹਿੰਦਾ ਓਏ ਯਾਰ ਘਟਾ ਪੈ ਗਿਆ, ਉਹ ਕਬਾੜ ਜਿਹਾ ਪਰੇ ਕਰੋ, ਤੁਹਾਨੂੰ ਕਿਹਾ ਸੀ ਸਫਾਈ ਕਰੋ, ਆਉਣ ਜਾਣ ਵਾਲੇ ਲਈ ਪਾਣੀ ਦਾ ਪ੍ਰਬੰਧ ਕਰੋ। ਉਹ ਤੁਹਾਨੂੰ ਨਹੀਂ ਪਤਾ, ਇੱਕ ਅੱਧੀ ਇੱਥੇ ਕਨਾਤ ਚਾਨਣੀ ਕੋਈ ਲਾ ਕੇ ਲਿਆ ਦਿਓ, ਜੇ ਕੋਈ ਆ ਗਿਆ ਲੋਕ ਧੁੱਪੇ ਖੜੇ ਹੋਏ, ਅਗਲਿਆਂ ਨੇ ਸੁੱਕਣੇ ਪਾ ਚੜਨਾ ਹੀ ਸਾਨੂੰ। ਨਹੀਂ, ਮੈਂ ਦੇਖੋ ਕਾਰਨ ਇਹ ਆ ਵੀ ਇਹ ਉਹ ਚੀਜ਼ਾਂ ਜਿੱਤੇ ਕੋਈ ਰੁਪਈਆ ਨਹੀਂ ਲੱਗਦਾ। ਮਤਲਬ ਇੱਕ ਆਪਣੇ ਹੋਰ MLA ਨੇ ਦਿਨੇਸ਼ ਚੱਡਾ ਜੀ, ਉਹ ਵੀ ਉਹ ਟੋਲ ਪਲਾਜ਼ੇ ਵਾਲਿਆਂ ਦੀ ਐਂਬੂਲੈਂਸ ਚੈੱਕ ਕਰਨ ਲੱਗ ਪਏ। ਪਿੱਛੇ ਮੇਰੇ ਖਿਆਲ ਨਾਲ ਜਿਹੜੀਆਂ ਦੂਸਰੀਆਂ ਚੱਲਦੀਆਂ 108 ਨੰਬਰ ਵਾਲੀਆਂ ਐਂਬੂਲੈਂਸਾਂ, ਉਹਨਾਂ ਦਾ ਵੀ MLA ਸਾਹਿਬ ਨੇ ਉਦੋਂ ਆਖਿਆ ਵੀ ਆਹ ਕਿਹੜੇ ਟਾਇਰ ਪਾਏ ਹੋਏ, ਕਹਿੰਦੇ ਜੀ ਇਹ ਟਾਇਰ ਹੈ ਜੀ। ਕਹਿੰਦਾ ਟਾਇਰ ਤੇ ਠੀਕ ਆ, ਤਾਰਾਂ ਬਾਹਰ ਤੁਰੀਆਂ ਫਿਰਦੀਆਂ, ਇਹਨੂੰ ਪਵਾ ਲਓ ਵੀ ਜੇ ਅਗਲੇ ਦੀ ਐਮਰਜੈਂਸੀ 'ਚ ਤੁਸੀਂ ਜਾਨ ਬਚਾਉਣੀ ਆ ਤੇ ਤੁਹਾਡੀ ਆਪਣੀ ਐਂਬੂਲੈਂਸ ਐਮਰਜੈਂਸੀ ਤੁਰੀ ਫਿਰਦੀ, ਇਹ ਕੀ ਹਿਸਾਬ ਕਿਤਾਬ? ਮਤਲਬ ਕਾਰਨ ਇਹ ਹੈ ਵੀ ਜਿਹੜੇ ਵੀ ਚੁਣੇ ਹੋਏ ਲੀਡਰ ਨੇ, ਰਹਿਣਾ ਉਹਨਾਂ ਵੀ ਸੜਕਾਂ ਤੇ ਆ ਜੀ, ਉਹਨਾਂ ਦੀ ਨਜ਼ਰਾਂ 'ਚ ਵੀ ਬਹੁਤ ਕੁਝ ਪੈਂਦਾ ਹੋਊਗਾ ਵੀ ਯਾਰ ਆਹ ਚੀਜ਼ ਠੀਕ ਨਹੀਂ, ਕਾਨੂੰਨ ਦੇ ਹਿਸਾਬ ਨਾਲ ਠੀਕ ਨਹੀਂ ਲੱਗਦਾ, ਇੱਥੇ ਲੋਕ ਪਰੇਸ਼ਾਨ ਹੁੰਦੇ ਹੋਣਗੇ। ਸਿਰਫ ਜਾਂਦੇ ਜਾਂਦੇ 5-7-10 ਮਿੰਟ ਰੁਕ ਜਾਣ, ਉਹਨੂੰ ਮਾੜਾ ਜਿਹਾ ਚੈੱਕ ਕਰ ਜਾਣ, ਉਹਨੂੰ ਮਾੜਾ ਜਿਹਾ ਦੇਖ ਜਾਣ, ਇੰਨੇ ਨਾਲ ਅਗਲਿਆਂ ਨੂੰ ਕੰਨ ਹੋ ਜਾਂਦੇ ਵੀ ਭਰਾਵਾ ਉਹ ਲੰਘਦਾ ਕਿਤੇ ਪੁੱਛ ਨਾ ਜਾਵੇ। ਫਰਕ ਤਾਂ ਇੰਨਾ ਕੀ ਆ। ਤੇ ਹੁਣ ਜੇ ਕੰਨ ਜੇ ਵਲੇਟ ਕੇ ਆਪਾਂ ਨਿਕਲ ਜਾਣਾ ਤੇ ਉਦੋਂ ਬਾਅਦ ਇਹ ਵੀ ਆਖਣਾ ਵੀ ਇੱਕ ਜਿਪਸੀ ਹੋਰ ਅੱਗੇ ਲਾ ਕੇ ਉੱਤੇ ਢੂੰਢੂ ਹੋਰ ਵੱਡਾ ਲਾ ਦਿਓ, ਤਾਂ ਜਦੋਂ ਆਪਾਂ ਮੁੜੀਏ ਅਗਲਿਆਂ ਨੂੰ ਪਹਿਲਾਂ ਪਤਾ ਵੀ ਇੱਧਰ ਆਉਂਦਾ ਹੀ ਕੋਈ, ਤੇ ਫਿਰ ਤਾਂ ਭਾਈ ਸਾਹਿਬ ਕੋਈ ਫਾਇਦਾ ਨਹੀਂ। ਕਿਉਂਕਿ ਕਾਰਨ ਇਹ ਆ ਵੀ ਜੇ ਇਹੋ ਕੁਛ ਹੀ ਕਰ ਲਿਆ ਜਾਵੇ ਨਾ ਵੀ ਅਗਲਿਆਂ ਨੂੰ ਪਤਾ ਹੋਵੇ ਯਾਰ ਬੰਦੇ ਤੁਰੇ ਫਿਰਦੇ, ਕੁਛ ਪਤਾ ਨਹੀਂ ਕਦੋਂ ਕਿੱਥੇ ਅਗਲਾ ਬੰਦਾ ਆਣ ਕੇ ਕਿਹੜੀ ਚੀਜ਼ ਮੰਗ ਲਵੇ, ਆਪਾਂ ਰਿਕਾਰਡ ਪੂਰਾ ਕਰ ਲਈਏ, ਆਪਾਂ ਆਪਣੇ ਆਪ ਨੂੰ ਸਹੀ ਕਰ ਲਈਏ, ਤੇ ਇਹਨਾਂ ਲੋਕਾਂ ਨੂੰ ਫਾਇਦਾ ਹੋ ਜੂ, ਉਹਦੇ ਹਰਜ ਵੀ ਕੀ ਹੈ। ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ, ਤੁਸੀਂ ਦੇਖੋ ਕਿ ਜਿਹੜੇ ਐਂਬੂਲੈਂਸ ਨੂੰ ਟਾਇਰ ਪਏ, ਐਡਵੋਕੇਟ ਦਿਨੇਸ਼ ਚੱਡਾ ਸਾਹਿਬ ਰੋਪੜ ਦੇ MLA ਨੇ, ਪਹਿਲਾਂ ਵੀ RTI ਐਕਟਿਵਿਸਟ ਦੇ ਤੌਰ ਦੇ ਉੱਤੇ ਵਧੀਆ ਕੰਮ ਕਰਦੇ ਰਹੇ ਆ, ਕਿਉਂਕਿ ਉਦੋਂ ਤਾਂ ਉਹ ਸਿਆਸਤ 'ਚ ਵੀ ਨਹੀਂ ਸੀਗੇ। ਹੁਣ ਜੇ ਉਹਨਾਂ ਨੇ ਦੇਖ ਲਿਆ ਕਿ ਭਾਈ ਟਾਇਰ ਦੇ ਸਿਰ ਦੇ ਉੱਤੇ ਐਂਬੂਲੈਂਸ ਨੇ ਚੱਲਣਾ, ਟਾਇਰ ਚੱਕ ਕੇ ਨਹੀਂ ਚੱਲਣਾ, ਵੀ ਟਾਇਰ ਘੱਟੋ ਘੱਟ ਇਦਾਂ ਦਾ ਹੋਵੇ ਕਿ ਉਹਦੀਆਂ ਗੁੱਲੀਆਂ ਗੱਲੀਆਂ ਪੂਰੀਆਂ ਹੁਣ, ਟਾਇਰ ਤੁਰਦਾ ਹੋਵੇ, ਪਤਾ ਹੋਵੇ ਕਿ ਭਾਈ ਜਿੱਧਰ ਨੂੰ ਪਹੁੰਚਾਉਣਾ ਪਹੁੰਚਾ ਦੇਣਾ ਹੀ, ਕਿਉਂਕਿ ਉਹ ਤਾਂ ਐਮਰਜੈਂਸੀ ਵੇਲੇ ਕੰਮ ਆਉਣਾ, ਇੱਦਾਂ ਥੋੜੀ ਹੋ ਸਕਦਾ 15 ਮਿੰਟ ਲੇਟ ਚੱਲ ਜਾਂਗੇ ਯਾਰ ਹੁਣ ਟਾਇਰ ਨੂੰ ਪੈਂਚਰ ਲਵਾ ਲਈਏ। ਇੱਥੇ ਇੱਕ ਗੱਲ ਦੇਖਣ ਵਾਲੀ ਹੈ, ਅਸੀਂ ਇਹ ਜ਼ਰੂਰ ਬੇਨਤੀ ਕਰਦੇ ਹਾਂ 18 MLA ਕਾਂਗਰਸ ਦੇ, 19ਵੇਂ ਆਜ਼ਾਦ ਜਿਹੜੇ ਕਿ ਤਕਰੀਬਨ ਕਾਂਗਰਸੀ ਨੇ, 3 MLA ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 19 ਤੇ 3 22, 2 ਬੰਦੇ ਭਾਜਪਾ ਦੇ 22 ਤੇ 2 24, ਇੱਕ ਬਹੁਜਨ ਸਮਾਜ ਪਾਰਟੀ ਦੇ 25ਵੇਂ।
ਅਸੀਂ ਇਹ 25 ਦੇ 25 ਸਤਿਕਾਰਯੋਗ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਕੋਈ ਵੀ ਬੰਦਾ ਪੁਲਿਸ ਚੌਂਕੀ ਜਾਣ ਤੋਂ ਨਹੀਂ ਰੋਕ ਸਕਦਾ। ਤੁਸੀਂ ਸਵੇਰੇ 9 ਵਜੇ ਜਾਓ, ਤੁਸੀਂ ਰਾਤ ਨੂੰ 9 ਵਜੇ ਜਾਓ। ਤੁਹਾਨੂੰ ਕੋਈ ਤੁਹਾਡੇ ਇਲਾਕੇ ਦੇ ਸਰਕਾਰੀ ਹਸਪਤਾਲ, ਡਿਸਪੈਂਸਰੀ, ਕਿਸੇ ਸਕੂਲ, ਕਿਸੇ ਪਟਵਾਰਖਾਨੇ ਦੇ ਵਿੱਚ ਜਾਣ ਤੋਂ ਕੋਈ ਬੰਦਾ ਰੋਕ ਥੋੜੀ ਸਕਦਾ। ਤੁਹਾਡੇ ਕੋਲ ਉਨੇ ਹੀ ਅਧਿਕਾਰ ਨੇ ਜਿੰਨੇ ਕੁਲਜੀਤ ਸਿੰਘ ਰੰਧਾਵਾ ਐਮਐਲਏ ਜਿਨ੍ਹਾਂ ਨੇ ਚੌਂਕੀ ਦੇ ਵਿੱਚ ਛਾਪਾ ਮਾਰਿਆ ਉਹਨਾਂ ਕੋਲ ਨੇ। ਤੁਹਾਡੇ ਕੋਲੇ ਉਨੇ ਹੀ ਅਧਿਕਾਰ ਨੇ ਜਿੰਨੇ ਐਡਵੋਕੇਟ ਦਿਨੇਸ਼ ਚੱਡਾ ਸਾਹਿਬ ਦੇ ਕੋਲ ਨੇ। ਉਹ ਸਾਰੇ ਦੇ ਸਾਰੇ ਅਧਿਕਾਰ ਜਿਹੜੇ ਉਹ ਤੁਹਾਡੇ ਕੋਲੇ ਬਰਾਬਰ ਨੇ। ਤੇ ਜਦੋਂ ਤੁਹਾਡੇ ਕੋਲੇ ਬਰਾਬਰ ਅਧਿਕਾਰ ਨੇ ਤਾਂ ਤੁਸੀਂ ਠੋਕ ਕੇ ਕੰਮ ਕਰੋ। ਤੁਸੀਂ ਜਦੋਂ ਕੰਮ ਕਰੋਗੇ, ਇਦਾਂ ਦਾ ਕੋਈ ਮਾੜਾ ਚੰਗਾ ਅਨਸਰ ਫੜਾਓਗੇ, ਸਾਨੂੰ ਘੱਟੋ ਘੱਟ ਗੱਲ ਕਰਨ ਦਾ ਮੌਕਾ ਮਿਲੂਗਾ ਕਿ ਭਾਈ ਆ ਦੇਖੋ ਵਿਰੋਧੀ ਪਾਰਟੀਆਂ ਆਪਣੀ ਭੂਮਿਕਾ ਬੜੀ ਮੁਸਤੈਦੀ ਦੇ ਨਾਲ ਨਿਭਾ ਰਹੀਆਂ ਨੇ। ਆ ਫਰਕ ਤਾਂ ਇੰਨਾ ਕੀ ਹੈ, ਕਿਉਂਕਿ ਕਾਰਨ ਹੈ ਵੀ ਗੱਡੀ ਵੀ ਸੇਮ, ਰੁਤਬਾ ਵੀ ਸੇਮ, ਟੌਰ ਟੱਪਾ ਵੀ ਸੇਮ ਤੇ ਜ਼ਿੰਮੇਵਾਰੀ ਵੀ ਸੇਮ। ਗੱਲ ਸਿਰਫ ਨਿਭਾਉਣ ਦੀ ਆ, ਕਿਉਂਕਿ ਇਹਦੇ ਨਾਲ ਆਪਾਂ ਪਹਿਲਾਂ ਵੀ ਬੇਨਤੀ ਕੀਤੀ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਵੀ ਤੁਸੀਂ ਕਹਿੰਦੇ ਵੀ ਯਾਰ ਸਾਡੇ ਕੋਲ ਪੈਸਾ ਨਹੀਂ, ਹੋ ਖਜ਼ਾਨੇ 'ਚ ਪੈਸਾ ਹੈ ਨਹੀਂ ਯਾਰ, ਅਸੀਂ ਛਾਪਾ ਕਿੱਦਾਂ ਮਾਰੀ, ਕਮਾਲ ਕਰਦੇ ਤੁਸੀਂ ਦੱਸੋ। ਹੁਣ ਖਜ਼ਾਨੇ 'ਚ ਪੈਸੇ ਨਾਲ ਤਾਂ ਕੋਈ ਲਿੰਕ ਨਹੀਂ ਹੈਗਾ। ਇਹ ਤਾਂ ਉਹ ਚੀਜ਼ਾਂ ਨੇ ਜਿਹੜੀਆਂ ਸਿਰ ਤੇ ਸਿਰਫ ਥੋੜ੍ਹੀ ਜਿਹੀ ਕਹਿੰਦੇ ਵੀ ਅੱਖ ਦੇ ਵਿੱਚ ਲਾਲ ਜਿਹਾ ਡੋਰਾ ਚਾਹੀਦਾ ਹੁੰਦਾ, ਮਾੜਾ ਜਿਹਾ, ਬਸ ਉਹਨਾਂ ਕੀ ਚਾਹੀਦਾ ਹੁੰਦਾ। ਆਪਾਂ ਨਹੀਂ ਆਂਦੇ ਵੀ ਕਿਸੇ ਦੇ ਡਾਂਗ ਮਾਰ ਦੇਣੀ ਚਾਹੀਦੀ, ਪਰ ਅਗਲੇ ਨੂੰ ਇਹ ਤੇ ਲੱਗੇ ਵੀ ਵੀਰ ਮੇਰਿਆ ਜੇ ਮੈਂ ਇੱਥੇ ਕੰਮ ਕਰਦਾ ਸੁੱਖ ਨਾਲ ਠਾਹ ਕਰਕੇ ਮਹੀਨੇ ਬਾਅਦ ਕੁਛ ਨਾ ਕੁਛ ਬੈਂਕ 'ਚ ਡਿੱਗਦਾ ਹੀ। ਬਾਕੀ ਆਪਾਂ ਨੇ ਵੀ ਚਲੋ ਜੇ ਉਹ ਕਹਿੰਦੇ ਉੱਤੋਂ ਥੱਲਿਓਂ ਬੰਦ ਕਰਤਾ, ਅਜੇ ਵੀ ਜੇ ਕੋਈ ਮਾੜੀ ਮੋੜ ਕੋਈ ਚੋਰ ਮੋਰੀ ਰਿਸਦੀ ਹੋਊਗੀ, ਕੀ ਪਤਾ ਕਿਸੇ ਵੇਲੇ ਹੁੰਦਾ ਵੀ ਕੋਈ ਲੁਕਵੀਂ ਕਾਢ ਨਹੀਂ ਤੇ ਮਲਾਈ ਆਉਂਦੀ ਹੁੰਦੀ ਅਜੇ। ਜੇ ਉਹ ਸਾਰਾ ਕੁਝ ਹੈਗਾ ਤੇ ਜੇ ਆਪਾਂ ਨੂੰ ਉਹਦੇ ਬਾਵਜੂਦ ਕੰਮ ਕਰਨਾ ਪੈ ਰਿਹਾ ਤੇ ਹਰਜ ਕੀ? ਕਿਉਂਕਿ ਦੇਖੋ ਨਾ, ਜਾਂ ਤੇ ਬੰਦੇ ਨੂੰ ਇਹ ਜਾਪੇ ਵੀ ਯਾਰ ਬਾਕੀ ਦੁਨੀਆ ਤੇ ਮੇਰੇ ਤੋਂ ਨਜ਼ਾਰੇ ਜ਼ਿਆਦਾ ਲੈਂਦੀ ਹੈ। ਤੁਸੀਂ ਕਿਤੇ ਬਾਹਰ ਝਾਤੀ ਮਾਰ ਕੇ ਦੇਖੋ ਤੇ ਮੈਨੂੰ ਲੱਗਦਾ ਹੁੰਦਾ ਵੀ ਦੁਨੀਆ ਦੇ ਵਿਚਾਰੀ ਤਰਾਹ ਕਰਦੀ ਫਿਰਦੀ ਹੈ ਵੀ ਭਲੇ ਲੋਕੋ ਕਿਤੇ ਮਾੜਾ ਮੋੜ ਕੇ ਨਾ ਕਿਤੇ ਕੋਈ ਰੋਟੀ ਦਾ ਜੁਗਾੜ ਹੋ ਜਾਵੇ। ਤੇ ਜਿਹਦਾ ਮੈਨੂੰ ਲੱਗਦਾ ਹੁੰਦਾ ਵੀ ਹੋਇਆ ਚੰਗਾ ਭਲਾ ਫੇਟਿਆ ਕੰਮ, ਸਾਰਾ ਕੁਝ ਸੈੱਟ ਆ, ਗਾਂ ਨਿਆਣੇ ਵੀ ਸੈੱਟ ਆ। ਜੇ 5-7-10 ਸਾਲ ਆਪਾਂ ਜ਼ਿੰਮੇਵਾਰੀ ਨਿਭਾ ਲਵਾਂਗੇ ਤੇ ਹਰਜ ਵੀ ਕੀ ਹੈ? ਕੋਈ ਹਰਜ ਨਹੀਂ ਸੰਧਾਲੀਆ ਸਾਹਿਬ। ਮੈਨੂੰ ਐਂ ਵੀ ਲੱਗਦਾ ਆ ਕਿ ਸਾਰੇ ਹੀ ਸਿਆਸਤਦਾਨ ਜਿਹੜੇ ਆ, ਹੋ ਸਕਦਾ ਉਹ ਵੋਟਰ ਨੂੰ ਕਿਸੇ ਹੋਰ ਅੱਖ ਦੇ ਨਾਲ ਦੇਖਦੇ ਹੁਣ, ਭਾਵੇਂ ਆਮ ਆਦਮੀ ਪਾਰਟੀ ਵਾਲੇ, ਕਾਂਗਰਸ, ਅਕਾਲੀ, ਭਾਜਪਾ, ਜਿਹੜੇ ਮਰਜ਼ੀ ਬੰਦੇ ਨੇ। ਪਰ ਜਿਹੜਾ ਪੰਜਾਬ ਦਾ ਵੋਟਰ ਆ ਨਾ, ਇੱਕ ਗੱਲ ਅਸੀਂ ਗਰੰਟੀ ਦੇਣਾ ਚਾਹੁੰਦੇ ਆ ਕਿ ਤੁਸੀਂ ਪੰਜਾਬ ਦੇ ਆਮ ਬੰਦੇ ਨੂੰ ਸਰਕਾਰੀ ਨਿੱਜੀ ਸਕੂਲਾਂ ਦੇ ਵਿੱਚ ਚੰਗੀ ਐਜੂਕੇਸ਼ਨ ਪ੍ਰੋਵਾਈਡ ਕਰਾ ਦਿਓ ਕਿ ਉਹਨਾਂ ਦੀ ਜੇਬ ਦੇ ਵਿੱਚ ਉਨੀ ਕੁ ਤਾਕਤ ਹੋਵੇ। ਆਮ ਬੰਦੇ ਦੇ ਬੱਚੇ ਪੜ੍ਹਨ ਪੜ੍ਹਾਉਣ ਦੀ ਸ਼ਕਤੀ ਰੱਖਦੇ ਹੋਣ, ਉਹਨਾਂ ਨੂੰ ਕੰਮ ਮਿਲਦਾ ਹੋਵੇ। ਜੇ ਕਿਸੇ ਦੀ ਸਿਹਤ ਖਰਾਬ ਹੋਵੇ ਤਾਂ ਉਹਨੂੰ ਉਹਦੀ ਜੇਬ ਦੇ ਵਿਚਲੇ ਪੈਸਿਆਂ ਦੇ ਮੁਤਾਬਕ ਸਰਕਾਰੀ ਹਸਪਤਾਲ ਦੇ ਵਿੱਚੋਂ ਇਲਾਜ ਮਿਲਦਾ ਹੋਵੇ। ਸਰਕਾਰੀ ਦਫ਼ਤਰ 'ਚ ਖੱਜਲ ਖਰਾਬੀ ਨਾ ਹੋਵੇ, ਰਿਸ਼ਵਤ ਨਾ ਚੱਲਦੀ ਹੋਵੇ। ਉਹਨਾਂ ਨੂੰ ਕਿਸੇ ਵੀ ਚੀਜ਼ ਦੇ ਵਾਜਬ ਪੈਸੇ ਦੇਣੇ ਪੈਣ ਤਾਂ ਉਹ ਮਨਾ ਨਹੀਂ ਕਰਨਗੇ। ਉਹਨਾਂ ਦਾ ਮਸਲਾ ਇਹ ਨਹੀਂ ਕਿ ਉਹ ਕੁਝ ਮੁਫਤ ਭਾਲਦੇ ਆ, ਉਹ ਕਮਾ ਕੇ ਖਾਣਾ ਚਾਹੁੰਦੇ ਆ ਪੰਜਾਬ ਦੇ ਲੋਕ। ਬਸ ਤੁਸੀਂ ਉਹਨਾਂ ਨੂੰ ਮਾੜਾ ਮੋਟਾ ਭਰੋਸਾ ਦਿਵਾਓ ਕਿ ਭਾਈ ਆ ਤੁਹਾਡੀਆਂ ਬੇਸਿਕ ਚੀਜ਼ਾਂ ਜਿਹਦੇ ਲਈ ਤੁਹਾਨੂੰ ਲੱਗਦਾ ਹੁੰਦਾ। ਆਮ ਬੰਦਾ ਕਾਹਦੇ ਲਈ ਪੈਸੇ ਇਕੱਠੇ ਕਰਦਾ ਬੈਂਕ ਦੇ ਵਿੱਚ? ਸਾਨੂੰ ਕਿਉਂ ਲੱਗਦਾ ਹੁੰਦਾ ਕਿ ਸਾਡੇ ਉੱਥੇ ਐ ਢੇਰ ਲੱਗੇ ਹੁਣ ਪੈਸਿਆਂ ਦੇ ਕਿ ਕੱਲ੍ਹ ਨੂੰ ਕਿਤੇ ਨਿੱਕੇ ਨਿਆਣੇ ਦਾ ਵਿਆਹ ਕਰਨਾ ਹੀ ਕੰਮ ਆਉਣਗੇ, ਕੱਲ੍ਹ ਨੂੰ ਨਿੱਕਾ ਨਿਆਣਾ ਪੜ੍ਹਾਉਣਾ ਕੰਮ ਆਉਣਗੇ, ਕੱਲ੍ਹ ਨੂੰ ਇੱਥੇ ਤਾਂ ਪਤਾ ਨਹੀਂ ਨੌਕਰੀ ਨਾਕਰੀ ਮਿਲਦੀ ਨਹੀਂ, ਜੇ ਮਿਲਦੀ ਆ ਤਾਂ ਪੈਸੇ ਦੇ ਕੇ ਮਿਲਦੀ ਆ, ਰਿਸ਼ਵਤ ਦੇਣ ਲਈ ਕੰਮ ਆਉਣਗੇ। ਜਾਂ ਇੱਥੇ ਕੰਮ ਨਹੀਂ ਮਿਲਦਾ, ਬਾਹਰ ਇਹਨਾਂ ਨੂੰ ਭੇਜਣਾ 20, 25, 30, 40 ਲੱਖ ਰੁਪਏ ਚਾਹੀਦਾ, ਕੰਮ ਆਉਣਗੇ। ਜੇ ਹਸਪਤਾਲ ਦੇ ਵਿੱਚ ਬਿਮਾਰ ਠਮਾਰ ਕੋ ਹੋ ਗਿਆ, ਬਹੁਤ ਪੈਸੇ ਲੱਗਦੇ ਆ, ਕੰਮ ਆਉਣਗੇ। ਜੇ ਉਹਨਾਂ ਦੀ ਬਿਮਾਰੀ ਦਾ ਇਲਾਜ ਸਾਵੇਂ ਪੈਸਿਆਂ 'ਚ ਹੁੰਦਾ ਹੋਵੇ, ਜੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਵਾਜਬ ਮੁੱਲ ਦੇ ਉੱਤੇ ਮਿਲਦੀ ਹੋਵੇ, ਜੇ ਉਹਨਾਂ ਨੂੰ ਕੰਮ, ਰੁਜ਼ਗਾਰ, ਇੰਪਲੋਇਮੈਂਟ ਜਿਹੜੀ ਆ ਮਿਲਦੀ ਹੋਵੇ, ਅਗਲੇ ਨੇ ਇੱਧਰੋਂ ਉੱਧਰੋਂ ਵੱਡੂ ਖਾਊ ਕਰਕੇ ਪੈਸੇ ਕਰਕੇ ਇਕੱਠੇ ਕਰਨਾ ਕੀ ਹੈ? ਇਸ ਕਰਕੇ ਲੋਕ ਮੁਫਤ ਨਹੀਂ ਚਾਹੁੰਦੇ ਕਿ ਲੋਕਾਂ ਦੀ ਲਾਲਸਾ, ਪੰਜਾਬ ਦੇ ਲੋਕ ਕਿ ਇੰਨੇ ਹੀ ਡਿੱਗ ਪਏ ਨੇ, ਉਹ ਕਹਿੰਦੇ ਜੀ ਸਾਡੇ ਘਰੇ ਬੈਠੇ ਰੋਟੀਆਂ ਬੁਰਕੀਆਂ ਤੋੜ ਤੋੜ ਮੂੰਹ 'ਚ ਪਾਓ ਨਾ। ਉਹਨਾਂ ਨੂੰ ਮਾਣ ਦੇ ਨਾਲ ਜਿਉਣ ਦਾ ਇੱਕ ਵਾਰੀ ਮੌਕਾ ਦਿਓ, ਤੁਹਾਨੂੰ ਆ ਵਾਅਦੇ ਬੂਦੇ ਕਰਨੇ ਨਹੀਂ ਪੈਣਗੇ। ਸਾਨੂੰ ਚਲੋ ਆਸ ਕਰਦੇ ਹਾਂ। ਬਾਕੀ ਕਾਰਨ ਇਹ ਆ ਵੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਵੀ ਰਿਪੋਰਟ ਕਾਰਡ ਕੱਲ੍ਹ ਵੀ ਛਾਪਿਆ, ਅੱਜ ਫੇਸ ਪਵਾਇਆ ਉਹਨਾਂ ਨੇ ਅਖਬਾਰਾਂ 'ਚ, ਕਹਿੰਦੇ ਵੀ ਕੱਲ੍ਹ ਵਾਲਾ ਕਿਸੇ ਵੇਲੇ ਹੁੰਦਾ ਨਹੀਂ ਵੇਖਿਆ ਬੰਦੇ ਨੇ। ਹੁਣ ਬਾਕੀ ਤਾਂ ਚਲੋ ਠੀਕ ਹੈ ਗਰੰਟੀਆਂ, ਪਰ ਜਿਹੜੇ ਬਹੁਤਾ ਕਰਕੇ ਗਰੰਟੀ ਜਿਹਨੂੰ ਕਿ ਕਾਫੀ ਮੁੱਖ ਮੰਤਰੀ ਸਾਹਿਬ ਨੇ ਇੱਕ ਵੀਡੀਓ ਜਾਰੀ ਕਰਕੇ ਫਿਰ ਜਿਹੜਾ ਉਹਨਾਂ ਦਾ ਇੱਕ ਬਿਜਲੀ ਮਹਿਕਮੇ ਦਾ ਇੱਕ ਸਮਾਗਮ ਸੀਗਾ ਉਹਦੇ 'ਚ ਜਾ ਕੇ ਵੀ, ਪਲੱਸ ਉਸ ਤੋਂ ਬਾਅਦ ਅਮਨ ਅਰੋੜਾ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੀ ਵੱਖਰੀ, ਕੇਜਰੀਵਾਲ ਸਾਹਿਬ ਨੇ ਵੀਡੀਓ ਪਾ ਕੇ ਵੀ ਦੱਸਿਆ ਕਿ ਮਹਾਰਾਜ ਦੇਖੋ ਅਸੀਂ ਗਰੰਟੀਆਂ ਪੂਰੀਆਂ ਕਰਨ ਲੱਗ ਪਏ ਹਾਂ, ਅਸੀਂ ਜੋ ਕਿਹਾ ਸੀ ਉਹ ਅਸੀਂ ਕਰਕੇ ਦਿਖਾਤਾ। ਤੇ ਆਹ ਲਓ ਜੀ ਪਹਿਲੀ ਗਰੰਟੀ ਵੀ 300 ਯੂਨਿਟ ਬਿਜਲੀ ਮਾਫ। ਤੇ 300 ਯੂਨਿਟ ਬਿਜਲੀ ਮਾਫ ਦਾ ਮਤਲਬ ਇਹ ਆ ਵੀ ਜਿਹਨੂੰ ਪਹਿਲਾਂ 200 ਮਿਲਦੀ ਸੀ ਉਹਦੀ ਵੀ 300 ਮਾਫ, ਜਿਹਨੂੰ ਕੋਈ ਵੀ ਨਹੀਂ ਸੀ ਮਿਲਦੀ ਉਹਦੀ ਵੀ 300 ਮਾਫ। ਤੇ ਆਹ ਜਿਹੜੀ ਚੀਜ਼ ਆ 1 ਜੁਲਾਈ ਤੋਂ ਲਾਗੂ ਹੋ ਜੂਗੀ। ਹੁਣ ਉਹਨਾਂ ਨੇ ਕਰਤਾ ਐਲਾਨ, ਤੇ ਐਲਾਨ ਹੁੰਦਿਆਂ ਸਾਰੀ ਨਾਲ ਹੀ ਵਿਰੋਧੀਆਂ ਕੰਮ ਚੱਕ ਲਿਆ। ਅੱਛਾ ਆਹ ਹੋਈ ਨਾ ਗੱਲ, ਐਲਾਨ ਤੁਸੀਂ ਹੁਣ ਕਰ ਦਿਓ, ਜੁਲਾਈ ਹੈ ਜੀ, ਕਦੋਂ ਆਉਣੀ ਹੈ? ਸੰਧਾਲੀਆ ਸਾਹਿਬ ਇਹ ਗੱਲ ਤਾਂ ਠੀਕ ਹੈ ਤੁਹਾਡੀ, ਵਿਰੋਧੀ ਵੀ ਠੀਕ ਨੇ ਆਪਣੀ ਜਗ੍ਹਾ ਦੇ ਉੱਤੇ। ਵਿਰੋਧੀਆਂ ਨੇ ਕੋਈ ਗਲਤ ਗੱਲ ਨਹੀਂ ਕੀਤੀ,
ਇਹ ਗੱਲ ਗਲਤ ਹੈ, ਇਹ ਗਲਤ ਗੱਲ ਹੈ। ਹੁਣ ਜਿਹੜੀ ਮਰਜ਼ੀ ਸਮਝ ਲੈਣ ਹੋਗੇ ਕੀ ਹੈ ਨਾ, ਫਰਕ ਥੋੜੇ ਜਿਹੇ ਇੱਕ ਅੱਧੇ ਅੱਖਰ ਦੇ ਅੱਗੇ ਪਿੱਛੇ ਦਾ। ਹੁਣ ਤੁਸੀਂ ਇਹ ਦੇਖੋ ਕਿ ਮੈਂ ਇਹ ਮੰਨ ਕੇ ਚੱਲਦਾ ਸੀ ਕਿ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਸੁਰਖੀ ਲੱਗਣੀ ਸੀ ਜੇ ਭਗਵੰਤ ਮਾਨ ਹੋਰੀ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਐਲਾਨ ਨਾ ਕਰਦੇ, ਫਿਰ ਇਹ ਸੁਰਖੀ ਲੱਗਣੀ ਸੀ ਮੁੱਕਰ ਗਏ, ਨਹੀਂ ਦਿੱਤੀ ਮੁਫਤ, ਪੈਸੇ ਹੀ ਹੈ ਨਹੀਂ। ਕਿਉਂਕਿ ਜ਼ਹਿਰ ਖਾਣ ਨੂੰ ਪੈਸੇ ਹੀ ਨਹੀਂ ਹੈਗੇ। ਮੈਂ ਨਹੀਂ ਕਹਿੰਦਾ, ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਆ ਕਿ ਸਰਕਾਰ ਕੋਲ ਜ਼ਹਿਰ ਖਾਣ ਨੂੰ ਪੈਸੇ ਨਹੀਂ, ਬਿਜਲੀ ਮੁਫਤ ਇਹਨਾਂ ਨੇ ਦੇ ਕਿੱਥੋਂ ਦੇਣੀ ਹੈ। ਦੂਸਰੀ ਗੱਲ, ਨਾਲ ਹੀ ਚਰਚਾ ਇਹ ਚੱਲ ਪੈਣੀ ਸੀ ਕਿ ਬਸ ਗਏ, ਝੂਠ ਬੋਲਣਾ ਸੀ, ਇਹਨਾਂ ਨੇ ਬੋਲਤਾ, ਉਹ ਕੰਮ ਹੋਇਆ ਨਹੀਂ। ਹੁਣ ਇਹਨਾਂ ਨੇ ਕਹਿ ਦਿੱਤਾ ਜੀ ਅਸੀਂ 300 ਯੂਨਿਟ ਬਿਜਲੀ ਮੁਫਤ ਦੇਵਾਂਗੇ ਪ੍ਰਤੀ ਮਹੀਨਾ। ਹੁਣ ਜੇ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫਤ ਦੇਣੀ ਹੈ, ਹਰ ਘਰ ਨੂੰ ਦੇਣੀ ਹੈ, ਫਿਰ ਨਾਲ ਹੀ ਸ਼ੁਰੂ ਹੋ ਗਿਆ ਅੱਛਾ 2.5 ਮਹੀਨੇ ਕਾਹਦੇ ਲਈ ਬਈ, ਹੁਣ ਤੋਂ ਹੀ ਕਿਉਂ ਨਹੀਂ। ਗੱਲ ਉਹਨਾਂ ਦੀ ਬਿਲਕੁਲ ਵਾਜਬ ਹੈ ਵੀ ਤੁਸੀਂ ਜੇ ਜੁਲਾਈ 'ਚ ਦੇਣੀ ਆ ਫਿਰ ਜੂਨ ਦੇ ਆਖਰੀ ਹਫ਼ਤੇ ਐਲਾਨ ਕਰ ਦਿਓ, ਹੁਣੇ ਹੀ ਕਿਉਂ ਕੀਤਾ। ਉਹਨਾਂ ਦੀ ਗੱਲ ਬਿਲਕੁਲ ਵਾਜਬ ਹੈ। ਪਰ ਮੇਰੇ ਮਨ 'ਚ ਵੈਸੇ ਹੀ ਫੁਰਨਾ ਫੁਰਿਆ। ਮੈਂ ਕਿਹਾ ਕਿ ਜਿੰਨੇ ਵੀ ਬੰਦੇ ਨੇ, ਚਾਹੇ ਉਹ ਕਾਂਗਰਸ ਪਾਰਟੀ ਦੇ ਆ, ਭਾਜਪਾ ਦੇ ਆ, ਸ਼੍ਰੋਮਣੀ ਅਕਾਲੀ ਦਲ ਦੇ ਆ, ਜਿਨ੍ਹਾਂ ਵੀ ਬੰਦਿਆਂ ਨੇ ਵਿਰੋਧਤਾ ਕੀਤੀ, ਉਹਨਾਂ ਦਾ ਹੱਕ ਬਣਦਾ, ਫਰਜ਼ ਬਣਦਾ, ਤੇ ਉਹ ਗਲਤ ਨਹੀਂ ਕਹਿ ਰਿਹਾ। ਪਰ ਅੱਜ ਤੱਕ ਪੰਜਾਬ 'ਚ ਕਿਹੜੀ ਸਰਕਾਰ ਹੈ, ਵੈਸੇ ਹੀ ਗੱਲ ਕਰ ਰਹੇ ਆ, ਜਿਹਨੇ ਪਹਿਲੇ ਮਹੀਨੇ ਦੇ ਵਿੱਚ ਹੀ ਕੋਈ ਵਾਅਦਾ ਕੀਤਾ ਹੋਵੇ ਤੇ ਉਹਦੀ ਅਨਾਉਂਸਮੈਂਟ ਕਰਤੀ ਹੋਵੇ, ਜਿਹੜਾ ਖਰਚੀਲਾ ਵਾਅਦਾ ਹੈ, ਤੇ 100 ਦਿਨ ਦੇ ਅੰਦਰ ਅੰਦਰ ਉਹਨੂੰ ਲਾਗੂ ਵੀ ਕਰ ਦੇਣਾ ਹੈ। ਕਿਉਂਕਿ ਆਪਾਂ ਪਿਛਲੀ ਸਰਕਾਰ ਵੇਲੇ ਕੁਝ ਚੀਜ਼ਾਂ ਸੁਣਦੇ ਸੀ, ਕਿਉਂਕਿ ਅੱਜ ਕਾਂਗਰਸ ਪਾਰਟੀ ਵਾਲੇ ਵੀ ਕਹਿ ਰਹੇ ਆ, ਮੈਂ ਪਹਿਲੀ ਗੱਲ ਹੈ ਕਿ ਮੈਂ ਨਿੱਜੀ ਤੌਰ ਦੇ ਉੱਤੇ ਮੁਫਤੋ ਮੁਫਤੀ ਦੇ ਹੱਕ 'ਚ ਨਹੀਂ ਦੇਣੀਆਂ ਚਾਹੀਦੀਆਂ ਚੀਜ਼ਾਂ ਮੁਫਤ, ਸਸਤੀਆਂ ਦਿਓ, ਅਗਲੇ ਨੂੰ ਕੰਮ ਦਿਓ, ਅਗਲਾ ਆਪਣੀ ਜੇਬ ਦੇ ਵਿੱਚੋਂ ਪੈਸਾ ਖਰਚੇ ਤੇ ਲਵੇ। ਪਰ ਤੁਹਾਨੂੰ ਯਾਦ ਹੈ ਸਮਾਰਟਫੋਨ ਦੇਣੇ ਸੀ, ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਤੇ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਠੋਕ ਵਜਾ ਕੇ ਆਲੋਚਨਾ ਕੀਤੀ ਹੈ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਿਹਾ ਹੁਣ ਤੋਂ ਹੀ ਕਿਉਂ ਨਹੀਂ ਬਈ, 3 ਮਹੀਨਿਆਂ ਬਾਅਦ ਕਿਉਂ ਬਈ, ਇਹਦਾ ਮਤਲਬ ਹੁਣ ਤੁਹਾਡੇ ਪੈਸੇ ਮੁੱਕ ਗਏ ਬਈ। ਠੀਕ ਹੈ, ਵਾਜਬ ਹੈ ਗੱਲ ਉਹਨਾਂ ਦੀ। ਵੜਿੰਗ ਸਾਹਿਬ ਕਹਿੰਦੇ ਜਦੋਂ ਮਿਲੂਗੀ ਮੁਫਤ ਉਦੋਂ ਦੇਖਾਂਗੇ ਆ ਸਰਕਾਰ ਕੀ ਕਰਦੀ ਫਿਰਦੀ ਹੈ, ਜੇ ਤਾਂ ਲਿਖਤੀ ਲੁਖਤੀ ਅਖਬਾਰੀ ਆ ਸਾਰਾ ਕੁਝ, ਉਹ ਵੀ ਗੱਲ ਠੀਕ ਹੈ। ਪਰ ਸਮਾਰਟਫੋਨ ਮੁਫਤ ਦੇਣੇ ਸੀ, ਕਿੰਨੇ ਕੁ ਪੈਸੇ ਕਿਤੇ ਲੱਗਣੇ ਸੀ, ਨਾਲੇ ਸਾਰਿਆਂ ਨੂੰ ਤਾਂ ਦਿੱਤੇ ਵੀ ਨਹੀਂ। ਉਸ ਵੇਲੇ ਖਹਿਰਾ ਸਾਹਿਬ ਭਾਵੇਂ ਆਮ ਆਦਮੀ ਪਾਰਟੀ ਸੀ, ਪਰ ਅੱਜ ਕਾਂਗਰਸ ਨੇ, ਕਿੰਨੀ ਵਾਰੀ ਪਿਛਲੀ ਸਰਕਾਰ ਦੇ ਵਿੱਤ ਮੰਤਰੀ ਸਾਹਿਬ ਨੇ ਕਿਹਾ ਸੀ ਦੀਵਾਲੀ ਤੇ ਦੇ ਦੇਣੇ ਆ, ਫਿਰ ਉਸ ਤੋਂ ਬਾਅਦ ਅਗਲੀ ਦੀਵਾਲੀ ਆ ਗਈ, ਉਸ ਤੋਂ ਬਾਅਦ ਅਗਲੀ ਦੀਵਾਲੀ ਆ ਗਈ, ਜਾਣੀ ਕਿ 3.5 ਸਾਲ ਬਾਅਦ ਦੇਣੇ ਸ਼ੁਰੂ ਕੀਤੇ। ਤੇ ਕਿੰਨੇ ਕੁ ਲੋਕਾਂ ਨੂੰ ਦਿੱਤੇ, ਜਦ ਕਿ ਪਹਿਲਾਂ ਫਾਰਮ ਜਿਹੜੇ ਭਰਵਾਏ ਗਏ ਸੀ ਉਹ ਕਿੰਨੇ ਬੰਦਿਆਂ ਲਈ ਭਰਵਾਏ ਗਏ ਸੀ। ਤੇ ਅੱਜ ਉਹ ਮਨਪ੍ਰੀਤ ਸਿੰਘ ਬਾਦਲ ਸਾਹਿਬ ਕਾਂਗਰਸ ਪਾਰਟੀ 'ਚ ਹੀ ਨੇ, ਜਿਹੜੇ ਬੰਦੇ ਅੱਜ ਆਲੋਚਨਾ ਕਰ ਰਹੇ ਆ ਉਸ ਪਾਰਟੀ ਦੇ ਵਿੱਚ ਹੀ ਸੀ। ਜੇ ਕਿਤੇ ਉਸ ਚੀਜ਼ ਦੇ ਨਾਲ ਕੰਪੈਰੀਜ਼ਨ ਕਰਕੇ ਦੇਖ ਲਈ, ਅਸੀਂ ਨਹੀਂ ਕਹਿੰਦੇ ਕਿ ਲੇਟ ਕਰਨੀ ਚਾਹੀਦੀ ਬਿਜਲੀ ਮੁਫਤ, ਪਰ ਜੇ ਆਪਾਂ ਕੰਪੈਰੀਜ਼ਨ ਕਰ ਲਈਏ ਤਾਂ ਜਿਹੜਾ ਕੰਮ ਪਿਛਲੀ ਸਰਕਾਰ ਦੇ ਵੇਲੇ ਆਖਰੀ 6 ਮਹੀਨਿਆਂ ਦੇ ਵਿੱਚ ਸ਼ੁਰੂ ਹੋਇਆ ਸੀ, ਜੇ 1 ਜੁਲਾਈ ਤੋਂ ਵੀ ਕਰ ਰਿਹਾ, ਘੱਟੋ ਘੱਟ ਪਹਿਲੇ 6 ਮਹੀਨੇ ਤਾਂ ਹੋ ਰਿਹਾ ਨਾ। ਇਹਦੇ ਨਾਲ ਸੰਧਾਲੀਆ ਸਾਹਿਬ ਤੁਸੀਂ ਦੇਖੋ, ਇੱਕ ਗੱਲ ਸੀਗੀ ਜਦੋਂ ਕੇਜਰੀਵਾਲ ਸਾਹਿਬ ਨੇ ਐਲਾਨ ਕੀਤਾ ਸੀ ਨਾ, ਉਹਨਾਂ ਨੇ ਪਹਿਲਾਂ 300 ਕਿਹਾ ਸੀ, ਫਿਰ ਬਾਅਦ ਵਿੱਚ ਕਲੀਅਰ ਨਹੀਂ ਜੀ 300 ਇੱਕ ਮਹੀਨੇ ਦੀ 600, ਫਿਰ ਰੌਲਾ ਪੈ ਗਿਆ ਕਿ ਭਾਈ ਇਹਨਾਂ ਤੋਂ 600 ਕਿੱਥੇ ਦੇ ਹੋਣੀ ਆ। ਹੋ ਸਕਦਾ ਕਿ ਜਿਹੜੇ ਪਹਿਲੇ SC-BC ਭਾਈਚਾਰੇ ਦੇ ਬੰਦੇ ਨੇ, ਜਿਹੜੇ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਨੇ ਜਾਂ BPL ਕਾਰਡ ਹੋਲਡਰ ਨੇ, ਸ਼ਾਇਦ ਉਹਨਾਂ ਦੀ 100 ਯੂਨਿਟ ਵਧਾ ਦੇਣਗੇ, ਸਾਰਿਆਂ ਨੂੰ ਨਹੀਂ ਦਿੱਤੀ ਜਾਣੀ। ਹੁਣ ਜਿਹੜਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਨੇ ਐਲਾਨ ਕੀਤਾ ਕਿ ਪੰਜਾਬ ਦਾ ਹਰ ਪਰਿਵਾਰ, ਚਾਹੇ ਉਹ ਕਿਸੇ ਵੀ ਧਰਮ, ਜਾਤੀ, ਆਰਥਿਕ ਵਰਗ ਨਾਲ ਸੰਬੰਧਿਤ ਰੱਖਦਾ, ਸਾਰਿਆਂ ਨੂੰ ਹੀ 600 ਯੂਨਿਟ 2 ਮਹੀਨਿਆਂ ਦੀ ਮਾਫ ਹੈ। ਪਰ ਉਹਦੇ ਵਿੱਚ ਇੱਕ ਗੱਲ ਰੱਖੀ ਹੈ ਕਿ ਜਿਹੜੇ ਤਾਂ ਆਰਥਿਕ ਤੌਰ ਦੇ ਉੱਤੇ ਕਮਜ਼ੋਰ SC ਭਾਈਚਾਰੇ ਦੇ ਪਰਿਵਾਰ ਨੇ, SC-ST ਭਾਈਚਾਰੇ ਦੇ, ਉਹਨਾਂ ਨੂੰ ਤਾਂ ਜੇ 600 ਤੋਂ ਉੱਪਰ ਵੀ ਯੂਨਿਟ ਬਲਦੇ ਆ ਤਾਂ ਪਹਿਲੇ 300 ਯੂਨਿਟ ਦਾ ਬਿੱਲ ਕੋਈ ਨਹੀਂ, ਉੱਪਰਲਿਆਂ ਦਾ ਬਿੱਲ ਦੇਣਾ ਪਊਗਾ। ਮੰਨ ਲਓ 300 ਯੂਨਿਟ ਖਪਤ ਕਰ ਲਈ ਹੈ, 25 ਉੱਪਰ ਹੋ ਗਿਆ, 25 ਦਾ ਬਿੱਲ ਦੇਣਾ। ਪਰ ਜਿਹੜੇ ਬਾਕੀ ਆਰਥਿਕ ਤੌਰ ਦੇ ਉੱਤੇ ਸੰਪੰਨ ਨੇ, ਉਹਨਾਂ ਨੂੰ ਜੇ 600 ਤੋਂ ਉੱਪਰ ਬਲਦੀ ਆ ਤਾਂ ਫਿਰ ਸਾਰਾ ਬਿੱਲ ਦੇਣਾ ਪਊਗਾ। ਇਦਾਂ ਹੀ ਹੈ। ਹਾਂਜੀ, ਹੁਣ ਇਹਦੇ ਵਿੱਚ ਇਹ ਆ, ਦੇਖੋ ਇੱਕ ਮੋਟੀ ਜੀ ਗੱਲ ਹੈ, ਵਿਰੋਧੀ ਪਾਰਟੀਆਂ ਇਸ ਗੱਲ ਨੂੰ ਕਹਿਣਗੀਆਂ ਕਿ ਭਾਈ ਤੁਸੀਂ ਪਹਿਲਾਂ ਨਹੀਂ ਕਿਹਾ ਸੀ। ਪਹਿਲੀ ਗੱਲ ਹੈ ਕਿ ਜਿਹੜਾ ਬੰਦਾ, ਚਾਹੇ ਉਹ ਆਮ ਬੰਦਾ, ਚਾਹੇ ਉਹ ਸਿਆਸੀ ਬੰਦਾ, ਸੰਧਾਲੀਆ ਸਾਹਿਬ ਜੇ ਉਹ ਸਰਦਾ ਪੁੱਜਦਾ ਤੇ ਉਹਦੀ ਮੁਫਤ ਨਹੀਂ ਚਾਹੀਦੀ। ਦੂਸਰੀ ਗੱਲ ਹੈ ਕਿ ਭਾਈ ਜਿਹੜੇ ਬੰਦੇ ਹੁਣ ਸਰਦੇ ਪੁੱਜਦੇ, ਹੁਣ ਜਿੰਨੇ ਸਿਆਸਤਦਾਨ ਅੱਜ ਕਹਿੰਦੇ ਆ, ਇਹ ਕਹਿਣ ਕਿ ਭਾਈ ਅਸੀਂ ਨਹੀਂ ਲੈਣੀ, ਅਸੀਂ ਸਰਦੇ ਪੁੱਜਦੇ ਆ, ਕਰੋੜਾਂ ਰੁਪਈਆਂ ਦੀਆਂ ਤੁਸੀਂ ਪ੍ਰਾਪਰਟੀਆਂ ਦਿਖਾਈਆਂ, ਚਾਹੇ ਸੱਤਾਧਾਰੀ ਧਿਰ ਦੇ ਨੇ, ਚਾਹੇ ਵਿਰੋਧੀ ਧਿਰ ਦੇ ਨੇ, ਤੁਸੀਂ 300 ਯੂਨਿਟ ਬਿਜਲੀ ਦਾ ਮੁਫਤ ਕਿਉਂ ਲੈਣਾ? ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਦਾ ਭੱਠਾ ਬੈਠਾ, ਸੱਤਾਧਾਰੀ ਵੀ ਕਹਿੰਦੇ, ਵਿਰੋਧੀ ਵੱਧ ਕਹਿੰਦੇ ਆ ਕਿ ਭਾਈ ਇੰਨੇ 1000 ਕਰੋੜ ਦਾ ਕਰਜ਼ਾ ਹੈ, ਇਹਦੇ ਬਾਵਜੂਦ ਵੀ ਮੁਫਤ ਕਿਉਂ? ਹੁਣ ਤੁਸੀਂ ਨਾ ਲਓ, ਤੁਸੀਂ ਆਪਦੇ ਪਾਰਟੀ ਦੇ ਜਿਹੜੇ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੇ, ਕੋਈ ਸੂਬੇ ਦਾ ਕੋਈ ਕੁਛ ਹੋਰ ਹੈ, ਉਹਨਾਂ ਨੂੰ ਵੀ ਕਹੋ ਭਾਈ ਤੁਸੀਂ ਨਾ ਲਓ, ਆਪਾਂ ਪੰਜਾਬ ਦੇ ਲੋਕਾਂ ਦੇ ਲਈ ਆਰਥਿਕ ਤੌਰ ਤੇ ਕਰਨਾ, ਸੱਤਾਧਾਰੀ ਧਿਰ ਵੀ ਇਹ ਕਹੇ। ਪਰ ਇੱਥੇ ਨਾਲ ਦੀ ਨਾਲ
ਸੰਧਾਲੀਆ ਸਾਹਿਬ ਜਿਹੜੀ ਸਭ ਤੋਂ ਅਹਿਮ ਗੱਲ ਹੈ ਕਿ ਹੁਣ ਪੰਜਾਬ ਦਾ ਵਿੱਤੀ ਤੌਰ ਤੇ ਬਣੂ ਕਿ ਭਗਵੰਤ ਮਾਨ ਸਾਹਿਬ ਨੇ ਮੂੰਹ ਤਾਂ ਬੰਦ ਕਰ ਦਿੱਤੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਹੁਣ ਬਹੁਤੀ ਕੋਈ ਆਲੋਚਨਾ ਵਾਲੀ ਗੱਲ ਰਹੀ ਨਹੀਂ, ਪਰ ਫੇਰ ਵੀ ਘਾਟਾ ਪੂਰਾ ਕਿੱਥੋਂ ਆਉਣਾ, ਪੈਸਾ ਟਕਾ ਆਉਣਾ ਕਿੱਥੋਂ ਆ, ਉਹ ਪੈਸਾ ਟਕਾ ਜਿਹੜਾ ਪਹਿਲਾਂ ਮਾੜਾ ਮੋਟਾ ਡਿਵੈਲਪਮੈਂਟ ਦੇ ਉੱਤੇ ਲੱਗਦਾ ਹੈ, ਕੀ ਉਹ ਪੈਸਾ ਹੁਣ ਪਾਵਰਕਾਮ ਨੂੰ ਟਰਾਂਸਫਰ ਕੀਤਾ ਜਾਊਗਾ ਤਾਂ ਫਿਰ ਉੱਥੇ ਡਿਵੈਲਪਮੈਂਟ ਲਈ ਪੈਸੇ ਕਿੱਥੋਂ ਆਉਣਗੇ, ਉਹਦੇ ਲਈ ਸਾਨੂੰ ਅਜੇ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪੈਣਾ ਹੈ। ਨਹੀਂ ਗੱਲ ਠੀਕ ਆ, ਪਰ ਚਲੋ ਕਾਰਨ ਇਹ ਆ ਵੀ ਅਗਲਿਆਂ ਨੇ ਜੋ ਕਹਿਣਾ ਸੀ ਕਰਤਾ, ਉਹ ਕਰ ਦਿੱਤਾ। ਜੁਲਾਈ ਉਹਨਾਂ ਨੇ ਤਰੀਕ ਰੱਖ ਦਿੱਤੀ। ਹੁਣ ਇੰਨਾ ਗੱਲ ਹੋ ਗਈ ਵੀ ਜੁਲਾਈ ਤੱਕ ਕੋਈ ਇਸ ਮਸਲੇ ਤੇ ਗਲਤ ਨਹੀਂ ਕਰੂਗਾ। ਮਤਲਬ ਸਿਆਸੀ ਤੌਰ ਤੇ ਜੇ ਆਪਾਂ ਉਹਨਾਂ ਦੀ ਤਿਕੜਮ, ਇੱਕ ਹੁੰਦਾ ਵੀ ਵਿਰੋਧੀ ਪਾਰਟੀ ਨੇ ਵੀ ਯਾਰ ਤਿਕੜਮ ਲੜਾਈ, ਆਪਾਂ ਉਹਨਾਂ ਦਾ ਸ਼ਬਦ ਹੀ ਵਰਤ ਲਿਆ ਵੀ ਤਿਕੜਮ ਆਮ ਆਦਮੀ ਪਾਰਟੀ ਦੀ ਕੰਮ ਆ ਗਈ ਵੀ 2-2.5 ਮਹੀਨੇ ਨਿਕਲ ਗਏ, ਹੁਣ ਬੱਤੀ ਵਾਲਾ ਭੂਤ ਤੇ ਸਾਡੇ ਕੋਲੋਂ ਲੈ ਗਿਆ ਵੀਰ, ਭਾਵੇਂ ਸਾਡੀ ਚੱਲੇ ਭਾਵੇਂ ਨਾ ਚੱਲੇ ਕੋਈ ਗੱਲ ਨਹੀਂ, ਹੁਣ ਤੱਕ ਝੋਨਾ ਝਾਨੇ ਦਾ ਵੀ ਕੁਛ ਨਾ ਕੁਛ ਬਣ ਜਾਣਾ। ਅੱਛਾ, ਦੂਜੀ ਗੱਲ ਇਹ ਕਿ ਜਿਹੜੀ ਇਹ ਰੌਲਾ ਪਿਆ ਸੀ ਵੀ ਹਾਂਜੀ ਕਿਸਾਨਾਂ ਦੀ ਤਾਂ ਬੰਦ ਕਰ ਦੇਣਗੇ ਜੀ ਬੱਤੀ, ਉਹ ਫਰੀ ਨਹੀਂ ਦਿੰਦੇ, ਉਹ ਵੀ ਉਹਨਾਂ ਨੇ ਕਲੀਅਰ ਕਰਤਾ ਵੀ ਜਿਹੜੀਆਂ ਮੋਟਰਾਂ ਦੇ ਲਈ ਬਿਜਲੀ ਚੱਲਦੀ ਸੀ ਉਹ ਫਰੀ ਚੱਲਦੀ ਰਹੂਗੀ। ਇੱਕ ਆ ਜਿਹੜਾ ਕੇਸ ਚੱਲਦਾ ਵੀ 300 ਇਹਦੇ ਤੇ ਜਿਹੜਾ ਹੁਣ ਆਮ ਆਦਮੀ ਪਾਰਟੀ ਦਾ ਤਰਕ, ਉਹ ਕਹਿੰਦੇ ਵੀ ਕਾਰਨ ਹੈ ਵੀ 300 600 ਅਸੀਂ ਇਸ ਕਰਕੇ ਰੱਖਿਆ ਵੀ ਇੰਨੇ ਕੀ ਐਵਰੇਜ ਬਲਦੇ ਆ। ਅਮਨ ਅਰੋੜਾ ਸਾਹਿਬ ਦੀ ਪ੍ਰੈਸ ਕਾਨਫਰੰਸ ਇਹ ਕਹਿੰਦੇ ਵੀ 80% ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਇਹਦਾ ਫਾਇਦਾ ਹੋਊਗਾ, ਤੇ ਨਾਲ ਦੀ ਨਾਲ ਜਿਹੜੇ ਬਾਕੀ ਦੇ 20% ਬਚਦੇ ਆ ਉਹਨਾਂ ਨੂੰ ਇਹ ਮੈਸੇਜ ਆਊਗਾ ਵੀ ਯਾਰ ਆਪਾਂ ਬਚਤ ਕਰ ਲਈਏ, ਵੀ ਕੀ ਫਰਕ ਪੈਂਦਾ ਜੇ ਆਪਾਂ ਨੂੰ ਲੱਗਦਾ ਹੈ ਵੀ ਆਪਣਾ ਪਿਛਲੀ ਵਾਰ ਯਾਰ 650 ਯੂਨਿਟ ਬਲ ਗਿਆ, ਵੀ ਤੁਸੀਂ 50 ਘਟਾ ਲਓ, ਵੀ ਤੁਸੀਂ ਜੇ 50 ਯੂਨਿਟ ਘੱਟ ਪਾਲ ਲਓਗੇ ਤੇ ਤੁਹਾਡਾ ਕੁਝ ਵੀ ਨਹੀਂ ਦੇਣਾ ਪਊਗਾ, ਆਪਾਂ ਉਹਨਾਂ 50 ਦਾ ਕਰਕੇ ਪਿਛਲੇ 600 ਦਾ ਵੀ ਬਿੱਲ ਦਿੰਦੇ ਹਾਂ। ਇਹ ਉਹਨਾਂ ਦਾ ਲੌਜਿਕ ਹੈ। ਹੋ ਸਕਦਾ ਜੇ ਉਹ ਕਹਿੰਦੇ ਨੇ ਵੀ ਅਸੀਂ ਦਿੱਲੀ 'ਚ ਕੀਤਾ, ਸਾਡੀ ਉਹ ਕੈਲਕੂਲੇਸ਼ਨ ਹੈ ਵੀ ਇਹਦੇ ਨਾਲ ਬਿਜਲੀ ਦੀ ਬਚਤ ਹੁੰਦੀ ਆ, ਵੀ ਬੰਦੇ ਨੂੰ ਲੱਗਦਾ ਯਾਰ ਫਾਲਤੂ ਬਿਜਲੀ ਕਾਹਤੋਂ ਬਾਲਣੀ ਆ, ਤੇ ਜਦੋਂ ਬਿਜਲੀ ਦੀ ਬਚਤ ਹੋਊਗੀ ਸਾਡਾ ਉਹਦੇ 'ਚ ਫਾਇਦਾ ਹੋਊਗਾ, ਲੌਜਿਕ ਹੈ ਜੀ। ਜਦੋਂ ਪ੍ਰੈਕਟੀਕਲੀ ਮੇਰੇ ਖਿਆਲ ਨਾਲ ਪੰਜਾਬ 'ਚ ਸਾਰਾ ਕੁਝ ਹੋਊਗਾ ਉਦੋਂ ਆਪੇ ਉਹ ਗੱਲ ਸਮਝ ਵੀ ਆ ਜਾਊਗੀ। ਪਰ ਦੂਜੀ ਗੱਲ ਇਹ ਆ ਕਿ ਵੀ ਇਹ ਸਾਰਾ ਕੁਝ ਉਦੋਂ ਕੀਤਾ ਜਾ ਰਿਹਾ ਹੈ ਜਦੋਂ ਉਹਦੇ ਵਿੱਚ ਝੋਨੇ ਦਾ ਸੀਜ਼ਨ, ਫੁੱਲ ਪੀਕ ਗਰਮੀ ਦਾ ਸੀਜ਼ਨ ਆਉਣਾ। ਤੇ ਆਪਾਂ ਪਿਛਲੇ ਕਈ ਸੀਜ਼ਨਾਂ ਦੇ ਵਿੱਚ ਇਹ ਵੀ ਦੇਖਦੇ ਰਹੇ ਹਾਂ ਵੀ ਲੰਮੇ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਸੀ। ਫਿਰ ਕਿਸੇ ਵੇਲੇ ਇਹ ਵੀ ਹੁੰਦਾ ਸੀ ਵੀ ਹੁਣ ਜੀ ਇੰਡਸਟਰੀ 'ਤੇ ਵੀ ਕੱਟ ਲੱਗਣੇ ਸ਼ੁਰੂ ਹੋ ਗਏ ਜੀ, ਉਹ ਜੀ ਫਲਾਣੇ ਥਾਂ 'ਤੇ ਮੋਟਰਾਂ ਨੂੰ ਚਾਹੀਦੀ, ਇਸ ਕਰਕੇ ਇੰਡਸਟਰੀ ਵਾਲਾ ਕੰਮ ਬੰਦ ਹੈ। ਉਹ ਕਹਿੰਦੇ ਜੀ ਹੁਣ ਇਸ ਟਾਈਮ ਦੇ ਉੱਪਰ ਤੁਸੀਂ ਹੁਣ, ਕਿ ਇਹ ਵੀ ਇੱਕ ਫੇਜ਼ ਜਿਹਾ ਆਇਆ ਸੀ ਨਾ ਜਦੋਂ, ਤੇ ਇਸ ਚੱਕਰ ਸੀ ਵੀ ਬਹੁਤ ਛੇਤੀ ਜੀ ਕਮਰਸ਼ੀਅਲ ਮਾਲ ਮੂਲ ਜੇ ਵੀ ਬੰਦ ਕਰ ਦਿਓ ਕਿਉਂਕਿ ਉਹਨਾਂ ਦੇ ਵਿੱਚ ਬਹੁਤ ਬਿਜਲੀ ਦੀ ਖਪਤ ਹੁੰਦੀ ਹੈ ਜੀ, ਇਸ ਕਰਕੇ ਬਿਜਲੀ ਆਪਾਂ ਨੂੰ ਦੂਸਰੇ ਪਾਸੇ ਚਾਹੀਦੀ ਹੈ। ਉਹ ਫੇਜ਼ ਦੁਬਾਰਾ ਆਉਣਾ ਹੈ। ਐਂਡ ਇਹਦਾ ਡਰ ਇੱਕ ਆਪਾਂ ਇਹ ਵੀ ਦੱਸ ਦਈਏ ਕਿ ਐਤਕੀ ਗਰਮੀ ਬੜੀ ਅਗੇਤੀ ਪੈਣ ਲੱਗ ਪਈ ਜੀ, ਤੇ ਗਰਮੀ ਦੇ ਮਹੀਨੇ ਅਜੇ ਆਉਣੇ ਆ। ਸੋ ਮੇਰਾ ਖਿਆਲ ਹੈ ਆਮ ਆਦਮੀ ਪਾਰਟੀ ਵਾਲੇ ਹੋ ਸਕਦਾ ਵੀ ਐਂ ਥਾਪੀਆਂ ਮਾਰ ਦੇਣਾ ਵੀ ਵੇਖਿਆ ਫਿਰ ਆਪਾਂ ਕੱਢਦੇ ਵੱਟ, ਉਹ ਕੱਢ ਦਿੱਤੇ ਵੱਟ, ਤੇ ਅਜੇ ਵੱਟ ਕੱਢਣ ਵਾਲੀ ਗਰਮੀ ਆਉਣੀ ਹੈ ਨਾ ਜੀ। ਨਹੀਂ, ਬਹੁਤ ਜ਼ਰੂਰੀ ਹੈ ਧਿਆਨ ਰੱਖਣਾ ਤਾਂ ਸੰਧਾਲੀਆ ਸਾਹਿਬ, ਕਿਉਂਕਿ ਇੱਥੇ ਅਸੀਂ ਕੇਂਦਰ ਤੇ ਵੀ ਨਿਰਭਰ ਕਰਦੇ ਹਾਂ, ਆਂਢ ਗੁਆਂਢ ਦੇ ਸੂਬਿਆਂ ਤੇ ਵੀ ਨਿਰਭਰ ਕਰਦੇ ਹਾਂ, ਨੈਸ਼ਨਲ ਜਿਹੜਾ ਕੇਂਦਰੀ ਪੂਲ ਹੈ ਉਹਦੇ ਉੱਤੇ ਵੀ ਨਿਰਭਰ ਕਰਦੇ ਆ, ਸੈਂਟਰਲ ਪੂਲ ਦੇ ਉੱਤੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਧਿਆਨ ਰੱਖਣ ਵਾਲੀਆਂ। ਪਰ ਇਸੇ ਐਲਾਨ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਜਿਹੜੀ ਕਿ ਗੋਲੀ ਨਹੀਂ ਗਈ, ਜਾਂ ਤਾਂ ਉਹਨਾਂ ਦੇ ਹੱਕ 'ਚ ਆ ਗਿਆ ਲੋਕ ਵੀ ਵਧੀਆ ਕੀਤਾ, ਜਾਂ ਵਿਰੋਧ 'ਚ ਆ ਗਿਆ ਕਿ ਆਹ ਕੀ ਕੀਤਾ। ਮੈਨੂੰ ਲੱਗਦਾ ਕਿ ਜਿੱਥੇ ਆ ਕੇ ਸਭ ਤੋਂ ਇੰਪੋਰਟੈਂਟ ਗੱਲ ਸੀ ਉਹ ਵਿਸਰ ਗਈ। ਉਹਨਾਂ ਨੇ ਇੱਕ ਐਲਾਨ ਕੀਤਾ ਕਿ 2 ਤੋਂ 3 ਸਾਲਾਂ ਦੇ ਵਿੱਚ ਅਸੀਂ 24 ਘੰਟੇ ਬਿਜਲੀ ਦੇਣ ਲੱਗ ਪੈਣਾ। 2 ਤੋਂ 3 ਸਾਲ 2024 ਰੱਖ ਕੇ ਚੱਲੋ ਲੋਕ ਸਭਾ ਦੀ ਇਲੈਕਸ਼ਨ। ਇਹ ਵੀ ਚੰਗਾ ਹੋਇਆ ਕਿ ਉਹਨਾਂ ਨੇ 1 ਸਾਲ ਨਹੀਂ ਕਿਹਾ ਜਾਂ 6 ਮਹੀਨੇ ਨਹੀਂ ਕਿਹਾ, 2 ਤੋਂ 3 ਸਾਲ, ਜਾਣੀ ਉਹਨਾਂ ਦੇ ਕੋਲੇ ਕੰਮ ਕਰਨ ਨੂੰ ਸਮਾਂ ਵੀ ਹੈਗਾ, ਤੇ ਸਾਡੇ ਕੋਲੇ ਉਹਨਾਂ ਦੀ ਵੀਡੀਓ ਹੈਗੀ ਹੈ ਕਿ ਭਾਈ ਅਸੀਂ 3 ਸਾਲ ਬਾਅਦ ਕਵਾਂਗੇ ਜੀ ਤੁਸੀਂ ਤਾਂ ਆਹ ਕਹਿੰਦੇ ਸੀ। ਇੱਕ ਤਾਂ ਉਹਨਾਂ ਨੇ ਕਿਹਾ ਕਿ 3 ਸਾਲ ਦੇ ਵਿੱਚ ਅਸੀਂ 24 ਘੰਟੇ ਬਿਜਲੀ ਦੇਣ ਲੱਗ ਪੈਣਾ। ਦੂਸਰਾ ਕਿ ਪੰਜਾਬ ਨੂੰ ਦੇਸ਼ ਭਰ ਦੇ ਵਿੱਚ ਸਭ ਤੋਂ ਸਸਤੀ ਬਿਜਲੀ ਉਦਯੋਗਾਂ ਦੇ ਲਈ, ਇੰਡਸਟਰੀ ਦੇ ਲਈ ਤੇ ਵਪਾਰ ਦੇ ਲਈ ਦੇਣ ਲੱਗ ਜਾਾਂਗੇ। ਇਹ ਦੋਨੋਂ ਚੀਜ਼ਾਂ ਇੰਪੋਰਟੈਂਟ ਕਿਉਂ ਆ? ਇਸ ਕਰਕੇ ਮਹੱਤਵਪੂਰਨ ਆ ਕਿਉਂਕਿ ਇੱਕ ਤਾਂ ਹੈਗਾ ਕਿ ਮੁਫਤ ਦੇਣੀ ਆ ਤਾਂ ਫਿਰ ਮਹਿੰਗੀ ਦੇਣੀ ਆ। ਆਮ ਤੌਰ ਦੇ ਉੱਤੇ ਕੰਮ ਇਹ ਚੱਲਦਾ ਹੁੰਦਾ, ਜੇ ਬਿਜਲੀ ਮੋਟਰਾਂ ਦੀ ਸਸਤੀ ਕਰਤੀ ਘਰਾਂ ਦੇ ਬਿੱਲ ਚੱਕ ਦਿਓ, ਜੇ ਘਰਾਂ ਦੀ ਸਸਤੀ ਕਰਤੀ ਇੰਡਸਟਰੀ ਵਾਲਿਆਂ ਦੇ ਬਿੱਲ ਚੱਕ ਦਿਓ ਕਿ ਇਧਰਲੇ ਪਾਸਿਓਂ ਪੈਸੇ ਥੋੜ੍ਹੇ ਜਿਹਾ ਪਾਉਣੇ ਪਏ, ਉਧਰਲੇ ਪਾਸਿਓਂ ਕਮਾ ਲਓ, ਬੈਲੈਂਸ ਜਿਹਾ ਰਹਿ ਜਾਵੇ। ਹੁਣ ਇੱਕੋ ਹੀ ਅਨਾਉਂਸਮੈਂਟ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਸਾਰੇ ਘਰਾਂ ਨੂੰ 600 ਯੂਨਿਟ ਦਾ ਮਾਫ ਕਰਨਾ, ਨਾਲ ਹੀ ਕਹਿ ਦਿੱਤਾ ਕਿ ਖੇਤੀਬਾੜੀ ਨੂੰ ਮੁਫਤ ਜਾਰੀ ਰਹੂਗੀ, ਨਾਲ ਹੀ ਕਹਿ ਦਿੱਤਾ ਕਿ ਇੰਡਸਟਰੀ ਵਪਾਰ ਦੇ ਲਈ ਜਿਹੜੀ ਬਿਜਲੀ ਦਿੱਤੀ ਜਾ ਰਹੀ ਹੈ ਉਹਦੇ ਵਿੱਚ 1 ਵੀ ਰੁਪਈਏ ਦਾ ਇਜ਼ਾਫਾ ਨਹੀਂ ਕਰਨਾ, ਉਹਦਾ ਰੇਟ ਉਨਾ ਹੀ ਰਹੂਗਾ। 3 ਸਾਲ ਦੇ ਵਿੱਚ 24 ਘੰਟੇ ਕਰ ਦਿਆਂਗੇ ਤੇ ਉਦਯੋਗਾਂ ਦੇ ਲਈ ਦੇਸ਼ ਭਰ ਦੇ ਵਿੱਚ ਸਭ ਤੋਂ ਸਸਤੀ ਬਿਜਲੀ ਕਰ ਦਿਆਂਗੇ। ਫਾਰਮੂਲਾ ਕਿਹੜਾ ਹੈ ਇਹ ਤਾਂ ਪਤਾ ਨਹੀਂ, ਪਰ ਨਾਲ ਇਹ ਵੀ ਕਹਿ ਦਿੱਤਾ ਭੇਜੇ ਸੀ ਅਧਿਕਾਰੀ ਕਿਉਂਕਿ ਦਿੱਲੀ ਵਾਲਿਆਂ ਨੇ ਕੀਤਾ ਤੇ ਫੇਰ ਭੇਜੂਗਾ ਕਿਉਂਕਿ ਅਸੀਂ ਪੰਜਾਬ ਦਾ ਜੇ ਬਹੁਤ ਕੁਝ ਕਰਨਾ ਹੈ। ਹੁਣ ਕਰਨੇ ਦੇ ਵਿੱਚ ਚੱਕਰ 'ਚ ਆਪਾਂ ਇਹ ਵੀ ਬੇਨਤੀ ਕਰ ਦਈਏ ਵੀ ਜਿਹੜੀ ਗੱਲ ਉਹਨਾਂ ਨੇ ਇਹ ਵੀ ਦੱਸਿਆ ਕਿ ਵੀ
ਸਾਡੇ ਸਾਰਾ ਕੁਝ ਕਰਨ ਦੇ ਵਿੱਚ ਜੀ ਇੱਕ ਹੁੰਦਾ ਨਾ ਵੀ ਯਾਰ ਹੁਣ ਕਿੱਦਾਂ ਬਾਪੂ ਕਹਿੰਦੇ ਹੁਣ ਤੁਰਦਾ ਤੇ ਠੀਕ ਹੈ, ਪਰ ਜਿਹੜੀ ਪੁਰਾਣੀ ਸੱਟ ਹੈ ਨਾ ਗੋਡੇ ਵਾਲੀ, ਉਹਦਾ ਕਰਕੇ ਥੋੜਾ ਜਿਹਾ ਡਾਕਟਰ ਨੇ ਕਿਹਾ ਵੀ ਟਾਈਮ ਲੱਗਣਾ। ਜੀ ਉਹ ਪੁਰਾਣੀ ਸੱਟ ਹੈ, ਕਹਿੰਦੇ ਬਿਜਲੀ ਸਮਝੌਤੇ। ਹੁਣ ਬਿਜਲੀ ਸਮਝੌਤੇ ਜਦੋਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਉਦੋਂ ਤੋਂ ਚਰਚਾ ਚੱਲੀ, ਫਿਰ ਕਾਂਗਰਸ ਪਾਰਟੀ ਦੀ ਸਰਕਾਰ ਆਈ, ਉਹ ਕਹਿੰਦੇ ਜੀ ਇਹਦਾ ਗਲਤੀ ਬੜਾ ਹੋ ਗਿਆ ਸੀ, ਦੇਖੋ ਸਾਰਾ ਕੁਝ ਦਰੁਸਤ ਕਰ ਦੇਣਾ। 5 ਸਾਲ ਉਹਨਾਂ ਵੀ ਕੱਢ ਲਏ, ਉਹਨਾਂ ਨੂੰ ਵੀ ਕੁਝ ਨਹੀਂ ਲੱਭਿਆ। ਅਕਾਲੀ ਦਲ ਦਾ ਤਰਕ ਇਹ ਸੀ ਵੀ ਮਹਾਰਾਜ ਜੋ ਅਸੀਂ ਕਰਤਾ ਇਹ ਤੋਂ ਬੈਸਟ ਹੋ ਨਹੀਂ ਸਕਦਾ। ਕਾਂਗਰਸ ਪਾਰਟੀ ਇਹ ਕਹਿੰਦੀ ਰਹੀ ਵੀ ਲੈ ਤਾਂ ਕੀਤਾ ਹੀ ਬੜਾ ਗਲਤ ਆ। ਅਖੀਰ ਤੇ ਵਿੱਚੋਂ ਉਹਨਾਂ ਦਾ ਆਪਸੀ ਮਤਭੇਦ ਹੀ ਕਿਸੇ ਪਾਸੇ ਨਹੀਂ ਲੱਗਿਆ, ਜਿਹਦਾ ਕਰਕੇ ਉਹ ਕਹਿੰਦੇ ਵੀ ਅਸੀਂ ਹਾਰੇ, ਵੀ ਉਹ ਸਹੀ ਸੀ ਗਲਤ ਸੀ। ਆਮ ਆਦਮੀ ਪਾਰਟੀ ਨੇ ਵੀ ਮੁੱਦਾ ਸ਼ੁਰੂ 'ਚ ਚੱਕਿਆ ਸੀ ਵੀ ਮਹਾਰਾਜ ਉਹ ਸਮਝੌਤੇ ਗਲਤ ਹੈ, ਇਹਦਾ ਕੁਛ ਨਾ ਕੁਛ ਕਰ ਲਓ। ਹੁਣ ਸਰਕਾਰ ਆ ਗਈ ਉਹਨਾਂ ਦੀ ਆਪਣੀ। ਜੀ ਹੁਣ ਇਹ ਮੰਨ ਤਾਂ ਉਹਨਾਂ ਨੇ ਲਿਆ ਵੀ ਉਹ ਪੁਰਾਣੀ ਸੱਟ ਹੈ, ਵੀ ਉਹ ਕਿਤੇ ਨਾ ਕਿਤੇ ਸਮਝੌਤਿਆਂ ਦੇ ਵਿੱਚ ਕਈ ਘੁੰਡੀਆਂ ਨੇ, ਜਾਂ ਤਾਂ ਉਹ ਮਹਿੰਗੇ ਨੇ ਜਾਂ ਸਸਤੇ ਨੇ, ਜਾਂ ਉਹਦੇ ਲਈ ਕੋਈ ਟਾਈਮ ਦੀ ਪ੍ਰੋਬਲਮ ਹੈ, ਜਾਂ ਕੁਛ ਕਾਨੂੰਨੀ ਦਾ ਪੇਚ ਨੇ। ਉਹਨਾਂ ਸਾਰੇ ਕੁਛ ਨੂੰ ਖੋਲ੍ਹਣ ਦੇ ਲਈ ਸਾਨੂੰ ਥੋੜ੍ਹਾ ਟਾਈਮ ਲੱਗੂਗਾ, ਵਕਤ ਲੱਗੂਗਾ। ਜਿੱਦਣ ਅਸੀਂ ਉਹ ਸਾਰਾ ਕੁਛ ਸੈੱਟ ਕਰ ਲਿਆ ਉਦੋਂ ਤੁਸੀਂ ਦੇਖੋਗੇ ਵੀ ਇਹ ਬਿਜਲੀ ਵਾਲਾ ਕੰਮ ਤਾਂ ਜਮਾਂ ਲੀਹ 'ਤੇ ਲੈ ਆਵਾਂਗੇ, ਟੈਨਸ਼ਨ ਹੀ ਕੋਈ ਨਹੀਂ। ਜੀ ਸੰਧਾਲੀਆ ਸਾਹਿਬ, ਇਹ ਜਾਣੀ ਬਿਜਲੀ ਸਮਝੌਤਿਆਂ ਦੇ ਮੁੱਦੇ ਤੇ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਨਾ, ਹੈ ਔਖਾ। ਸਮਝੌਤੇ ਤੋੜਨੇ, ਰੱਦ ਕਰਨੇ, ਉਹਦੇ ਵਿੱਚ ਕੁਝ ਕਰਨਾ, ਉਹ ਤਾਂ ਬਹੁਤ ਦੂਰ ਦੀ ਗੱਲ ਹੈ। ਜੇ ਕਰ ਜਾਣ ਤਾਂ ਭਲੀ। ਇੱਥੇ ਤਾਂ ਵਾਈਟ ਪੇਪਰ ਲਿਆਉਣ ਕਰਕੇ 5 ਸਾਲ ਕਢਾ ਕਰ ਦਿੰਦੇ, ਤਾਂ ਵਾਈਟ ਪੇਪਰ ਨਹੀਂ ਲਿਆਉਂਦੇ ਬੰਦੇ। ਨਹੀਂ, ਵਾਈਟ ਪੇਪਰ ਤਾਂ ਬਾਜਵਾ ਸਾਹਿਬ ਨੇ ਮੰਗਿਆ। ਹਾਂ, ਉਹ ਕਹਿੰਦੇ ਬਿਜਲੀ ਦੇ ਪਹਿਲਾਂ ਵਾਈਟ ਪੇਪਰ ਪੇਸ਼ ਕਰੋ। ਤੁਸੀਂ ਦੇਖੋ ਉਹਨਾਂ ਨੇ ਪਿਛਲੀ ਵਾਰੀ ਵੀ ਮੰਗਿਆ ਸੀ। ਮੈਨੂੰ ਇਹ ਆ ਵੀ ਚਲੋ ਪਿਛਲੀ ਵਾਰ ਵਾਲਿਆਂ ਨੇ ਤਾਂ ਚਿੱਠੀ ਵੀ ਨਹੀਂ ਪੜ੍ਹੀ, ਹੁਣ ਵਾਲੇ ਚਿੱਠੀ ਪੜ੍ਹ ਕੇ ਜਵਾਬ ਤੇ ਦੇਣ ਨਾ ਉਹਨਾਂ ਦਾ। ਚਾਹੇ ਜਵਾਬ ਹੀ ਦੇ ਦੇਣ ਪਰ ਲਿਖਤੀ ਜਵਾਬ ਦੇਣ। ਹਾਂ, ਲਿਖਤੀ ਜਵਾਬ ਦੇਣ। ਅੱਛਾ ਸੰਧਾਲੀਆ ਸਾਹਿਬ, ਮੈਂ ਇੱਥੇ ਗੱਲ ਕਰਨੀ ਸੀ, ਵੈਸੇ ਹੀ ਆਈ। ਨਹੀਂ ਕਰੋ ਨਹੀਂ, ਮੈਂ ਕਿਹਾ ਜੇ ਕੋਰਟ ਦੀ ਗੱਲ ਰੱਖਣੀ, ਮਨ ਚ ਨਹੀਂ ਰੱਖਣੀ। ਕਈ ਵੇਲੇ ਹੁੰਦਾ ਵੀ ਯਾਰ ਪਤਾ ਨਹੀਂ ਯਾਰ ਮਨ ਚ ਲੈ ਕੇ ਹੀ ਤੁਰ ਗਿਆ। ਕਈ ਵਾਰੀ ਨਾ ਪ੍ਰਾਹੁਣੇ ਆਉਂਦੇ ਆ, 3-4 ਗੱਲਾਂ ਆਪਾਂ ਇਦਾਂ ਕਰਦੇ ਆ, ਉਹਦੇ ਵਿੱਚੋਂ ਕੋਈ ਨਾ ਕੋਈ ਗੱਲ ਵੈਸੇ ਹੀ ਚੇਤੇ ਨਹੀਂ ਰੱਖਦੇ, ਪਰ ਉਹ ਹੁੰਦੀ ਮਹੱਤਵਪੂਰਨ ਹੈ। ਮੈਨੂੰ ਫੇਰ ਲੱਗਿਆ ਕਿ ਆਪਣਾ ਪੱਤਰਕਾਰ ਭਾਈਚਾਰਾ ਵੀ, ਆਮ ਲੋਕਾਂ ਦੇ ਵਿੱਚ ਵੀ ਇਹੀ ਚਰਚਾ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਆਹ ਕੀਤੀ ਜੇ ਗੱਲ ਕਰਤਾ ਨਾ ਕੰਮ ਪਹਿਲੇ 6 ਮਹੀਨਿਆਂ ਦੇ ਵਿੱਚ ਇਦਾਂ ਹੁੰਦੀ ਆ। ਵਿਰੋਧੀ ਕਹਿੰਦੇ ਜੀ ਆ ਦੇਖੋ 600 ਤੋਂ ਬਾਅਦ ਜਦੋਂ ਬਿੱਲ ਆਇਆ ਪਤਾ ਤੁਹਾਨੂੰ ਵੇਖ ਲੱਗਣਾ। ਉਹ ਕਹਿੰਦੇ ਜੀ ਬੱਚਤ ਕਰ ਲਓ। ਪਰ ਇਸੇ ਬਿਆਨ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਆਖੀ, ਉਹ ਕਹਿੰਦੇ ਜੀ ਘਾਟਾ ਬੜਾ ਪੰਜਾਬ ਦਾ, ਕਰਜ਼ ਝੜ ਗਿਆ ਪੰਜਾਬ ਦੇ ਸਿਰ। ਮੈਨੂੰ ਲੱਗਦਾ ਕਿ ਬਿਜਲੀ ਮੁਫਤ ਦੇਣੀ ਕਿ ਨਹੀਂ ਦੇਣੀ, ਇਹਦੇ ਵਿੱਚੋਂ ਪੰਜਾਬ ਦਾ ਕਿੰਨਾ, ਹਾਂ ਲੋਕਾਂ ਨੂੰ ਥੋੜਾ ਜਿਹਾ ਬੋਝ ਘਟੂਗਾ, ਪਰ ਪੰਜਾਬ ਜੇ ਕਿ ਉੱਪਰ ਚਲ ਜੇ ਨਾ। ਉਹ ਕਹਿੰਦੇ ਜੀ ਪੰਜਾਬ ਦੇ ਸਿਰ ਕਰਜ਼ਾ ਚੜ ਗਿਆ। ਇਹ ਮੁੱਖ ਮੰਤਰੀ ਦਾ ਕਹਿਣਾ ਹੈ, ਤੇ ਮੈਨੂੰ ਚੰਗਾ ਲੱਗਿਆ ਕਿ 6 ਮਹੀਨਿਆਂ ਦੇ ਵਿੱਚ ਕਹਿਤਾ, ਪਰ ਕੰਮ ਕਰਕੇ ਦਿਖਾਉਣ। ਉਹ ਕਹਿੰਦੇ ਜੀ ਕਰਜ਼ਾ ਚੜ ਗਿਆ, ਕਾਲਜ ਤਾਂ ਕੋਈ ਬਣਿਆ ਨਾ, ਹਸਪਤਾਲ ਤਾਂ ਬਣਿਆ ਨਾ, ਸਰਕਾਰੀ ਯੂਨੀਵਰਸਿਟੀ ਤਾਂ ਬਣੀ ਨਾ, ਡਿਵੈਲਪਮੈਂਟ ਦੇ ਉੱਤੇ ਤਾਂ ਪੈਸਾ ਲੱਗੇ ਨਾ, ਕਰਜ਼ਾ ਕਿੱਦਾਂ ਚੜ ਗਿਆ? ਕਹਿੰਦੇ ਮੈਨੂੰ ਸਾਰਾ ਪਤਾ। ਉਹ ਜਿਹੜੇ ਪੈਸੇ ਆ, ਜੇ ਪੰਜਾਬ 'ਚ ਹੋਇਆ ਕੁਛ ਨਹੀਂ ਤੇ ਕਰਜ਼ੇ ਵਾਲੇ ਪੈਸੇ ਗਏ ਕਿੱਥੇ? ਕੋਈ ਕਹਿੰਦੇ ਜੀ ਉਹ ਪਹਾੜਾਂ ਦੇ ਖੋਡਿਆਂ 'ਚ ਪਏ ਆ, ਉਹਨਾਂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਲੋਕਾਂ ਨੂੰ ਪਤਾ ਲੱਗ ਗਿਆ। ਕੋਈ ਉਹ ਪਰਲੇ ਪਾਸੇ ਪਏ ਆ, ਕਹਿੰਦੇ ਰਿਕਵਰੀ ਹੋਊਗੀ, ਰਿਕਵਰੀ। ਮੈਂ ਕਹਿੰਦਾ ਕਿ 4-6 ਮਹੀਨੇ ਡਿਵੈਲਪਮੈਂਟ ਦੇ ਉੱਤੇ ਭਗਵੰਤ ਮਾਨ ਸਾਹਿਬ ਲਾ ਲੈਣ। ਆ ਸਾਡੇ ਨਿਆਣਿਆਂ ਦੀਆਂ ਨੌਕਰੀਆਂ ਵਾਲਾ ਕੰਮ ਜਿਹੜਾ ਇੱਕ ਬੋਰਡ ਦੇ ਜਿਹੜਾ ਢਾਂਚਾ ਭੰਗ ਕੀਤਾ ਉਹ ਵੀ ਕਰ ਲੈਣ। 5-6 ਮਹੀਨੇ ਬਾਅਦ ਸਿੱਧੇ ਜ਼ਰੂਰ ਹੋ ਜਾਣ। ਜੇ ਕਿਸੇ ਵੀ ਅਫਸਰ ਨੇ, ਲੀਡਰ ਨੇ, ਕਿਸੇ ਵੀ ਬੰਦੇ ਨੇ ਪੰਜਾਬ ਦੇ ਲੋਕਾਂ ਦੇ ਉੱਤੇ ਖਰਚ ਹੋਣ ਵਾਲਾ ਪੈਸਾ ਆਪਦੇ ਘਰ ਤੇ ਖਰਚਿਆ, ਕਿਸੇ ਵੀ ਤਰੀਕੇ ਦਾ ਘਪਲਾ ਕੀਤਾ, ਠੋਕ ਕੇ ਰਿਕਵਰੀ ਕਰੋ। ਪੰਜਾਬ ਦੇ ਖਜ਼ਾਨੇ 'ਚ ਰੌਣਕ ਹੋਊ। 2-4 ਕਾਂ ਟੰਗੋ, ਭਵਿੱਖ ਦੇ ਵਿੱਚ ਕੋਈ ਬੰਦਾ ਘਪਲਾ ਨਾ ਕਰੂ। ਬਿਜਲੀ ਸਸਤੀ ਕੀਤੀ, ਮਹਿੰਗੀ ਕੀਤੀ, ਕਿਹਨੂੰ ਕਿੰਨੀ ਦੇਣੀ ਉਹ ਵੱਖਰੀ ਗੱਲ ਹੈ। ਪਰ ਮੈਨੂੰ ਲੱਗਾ ਕਿ ਆ ਜਿਹੜਾ ਉਹਨਾਂ ਨੇ 30 ਸਕਿੰਟ ਇਸ ਮਸਲੇ ਤੇ ਲਾਏ ਨਾ ਕਿ ਰਿਕਵਰੀ ਕਰਨੀ ਹੈ, ਹੋਇਆ ਪੰਜਾਬ 'ਚ ਕੁਛ ਨਹੀਂ, ਕਰਜ਼ਾ ਚੜ ਕਿੱਦਾਂ ਗਿਆ, ਜੇ ਕਿਤੇ ਇਹਦੇ ਉੱਤੇ ਕੋਈ ਵਾਈਟ ਪੇਪਰ ਲੈ ਹੁਣ ਕਾਰਵਾਈ ਕਰ ਦੇਣ, ਲੋਕੀ ਚੇਤੇ ਰੱਖਣਗੇ। ਨਹੀਂ, ਚੇਤੇ ਰੱਖਣਗੇ। ਇੱਕ ਆਪ ਹੋਰ ਇਹ 'ਚ ਬੇਨਤੀ ਕਰਦੇ ਆ, ਉਹ ਵੀ ਉਹਨਾਂ ਨੇ ਹਲਕਾ ਜਿਹਾ ਉਹਦੇ ਬੜੇ ਇਸ਼ਾਰਾ ਕੀਤਾ। ਉਹ ਕਹਿੰਦੇ ਦੇਖੋ ਕਾਰਨ ਇਹ ਆ ਵੀ ਪ੍ਰਵਾਸੀ ਪੰਜਾਬੀ ਕਿੱਥੇ ਕਿੱਥੇ ਵੱਸਦੇ। ਫਿਰ ਉਹਨੇ ਪੰਜਾਬ ਜ਼ਿਕਰ ਕੀਤਾ, ਕਹਿੰਦਾ ਪੰਜਾਬ ਕਿਤੇ ਇੱਥੇ ਥੋੜ੍ਹਾ, ਇੱਕੋ ਸਟੇਟ ਹੈ ਇੰਡੀਆ ਦਾ ਜਿਹੜਾ ਦੁਨੀਆ 'ਚ ਕਈ ਥਾਵਾਂ 'ਤੇ ਆ। ਫਿਰ ਜਿੰਨੇ ਸ਼ਹਿਰ ਸੀਗੇ, ਚਾਹੇ ਉਹ ਕੈਨੇਡਾ ਦੇ ਲਾ ਲਓ, ਆਸਟ੍ਰੇਲੀਆ ਦੇ ਲਾ ਲਓ, ਅਮਰੀਕਾ ਦੇ, ਇੰਗਲੈਂਡ ਦੇ, ਸਾਰੇ ਗਾਹ 'ਤੇ। ਫਿਰ ਕਹਿੰਦੇ ਉਹਨਾਂ ਦੇ ਫੋਨ ਆਉਂਦੇ ਆ, ਉਹ ਕਹਿੰਦੇ ਵੀ ਸਾਨੂੰ ਦੱਸੋ ਯਾਰ ਵੀ ਕੀ ਕਰੀਏ, ਸਾਡੇ ਕੋਲੇ ਖਰਚਾ ਹੈਗਾ, ਤੁਸੀਂ ਸਾਡੇ ਕੋਲੋਂ ਕਰਾ ਲਓ, ਕੀ ਕਰਾਉਣਾ। ਇਹ ਕਹਿੰਦੇ ਕਿਉਂ ਆਉਣ ਲੱਗੇ ਫੋਨ? ਪਹਿਲਾਂ ਦਾ ਉਹ NRI ਸੰਮੇਲਨ ਵੀ ਹੁੰਦਾ ਸੀ, ਅਗਲਾ ਕਹਿੰਦਾ ਉਸੇ ਵੇਲੇ ਕਹਿੰਦਾ ਵੀ ਭਰਾਵਾ ਮੇਰੀ ਟਿਕਟ ਹੋਈ ਵੀਰ, ਮੈਨੂੰ ਜਾਣ ਦੇ, ਮੈਂ ਸੰਮੇਲਨ ਤੋਂ ਕੁਝ ਨਹੀਂ ਲੈਣਾ। ਤੇ ਹੁਣ ਅਗਲਾ ਫੋਨ ਕਰਕੇ ਆਂਦਾ ਵੀ ਯਾਰ ਮੇਰੇ ਕੋਲੋਂ ਕਰਾ ਲਓ ਜੋ ਤੁਸੀਂ ਕਰਾਉਣਾ। ਇਹਦਾ ਮਤਲਬ ਇਹ ਹੋ ਗਿਆ ਫਿਰ ਉਹਨੂੰ ਵਿਸ਼ਵਾਸ ਵੱਧ ਗਿਆ। ਇਹ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਹੈ। ਹੁਣ ਸਵਾਲ ਇਹ ਹੈ ਵੀ ਜਿਹੜਾ ਬੰਦਾ ਤਾਂ ਵਿਚਾਰਾ ਬਾਹਰ ਆਇਆ, ਹੁਣ ਇਹ ਤਾਂ ਹੈ ਨਹੀਂਗਾ ਵੀ ਉੱਥੇ ਉਹ ਬੜਾ ਰਾਜਦਾ ਪੁੱਜਦਾ ਸੀਗਾ, ਇਸ ਕਰਕੇ ਉਹਨੇ ਕਿਹਾ ਚੱਲ ਬਾਹਰ ਚੱਲਦੇ ਹਾਂ। ਬਾਹਰ ਜਾ ਕੇ ਵੈਸੇ ਹੀ ਇੱਥੇ ਉਹਨੂੰ 3-4 ਰੁੱਖ ਮਿਲ ਗਏ ਜਿੱਦਾਂ ਆਪਾਂ ਨੂੰ ਲੱਭੇ ਆ, ਰੋਜ਼ ਡਾਲਰ ਤੋੜ ਲਏ ਰੱਖ ਲਏ, ਡਾਲਰ ਤੋੜ ਲਏ ਰੱਖ ਲਏ। ਉਦੋਂ ਨਾਲ ਹੁਣ ਕੀ ਕਰੀਏ? ਕਹਿੰਦਾ ਯਾਰ ਹੁਣ ਪੰਜਾਬ ਨੂੰ ਭੇਜ ਦੇਣੇ ਥੋੜ੍ਹੇ ਜਿਹਾ ਨਾ, ਇੱਦਾਂ ਦੇ ਹੈ ਨਹੀਂ। ਇਹਦਾ ਮਤਲਬ ਉਹ ਵਿਚਾਰੇ ਬੰਦੇ ਉੱਥੋਂ ਵੀ ਮਿਹਨਤ ਕਰਦੇ ਆਏ, ਇੱਥੇ ਆ ਕੇ ਵੀ ਮਿਹਨਤਾਂ ਕੀਤੀਆਂ, ਪਰ ਫਿਰ ਵੀ ਧੜਕਦੇ ਉੱਥੇ ਹੀ ਹੈ ਵੀ ਯਾਰ ਜੇ ਕੁਛ ਕਰ ਸਕਦੇ ਤਾਂ ਆਪਾਂ ਕਰ ਲਈਏ। ਉਹਨਾਂ ਖਾਧਾ ਤੇ ਕੁਛ ਨਹੀਂ।
ਹੁਣ ਸਵਾਲ ਇਹ ਆ ਵੀ ਜਿਹੜੇ ਬੰਦਿਆਂ ਦਾ ਲਗਾ ਆ ਜੇ ਉਹ ਦੇਣ ਨੂੰ ਤਿਆਰ ਨੇ ਇੱਥੇ ਸਾਰਾ ਕੁਝ, ਤੇ ਜਿਨ੍ਹਾਂ ਨੇ ਖਾਧਾ ਹੀ ਪੰਜਾਬ ਦਾ ਉਹਨਾਂ ਕੋਲੋਂ ਕਿਉਂ ਨਾ ਲਿਆ ਜਾਵੇ ਬਈ? ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ, ਜੇ ਕਿਤੇ ਯਕੀਨ ਭਰੋਸੇ ਵਾਲਾ ਵਾਤਾਵਰਣ ਬਣਾ ਲੈਣ। ਕਿਉਂਕਿ ਕਈ ਵਾਰੀ ਕਿ ਟਿੱਪਣੀਆਂ ਕਰਦੇ, ਜੇ ਤੁਸੀਂ ਸਰਕਾਰ ਦੀ ਐਂ ਕਰਦੇ ਹੋ, ਉਹਦੀ ਗੱਲ ਐਂ ਕਰਦੇ ਹੋ, ਅਸੀਂ ਨਹੀਂ ਕਰਦੇ। ਘੱਟੋ ਘੱਟ ਪੰਜਾਬ ਨੂੰ ਉਸਾਰਨ ਦੇ ਲਈ ਜਿਹੜੀ ਚੀਜ਼ ਦੀ ਲੋੜ ਹੈ, ਜੇ ਕੋਈ ਚੰਗੀ ਹੋ ਰਹੀ ਹੈ ਉਹ ਤੋਂ ਚੰਗੀ ਹੈ, ਜਿਹੜੀ ਮਾੜੀ ਹੋ ਰਹੀ ਹੈ ਉਹ ਮਾੜੀ ਹੈ। ਯਕੀਨ ਤੇ ਭਰੋਸਾ ਬਹਾਲ ਹੋ ਜਾਏ। ਬੜੀਆਂ ਸਰਕਾਰਾਂ ਆਈਆਂ, ਬੜੀਆਂ ਗਈਆਂ, ਬੜੇ ਲੀਡਰਾਂ ਤੋਂ ਪੰਜਾਬ ਦੇ ਲੋਕਾਂ ਨੂੰ ਆਸਾਂ ਵੱਜੀਆਂ, ਢਹਿ ਢੇਰੀ ਹੋਈਆਂ। ਇੱਥੇ ਵੀ ਢਹਿ ਢੇਰੀ ਹੋਣਗੀਆਂ ਤਾਂ ਠੋਕ ਵਜਾ ਕੇ ਗੱਲ ਕਰਾਂਗੇ, ਪਰ ਜਦੋਂ ਤੱਕ ਨਹੀਂ ਢਹਿ ਢੇਰੀ ਹੁੰਦੀਆਂ ਉਦੋਂ ਤੱਕ ਗੱਲ ਕਰਨੀ ਪਊਗੀ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਮੈਨੂੰ ਐਂ ਲੱਗਦਾ ਹੁੰਦਾ ਕਿ ਲੋਕਾਂ ਦੀ ਆਲੋਚਨਾ ਨਾ ਕੰਮ ਕਰਦੀ ਹੈ, ਵਿਰੋਧੀ ਧਿਰਾਂ ਦੀ ਆਲੋਚਨਾ ਕੰਮ ਕਰਦੀ ਹੈ। ਕ੍ਰਿਕਟਰ ਹਰਭਜਨ ਸਿੰਘ ਹੋਰੀ ਨੇ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਮੈਂਬਰ ਬਣਾਏ। ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਮੈਂਬਰਸ਼ਿਪ ਲਈ ਕਿ ਨਹੀਂ ਲਈ, ਕਿਉਂਕਿ ਰਾਜ ਸਭਾ ਦੇ ਮੈਂਬਰ ਜੇ ਕੋਈ ਪਾਰਟੀ ਬਣਾਉਂਦੀ ਹੈ ਤਾਂ ਮੈਂਬਰਸ਼ਿਪ ਲੈਣ ਦੀ ਲੋੜ ਨਹੀਂ ਹੁੰਦੀ ਪਾਰਟੀ ਦੀ, ਕਿਉਂਕਿ ਉੱਥੇ ਤਾਂ ਤੁਸੀਂ ਸਿਆਣੇ ਬੰਦਿਆਂ ਨੂੰ ਵੈਸੇ ਹੀ ਭੇਜ ਦਿੰਦੇ ਹੋ। ਹੁਣ ਹਰਭਜਨ ਸਿੰਘ ਹੋਰੀ ਕ੍ਰਿਕਟਰ ਨੇ, ਪਹਿਲਾਂ ਚਰਚਾ ਚੱਲੀ ਜੀ, ਅਕਾਲੀ ਦਲ ਚੱਲਿਆ, ਭਾਜਪਾ ਚੱਲਿਆ, ਕਾਂਗਰਸ ਚੱਲਿਆ, ਕਈ ਪਾਸੇ ਚਰਚਾ ਚੱਲੀ। ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਬਣ ਗਏ। ਬੜੀ ਰੌਲਾ ਪਿਆ ਜੀ, ਕਿਸਾਨ ਅੰਦੋਲਨ ਚੱਲਦਾ ਸੀ, ਇਹ ਤਾਂ ਬੋਲੇ ਨਹੀਂ ਸੀ, ਦੇਖੋ ਜੀ ਇਹਨਾਂ ਦੀ ਕੀ ਦੇਣ ਹੈ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪ੍ਰੈਸ਼ਰ ਕ੍ਰੀਏਟ ਹੋਇਆ ਹੋਊਗਾ, ਤੇ ਹੁਣ ਉਹਨਾਂ ਨੇ ਕਹਿਤਾ ਜੀ ਮੈਨੂੰ ਜਿੰਨੀ ਰਾਜ ਸਭਾ ਮੈਂਬਰ ਦੇ ਤੌਰ ਤੇ ਤਨਖਾਹ ਮਿਲੂਗੀ, ਮੈਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਬੱਚੀਆਂ ਦੀ ਪੜ੍ਹਾਈ ਤੇ ਡਿਵੈਲਪਮੈਂਟ ਦੇ ਉੱਤੇ ਲਾਉਂਗਾ। ਬਹੁਤ ਚੰਗੀ ਗੱਲ ਹੈ। ਹਰਭਜਨ ਸਿੰਘ ਹੋਰਾਂ ਦੇ ਕੋਲੇ ਪੈਸੇ ਦੀ ਕੋਈ ਕਮੀ ਨਹੀਂ, ਸਾਧਨਾਂ ਦੀ ਕੋਈ ਕਮੀ ਨਹੀਂ, 4 ਪੈਸੇ ਜੋ ਖਰਚ ਵੀ ਦੇਣਗੇ ਤਾਂ ਕੋਈ ਰੌਲੇ ਵਾਲੀ ਗੱਲ ਹੀ ਨਹੀਂ। ਅਸੀਂ ਸ਼ਲਾਘਾ ਕਰਦੇ ਹਾਂ ਕਿ ਸਾਰੇ ਹੀ ਜਿਹੜੇ ਮੈਂਬਰ ਪਾਰਲੀਮੈਂਟ ਨੇ, ਜੇ ਕਿਸੇ ਦੇ ਕੋਲੇ 4 ਪੈਸੇ ਹੈਗੇ ਆ ਕਰੋ, ਪਰ ਇਹਦੇ ਨਾਲ ਨਾਲ ਅਸੀਂ ਇੱਕ ਬੇਨਤੀ ਕਰਦੇ ਹਾਂ ਕਿ ਠੀਕ ਹੈ ਤੁਸੀਂ 2 4 6 8 10 ਬੱਚਿਆਂ ਦੀ ਸਾਲ 'ਚ ਪੜ੍ਹਾਈ ਕਰਾ ਦਿਓਗੇ, ਪਰ ਹਰਭਜਨ ਸਿੰਘ ਜੀ ਅਸੀਂ ਇੱਕ ਉਮੀਦ ਕਰਦੇ ਹਾਂ ਤੇ ਤੁਹਾਡੇ ਰਾਹੀਂ ਇਹ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਬੇਨਤੀ ਕਰਦੇ ਹਾਂ, ਇਹ ਤਾਂ ਤੁਹਾਡੀ ਤਨਖਾਹ ਆ, ਤੁਹਾਡਾ ਧੰਨਵਾਦ ਕਿ ਤੁਸੀਂ ਇੱਧਰ ਸੋਚਿਆ, ਪਰ ਜਿਹੜੀ ਤੁਹਾਨੂੰ ਉੱਥੇ 6 ਸਾਲ ਦੇ ਲਈ ਕੁਰਸੀ ਮਿਲੀ ਆ, ਉਹ ਕੁਰਸੀ ਦੇ ਮੂਹਰੇ ਇੱਕ ਟੇਬਲ ਹੁੰਦਾ ਤੇ ਟੇਬਲ ਦੇ ਮੂਹਰੇ ਇੱਕ ਮਾਈਕ ਲੱਗਾ ਹੁੰਦਾ, ਤੇ ਜੇ ਤੁਸੀਂ ਉਸ ਮਾਈਕ ਦੇ ਵਿੱਚ ਦੀ ਬੋਲਣਾ ਚਾਹੋ ਤਾਂ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਤੁਹਾਡੇ ਸ਼ਬਦ ਰਿਕਾਰਡ ਹੁੰਦੇ ਆ ਤੇ ਉਹਨਾਂ ਦੇ ਉੱਤੇ ਅਮਲ ਬਹੁਤੀ ਵਾਰੀ ਸਰਕਾਰਾਂ ਨੂੰ ਕਰਨਾ ਪੈਂਦਾ। ਤਾਂ ਜੇ ਤੁਸੀਂ ਤਨਖਾਹ ਇੱਧਰ ਬੱਚੀਆਂ ਦੇ ਲਈ ਖਰਚਣ ਦੇ ਨਾਲ ਨਾਲ ਜੇ ਕਿਤੇ 6 ਸਾਲ ਆਪਣੇ ਬੋਲ ਪੰਜਾਬ ਦੇ ਲੋਕਾਂ ਦੇ ਲਈ, ਭਾਰਤ ਭਰ ਦੇ ਜਿਹੜੇ ਕਿਸਾਨ ਨੇ, ਮਜ਼ਦੂਰ ਨੇ, ਉਹਨਾਂ ਦੀਆਂ ਬੱਚੀਆਂ ਦੀ ਪੜ੍ਹਾਈ ਤੇ ਭਲਾਈ ਦੇ ਲਈ ਠੋਕ ਵਜਾ ਕੇ ਵਰਤੋਂ, ਤਾਂ ਹੋ ਸਕਦਾ ਵੈਸੇ ਤੁਸੀਂ 100 ਬੱਚੀਆਂ ਦੀ ਭਲਾਈ ਕਰੋ, ਉੱਦਾਂ ਲੱਖ ਬੱਚੀਆਂ ਦੀ ਭਲਾਈ ਕਰ ਦੋਗੇ। ਆਪਣਾ ਮੇਨ ਜਿਹੜਾ ਤੁਹਾਡਾ ਕਰਤੱਵ ਹੈ, ਜਿਹੜਾ ਤੁਹਾਡਾ ਫਰਜ਼ ਹੈ, ਉਹਦੇ ਉੱਤੇ ਸਿਆਸਤ ਨਾ ਹਾਵੀ ਹੋਣ ਦਿਓ। ਨਹੀਂ, ਇਹ ਬਹੁਤ ਵਧੀਆ ਗੱਲ ਹੈ, ਕਿਉਂਕਿ ਕਾਰਨ ਇਹ ਹੋ ਸਕਦਾ ਅਗਲਾ ਬੰਦਾ ਆ ਕੇ ਯਾਰ ਤੁਸੀਂ ਕਾਹਨੂੰ ਸਲਾਹਾਂ ਦਿੰਦੇ ਹੋ। ਦੇਖੋ ਅਸੀਂ ਸਲਾਹ ਨਹੀਂ ਦਿੰਦੇ, ਆਪਾਂ ਸਿਰਫ ਜਿਹੜੀ ਪਿਛਲੀ ਚੀਜ਼ ਹੁੰਦੀ ਆਈ ਆ ਆਪਾਂ ਸਿਰਫ ਉਹਦੇ ਡਰ ਦਾ ਕਰਕੇ ਕਹਿੰਦੇ, ਕਿਉਂਕਿ ਬਹੁਤ ਸਾਰੇ ਲੈਜੈਂਡਰੀ ਕ੍ਰਿਕਟਰ ਸਾਹਿਬਾਨ, ਫਿਲਮੀ ਕਲਾਕਾਰ ਸਾਹਿਬਾਨ, ਉਹਨਾਂ ਸਾਰਿਆਂ ਨੂੰ ਉੱਥੇ ਸਤਿਕਾਰ ਦੇ ਤੌਰ ਤੇ ਰਾਜ ਸਭਾ ਮੈਂਬਰੀ ਮਿਲਦੀ। ਫਿਰ ਦੁੱਖ ਉਦੋਂ ਹੁੰਦਾ ਜਦੋਂ ਉਹ ਸਾਰਾ ਟਾਈਮ ਲੰਘ ਜਾਂਦਾ ਤੇ ਉਸ ਤੋਂ ਬਾਅਦ ਕਿਸੇ ਨਾ ਕਿਸੇ ਅਖਬਾਰ ਦੇ ਨੁੱਕਰ ਦੇ ਵਿੱਚ ਇੱਕ ਛੋਟੇ ਜਿਹੇ ਕਾਲਮ 'ਚ ਲਿਖਿਆ ਸਭ ਤੋਂ ਘੱਟ ਹਾਜ਼ਰੀਆਂ ਵਾਲੇ ਰਾਜ ਸਭਾ ਮੈਂਬਰ, ਤੇ ਫਿਰ ਉਹ ਇਹਨਾਂ ਹੀ ਸ਼ਖਸੀਅਤਾਂ ਦੇ ਨਾਂ ਹੁੰਦੇ, ਚੁੱਪ ਰਹਿਣ ਵਾਲੇ, ਹੈ ਨਾ। ਇਸ ਕਰਕੇ ਬੇਨਤੀ ਇਹ ਹੈ ਵੀ ਜੇ ਆਪਾਂ ਨੂੰ ਉਹ ਜਗ੍ਹਾ ਮਿਲ ਗਈ, ਉਹ ਜਗ੍ਹਾ ਉਹ ਹੈ ਜਿਸ ਜਗ੍ਹਾ ਦਾ ਵਾਕਿਆ ਹੀ ਬੜਾ ਮੁੱਲ ਹੈ। ਜਿੱਦਾਂ ਹੁਣ ਤੁਸੀਂ ਦੱਸਿਆ ਕਿ ਉਸ ਮਾਈਕ 'ਚੋਂ ਬੋਲਿਆ ਹੋਇਆ ਸ਼ਬਦ ਕਿਤੇ ਨਾ ਕਿਤੇ ਜਾ ਕੇ ਰਿਕਾਰਡ ਹੁੰਦਾ। ਸੋ ਜਦੋਂ ਇਹ ਤਾਂ ਹੈ ਨਹੀਂ ਵੀ ਉੱਥੇ ਉਹਨਾਂ ਨੇ ਵੀ 365 ਦਿਨ ਹੀ ਬਿਠਾ ਛੱਡਣਾ ਸਾਲ ਦੇ, ਪਰ ਜਦੋਂ ਵੀ ਉੱਥੇ ਟਾਈਮ ਹੋਵੇ, ਜਦੋਂ ਪਤਾ ਲੱਗੇ ਵੀ ਹਾਂਜੀ ਇਸ ਦਿਨ ਆਪਣੀ ਵਾਰੀ ਆਉਣੀ ਹੈ ਜਾਂ ਆਹ 2 ਦਿਨ ਮੇਰੀ ਉੱਥੇ ਹਾਜ਼ਰੀ ਜ਼ਰੂਰੀ ਹੈ, ਉਦੋਂ ਜ਼ਰੂਰ ਉੱਥੇ ਪਹੁੰਚਿਆ ਜਾਵੇ। ਮੁੱਦੇ ਜਿਹੜੇ ਨੇ ਉਹ ਜੇ ਉਹਨਾਂ ਨੂੰ ਲੱਗਦਾ ਵੀ ਜਿਹੜੀ ਪਾਰਟੀ ਨੇ ਸਾਨੂੰ ਰਾਜ ਸਭਾ ਮੈਂਬਰ ਬਣਾਇਆ ਉਹਨਾਂ ਦੇ ਨਾਲ ਡਿਸਕਸ ਕਰਕੇ ਕੋਈ ਗੱਲ ਕਰਨੀ ਜ਼ਰੂਰ, ਚਾਹੇ ਉਹ ਗਿਣਤੀ ਦੀਆਂ 4 ਲੈਣਾ ਹੋਣ, ਪਰ ਉਹ ਉੱਥੇ ਜਾ ਕੇ ਬੋਲੀਆਂ ਕਹੀਆਂ ਜ਼ਰੂਰ ਜਾਣ, ਤਾਂ ਜੋ ਕਿਤੇ ਨਾ ਕਿਤੇ ਉਹ ਗੱਲਾਂ, ਉਹ ਮੁੱਦੇ ਜਿਹੜੇ ਕਿ ਬੜੀ ਦੇਰ ਤੋਂ ਵਿਚਾਰੇ ਪੰਜਾਬ ਦੇ ਲੋਕਾਂ ਦੇ ਸ਼ਾਇਦ ਇੱਥੇ ਹੀ ਹੋ ਸਕਦਾ ਵੀ ਉਹ ਚੰਡੀਗੜ੍ਹ ਮੁੜ ਕੇ ਪਿਛਾਂਹ ਆ ਜਾਂਦੇ ਹੋਣ, ਉੱਥੋਂ ਤੱਕ ਪਹੁੰਚਣ ਤੇ ਸਹੀ ਵੀ ਯਾਰ ਮੰਗਾਂ ਹੈ ਕੀ ਨਹੀਂ। ਜ਼ਰੂਰੀ ਹੈ ਸੰਧਾਲੀਆ ਸਾਹਿਬ, ਜੇ ਕਿਤੇ ਉੱਥੇ ਤੱਕ ਅੱਪੜ ਜਾਣ, ਮੈਂ ਕਹਿੰਦਾ ਅੱਗੇ ਜਾ ਕੇ ਟਾਈਮ ਲੈਣਾ ਪਵੇ। ਹੁਣ ਉਹਨਾਂ ਨੇ ਕ੍ਰਿਕਟ ਛੱਡ ਦਿੱਤੀ ਹੈ, ਨਹੀਂ ਖੇਡ ਰਹੇ ਉਹ ਕ੍ਰਿਕਟ, ਇਸ ਕਰਕੇ ਉੱਥੇ ਹਾਜ਼ਰੀਆਂ 90% ਤੋਂ ਉੱਪਰ ਰੱਖੋ, ਵੱਧ ਤੋਂ ਵੱਧ ਡਿਬੇਟ ਦੇ ਵਿੱਚ ਹਿੱਸਾ ਲਓ, ਮੂੰਹ ਬੰਦ ਕਰੋ, ਨਹੀਂ ਤਾਂ ਹੋਰ ਖੁੱਲ ਜਾਣਗੇ। ਜਿਹੜੀ ਸਿੱਧੀ ਗੱਲ ਹੈ, ਜਾਂ ਬੰਦ ਕਰ ਦਿਓ ਜਾਂ ਜ਼ਿਆਦਾ ਖੁੱਲ ਜਾਣਗੇ। ਦੇਖੋ, ਮੂੰਹ ਬੰਦ ਕਰਨ ਵਾਲੀ ਗੱਲ ਤੇ ਕੇਜਰੀਵਾਲ ਸਾਹਿਬ ਨੇ ਵੀ ਕੀਤੀ ਹੈ। ਕੀ ਕਹਿੰਦੇ? ਉਹ ਕਹਿੰਦੇ ਜੀ ਦੇਖੋ ਪਹਿਲੀ ਗੱਲ ਤੇ ਇਹ ਹੈ ਵੀ ਮੈਂ ਵਧਾਈ ਦੇਣੀ ਚਾਹੁੰਦਾ ਭਗਵੰਤ ਮਾਨ ਹੋਰਾਂ ਨੂੰ ਜੀ। ਕਹਿੰਦੇ ਦੇਖੋ ਕਾਰਨ ਇਹ ਹੈ ਵੀ ਤੁਸੀਂ ਕੋਈ ਇਦਾਂ ਦੀ ਸਰਕਾਰ ਵੇਖੀਏ ਵੀ ਜਿਹੜੀ ਮਹੀਨੇ 'ਚ ਉਹ ਕੁਛ ਕਰਨ ਲੱਗ ਪਏ ਜੋ ਅਸੀਂ ਕਿਹਾ ਸੀ। ਕਹਿੰਦੇ ਇਸ ਕਰਕੇ ਹੋਇਆ, ਇੱਕ ਉਹਨਾਂ ਨੇ ਸ਼ਬਦ ਵਾਹਵਾ ਚਿਰ ਤੋਂ ਘੜ ਲਿਆ ਨਾ, ਕੱਟੜ ਇਮਾਨਦਾਰ ਜੀ। ਉਹ ਕਹਿੰਦੇ ਅਸੀਂ ਕੱਟੜ ਇਮਾਨਦਾਰ ਸਰਕਾਰ ਬਣਾਉਣੀ ਹੈ, ਉਹ ਅਸੀਂ ਬਣਾ ਲਈ। ਕੱਟੜ ਇਮਾਨਦਾਰ ਵਿਅਕਤੀ ਭਗਵੰਤ ਮਾਨ ਹੈ, ਜੋ ਅਸੀਂ ਕਿਹਾ ਅਸੀਂ ਉਸ ਪਾਸੇ ਤੁਰ ਪਏ। ਫਿਰ ਗੱਲ ਉੱਥੇ ਆ ਗਈ, ਕਹਿੰਦੇ ਅਜੇ ਵੀ ਬੜੇ ਬੰਦੇ ਕਹਿਣ ਲੱਗ ਪਏ ਯਾਰ ਪੈਸਾ ਪੈਸਾ, ਕਹਿੰਦੇ ਟੈਨਸ਼ਨ ਨਾ ਲਓ, ਪੈਸਾ ਤਾਂ ਆ ਜਾਣਾ ਜੀ। ਕਹਿੰਦੇ ਕਾਰਨ ਇਹ ਵੀ ਤੁਹਾਨੂੰ ਕੀ ਲੱਗਦਾ ਵੀ ਆਹ ਮਹੀਨੇ 'ਚ ਸਾਡੇ ਤੱਕ ਕੋਈ ਪਹੁੰਚੇ ਨਹੀਂ ਹੋਊਗਾ? ਬੰਦੇ ਆਏ, ਸਾਡੇ ਤੱਕ ਵੀ ਆਏ, ਮਾਨ ਸਾਹਿਬ ਤੱਕ ਵੀ ਆਏ, ਸਾਡੇ ਹੋਰਨਾਂ ਲੀਡਰਾਂ ਤੱਕ ਵੀ ਆਏ।
ਫਿਰ ਉਹਨਾਂ ਨੇ ਪੁੱਛਿਆ ਵੀ ਯਾਰ ਦੱਸੋ ਫਿਰ ਕਿਹੜਾ ਬੰਦਾ ਹੁੰਦਾ ਤੁਹਾਡਾ ਤੇ ਕੱਟ-ਕੁੱਟ ਕੀ ਹੁੰਦਾ। ਉਹਨਾਂ ਨੇ ਸ਼ਬਦ ਤੇ ਨਹੀਂ ਵਰਤਿਆ ਪਰ ਪੰਜਾਬ 'ਚ ਆਮ ਸ਼ਬਦ ਚੱਲਦਾ ਹੁੰਦਾ ਸੀ 75-25 ਵਾਲਾ ਵੀ ਉਹ ਹੋ ਸਕਦਾ ਉਹਨਾਂ ਨੇ ਇਸ਼ਾਰਾ ਕੀਤਾ ਵੀ 75-25 ਵਾਲੇ ਬੰਦੇ ਸਾਡੇ ਕੋਲ ਵੀ ਆਏ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਵੀਰ ਮੇਰੇ ਉਹ ਇਹ ਕੰਮ ਤੇ ਨਹੀਂਗਾ ਚੱਲਣਾ, ਸੋ ਕੰਮ ਕਰਨਾ ਤੇ ਸਹੀ ਕਰੋ, ਜੇ ਨਹੀਂ ਕਰਨਾ ਤੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਕੀ ਹੋਣਾ। ਇਹ ਕੇਜਰੀਵਾਲ ਸਾਹਿਬ ਦਾ ਕਹਿਣਾ ਵੀ ਉਹਨਾਂ ਤੱਕ ਬੰਦੇ ਆਏ, ਅਸੀਂ ਉਹਨਾਂ ਨੂੰ ਮਨਾ ਕਰਤਾ, ਜੇ ਤੇ ਇਦਾਂ ਹੋਇਆ ਤੇ ਸ਼ਾਬਾਸ਼ੀ ਵੀ ਚਲੋ ਤੁਸੀਂ ਹੌਸਲਾ ਰੱਖ ਲੈਣੇ ਤੇ ਘਰ ਆਈ ਲక్ష్ਮੀ ਕੌਣ ਮੋੜਦਾ ਜੇ, ਹੈ ਨਾ ਵੀਰ ਜੀ। ਪਰ ਚਲੋ ਫਿਰ ਵੀ ਉਹਨਾਂ ਨੇ ਮੋੜੀ। ਉਹ ਕਹਿੰਦੇ ਵੀ ਨਹੀਂ ਅਸੀਂ ਇਮਾਨਦਾਰ ਹਾਂ, ਅਸੀਂ ਭਾਈ ਸਾਹਿਬ ਦੇਸ਼ ਬਦਲਣਾ, ਅਸੀਂ ਦੇਸ਼ ਭਗਤ ਹਾਂ, ਅਸੀਂ ਪੜ੍ਹੇ ਲਿਖੇ ਹਾਂ, ਸਾਨੂੰ ਪਤਾ ਕਿ ਯਾਰ ਬੜੀ ਦੇਰ ਤੋਂ ਲੋਕ ਖਾ ਰਹੇ ਸੀ ਇੱਥੇ ਸਾਰਾ ਕੁਝ ਤੇ ਉਹ ਨਹੀਂ ਚਾਹੁੰਦੇ ਕਿ ਵੀ ਇਹ ਸਾਰਾ ਕੁਝ ਦਰੁਸਤ ਹੋਵੇ, ਕਿਉਂਕਿ ਪਤਾ ਵੀ ਉਹਨਾਂ ਹੀ ਲੋਕਾਂ ਦੇ ਹੱਥ 'ਚ ਸ਼ਿਕੰਜਾ, ਇੱਕ ਨਹੀਂ ਤੇ ਦੂਜਾ ਆਜੂ, ਦੂਜਾ ਨਹੀਂ ਤੇ ਤੀਜਾ ਆਜੂ, ਤੀਜਾ ਨਹੀਂ ਤੇ ਚੌਥਾ ਆਜੂ ਤੇ ਉਹਨਾਂ ਨੇ ਆਪਸ ਦੇ ਵਿੱਚ ਆਖਣਾ ਵੀ ਤੂੰ ਮੇਰਾ ਖਿਆਲ ਰੱਖੀ, ਮੈਂ ਤੇਰਾ ਰੱਖ ਲੂੰਗਾ ਖਿਆਲ। ਇਸ ਕਰਕੇ ਉਹ ਕਹਿੰਦੇ ਵੀ ਸਾਡੀ ਐਂਟਰੀ ਨਹੀਂ ਸੀ ਹੋਣ ਦਿੰਦੇ। ਹੁਣ ਸਾਡੀ ਐਂਟਰੀ ਹੋ ਗਈ ਹੈ ਤੇ ਅਸੀਂ ਇਸ ਮੌਕੇ ਨੂੰ ਗਵਾਉਣਾ ਨਹੀਂ। ਹੁਣ ਜੀ ਇਸ ਲੈਵਲ ਤਾਂ ਕੇਜਰੀਵਾਲ ਸਾਹਿਬ ਜਾਂ ਉਹਨਾਂ ਦੀ ਪਾਰਟੀ ਸੋਚਦੀ ਹੈ, ਜੋ ਉਹਨਾਂ ਨੇ ਕਹਿੰਦੇ ਨੇ ਜੇ ਉਹ ਵਾਕਈ ਸਹੀ ਹੈ ਫਿਰ ਤਾਂ ਲੱਗਦਾ ਕੁਛ ਕਰ ਜਾਣਗੇ। ਨਹੀਂ ਸੰਧਾਲੀਆ ਸਾਹਿਬ ਦੇਖੋ ਗੱਲ ਇਹ ਹੈ ਕਿ ਆਪਾਂ ਪਿਛਲੇ 4 ਪ੍ਰੋਗਰਾਮਾਂ ਦੇ ਵਿੱਚੋਂ 2 ਪ੍ਰੋਗਰਾਮ 'ਚ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਕੰਮ ਕਰਨਾ ਮਜਬੂਰੀ ਹੈ। ਅਰਵਿੰਦ ਕੇਜਰੀਵਾਲ ਬਹੁਤ ਚਰਚੇ ਚੱਲਦੇ ਜੀ ਦਿੱਲੀੋਂ ਚੱਲਦੀ ਹੈ ਸਰਕਾਰ, ਅਸੀਂ ਨਹੀਂ ਕਹਿੰਦੇ ਨਹੀਂ ਚੱਲਦੀ ਹੋਣੀ, ਹੋ ਸਕਦਾ ਚੱਲਦੀ ਹੋਵੇ, ਹੋ ਸਕਦਾ ਨਾ ਚੱਲਦੀ ਹੋਵੇ, ਹੋ ਸਕਦਾ ਉਹ ਕੇਵਲ ਸਲਾਹਕਾਰ ਹੋਣ ਜਿੱਦਾਂ ਬਾਕੀਆਂ ਦੇ ਹੁੰਦੇ ਆ, ਪਰ ਉਹਨਾਂ ਦੀ ਮਜਬੂਰੀ ਹੈ। ਜੇ ਤਾਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਥੇ ਖੜਨਾ ਹੀ ਕਿ ਬਸ ਠੀਕ ਹੈ ਜੀ ਦਿੱਲੀੋਂ ਬਾਅਦ ਪੰਜਾਬ ਦੇ ਆਪਾਂ ਹੁਣ ਠੀਕ ਆ, ਨਿਆਈਆਂ ਵਾਲਾ ਖੇਤ ਲੈ ਲਿਆ, ਉਹ ਤੋਂ ਬਾਅਦ ਜੋ ਮਰਜ਼ੀ ਹੁੰਦਾ ਵੀਰੇ ਆਪਾਂ ਨੂੰ ਕੋਈ ਰੌਲਾ ਗੋਲਾ ਨਹੀਂ। ਖੇਤ ਕੋ ਇੱਥੇ ਮਤਲਬ ਇਹ ਨਹੀਂ ਵੀ ਬੈ ਲੈ ਲਿਆ, ਵੱਧ ਤੋਂ ਵੱਧ 5 ਸਾਲਾਂ ਲਈ ਗਹਿਣੇ ਮੈਂ ਤਾਂ ਠੇਕੇ ਦੇ ਕਿਹਾ ਸੀ ਉਹ ਵੀ 1 ਸਾਲ ਲਈ, ਤੁਸੀਂ ਤਾਂ ਮੈਂ ਤਾਂ ਹੀ ਆਖਿਆ ਪੱਕੀ ਮੋਹਰ ਲਾਈ ਇਹਨਾਂ ਤੇ। ਹੁਣ ਆ ਜੇ ਬੰਦਾ ਠੀਕ ਵਿਹਾਰ ਠੀਕ ਹੋਵੇ ਬੰਦੇ ਦਾ ਫਿਰ ਤਾਂ ਚਲੋ ਬੰਦਾ ਕਹਿੰਦਾ ਚਲੋ ਕੋਈ ਨਹੀਂ, ਚਲੋ ਇਹ ਤਾਂ ਬੰਦਾ ਇਹ ਵੀ ਕਹਿੰਦਾ ਚਲ ਕੋਈ ਗੱਲ ਨਹੀਂ ਅਗਲੀ ਵਾਰੀ ਦੇ ਦਿਓ ਠੇਕਾ, ਕੀ ਪਤਾ ਆਲੂ ਵਿਕੇ ਨਹੀਂ। ਪਰ ਜੇ ਹਿਮਾਚਲ, ਗੁਜਰਾਤ, ਰਾਜਸਥਾਨ ਵਾਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਮਾੜਾ ਮੋਟਾ ਖੂਨ ਖੋਣਾ ਹੀ, ਉਹਨਾਂ ਨੂੰ ਪੰਜਾਬ 'ਚ ਕੰਮ ਕਰਨਾ ਹੀ ਪੈਣਾ ਤੇ ਵੇਲੇ ਸਿਰ ਕਰਨਾ ਪੈਣਾ। ਉਹ 4.5 ਸਾਲ ਮੁੱਕਦਿਆਂ ਦੀ ਉਡੀਕ ਨਹੀਂ ਕਰ ਸਕਦੇ ਤੇ ਉਹਦੇ ਸੰਕੇਤ ਸਾਨੂੰ ਮਿਲ ਗਏ। ਦੂਸਰੀ ਗੱਲ, ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਇਸ ਮੁੱਦੇ ਤੇ ਮੈਨੂੰ ਬਹੁਤ ਵਧੀਆ ਲੱਗੀ ਤੇ ਉਹ ਸਾਰੇ ਪੰਜਾਬੀਆਂ ਨੂੰ ਪੱਲੇ ਬੰਨਣੀ ਚਾਹੀਦੀ ਹੈ। ਹਾਲਾਂਕਿ ਉਹਦੇ ਪਿੱਛੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰੀ ਕਹਿੰਦੇ ਕਿ ਮੈਂ ਪਾਵਰਕਾਮ ਨੂੰ ਬੈਸਟ ਆਫ ਲੱਕ ਕਹਿਣਾ, ਪਾਵਰਕਾਮ ਜਿਉਂਦਾ ਕਿੱਦਾਂ ਰਹੂਗਾ। ਕਹਿੰਦੇ ਜੇ ਮੈਨੂੰ ਇਸ ਗੱਲ ਦੀ ਚਿੰਤਾ ਤੇ ਉਹਨਾਂ ਦੀ ਚਿੰਤਾ ਵਾਜਬ ਹੈ, ਬਹੁਤ ਜ਼ਿਆਦਾ ਵਾਜਬ ਹੈ, ਕਿਉਂਕਿ ਬਿਜਲੀ ਦੇਣੀ ਹੈ ਪਾਵਰਕਾਮ ਨੇ ਸਪਲਾਈ ਕਰਨੀ ਹੈ ਲੋਕਾਂ ਤੋਂ। ਪਾਵਰਕਾਮ ਬਿਜਲੀ ਖਰੀਦਦਾ ਹੈ, ਮੰਨ ਲਓ 100 ਰੁਪਏ ਦੀ ਪਾਵਰਕਾਮ ਨੇ ਬਿਜਲੀ ਖਰੀਦੀ, ਅੱਗੋਂ ਲੋਕਾਂ ਨੂੰ ਵੇਚੀ, ਉਹਨੂੰ 105 ਰੁਪਏ ਆ ਗਏ, ਮੰਨ ਲਓ ਉਹਨੂੰ 5 ਬਚ ਗਏ, ਉਹਨੇ 5 ਕਰਮਚਾਰੀਆਂ ਦੀ ਭਲਾਈ ਤੇ ਲਾਤੇ, ਦਫ਼ਤਰਾਂ ਤੇ ਲਾਤੇ ਇੱਧਰ ਉੱਧਰ। ਹੁਣ ਪਾਵਰਕਾਮ ਨੇ 100 ਦੀ ਬਿਜਲੀ ਖਰੀਦੀ ਤਾਂ 80 ਦੀ ਅਸੀਂ ਮੁਫਤ ਦੇ ਦਿੱਤੀ ਪੰਜਾਬ ਦੇ ਲੋਕਾਂ ਨੂੰ, ਜਿੱਦਾਂ ਅਮਨ ਅਰੋੜਾ ਸਾਹਿਬ ਨੇ ਕਿਹਾ। ਉਹ 80 ਰੁਪਏ ਜੇ ਤਾਂ ਪਾਵਰਕਾਮ ਦੇ ਕੋਲ ਪੰਜਾਬ ਸਰਕਾਰ ਨੇ ਦਿੱਤੇ ਕਿ ਭਾਈ ਸਾਡੇ ਕਹੇ ਤੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ, ਆ ਚੱਕੋ ਆਪਣੇ 80 ਰੁਪਏ, ਫਿਰ ਤਾਂ ਕੋਈ ਗੱਲ ਨਹੀਂ, ਜਿੱਦਾਂ ਦੇ ਹੈਗੇ ਆ ਉਦਾਂ ਦੇ ਰਹਿ ਜਾਾਂਗੇ। ਪਰ ਅੱਜ ਤੱਕ ਦਾ ਤਜਰਬਾ ਇਹ ਹੈ, ਬਹੁਤ ਸਾਰੇ ਡੀਸੀ ਦਫ਼ਤਰਾਂ ਦੇ ਬਿੱਲ ਹੀ ਨਹੀਂ ਜਾਂਦੇ, ਥਾਣਿਆਂ ਦੇ ਵਿੱਚ ਬਿੱਲ ਕਈਆਂ ਮਹੀਨਿਆਂ ਦੇ ਬਕਾਇਆ ਹੁੰਦੇ ਆ, ਹੋਰ ਬਹੁਤ ਸਾਰੇ ਸਰਕਾਰੀ ਦਫ਼ਤਰਾਂ ਦੇ ਬਕਾਇਆ ਹੁੰਦੇ ਆ। ਬਹੁਤ ਵਾਰ ਸਬਸਿਡੀ ਲੋਕਾਂ ਨੂੰ ਦੇ ਦਿੱਤੀ ਜਾਂਦੀ ਬਿਜਲੀ ਦੇ ਰੂਪ ਦੇ ਵਿੱਚ, ਪਾਵਰਕਾਮ ਨੂੰ ਪੈਸੇ ਨਹੀਂ ਆਉਂਦੇ ਤੇ ਉਹ ਹੌਲੀ ਹੌਲੀ ਡਿੱਗ ਜਾਂਦੇ ਆ। ਇਹ ਤਜਰਬਾ ਰਾਜਾ ਵੜਿੰਗ ਸਾਹਿਬ ਦਾ ਬੋਲਦਾ ਤੇ ਉਹਨਾਂ ਦੀ ਚਿੰਤਾ ਜਾਇਜ਼ ਹੈ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਜ਼ਰੂਰੀ ਹੈ ਕਿ ਭਾਈ ਜਦੋਂ 1 ਜੁਲਾਈ ਨੂੰ ਤੁਸੀਂ ਬਿਜਲੀ ਇਹ ਮੁਫਤ ਕਰਦੇ ਹੋ ਤਾਂ ਤੁਸੀਂ 4-5 ਮਹੀਨੇ ਬਾਅਦ ਇੱਕ ਸਟੇਟਮੈਂਟ ਜੀ ਜ਼ਰੂਰ ਦੇ ਦਿਓ ਕਿ ਭਾਈ ਆ ਦੇਖੋ ਅਸੀਂ ਇੰਨੇ ਰੁਪਈਆਂ ਦੀ ਬਿਜਲੀ ਜਿਹੜੀ ਪਾਵਰਕਾਮ ਦੀ ਲੋਕਾਂ ਨੂੰ ਮੁਫਤ ਦਿੱਤੀ ਸੀ ਤੇ ਪੰਜਾਬ ਸਰਕਾਰ ਦੇ ਖਜ਼ਾਨੇ 'ਚੋਂ ਇੰਨੇ ਪੈਸੇ ਪਾਵਰਕਾਮ ਨੂੰ ਟ੍ਰਾਂਸਫਰ ਕਰ ਦਿੱਤੇ ਆ। ਪਾਵਰਕਾਮ ਜਿਉਂਦਾ ਵੀ ਰੱਖਣਾ, ਤਕੜਾ ਵੀ ਕਰਨਾ, ਵਧੀਆ ਵੀ ਕਰਨਾ। ਪਰ ਗੱਲ ਇੱਕ ਹੈ, ਜਦੋਂ ਰਾਜਾ ਵੜਿੰਗ ਸਾਹਿਬ 300 ਯੂਨਿਟ ਹੁਣ ਮੁਫਤ ਹੋਈ ਹੈ ਨਾ, ਉਹ ਖੁਦ ਹੀ ਕਹਿੰਦੇ ਸੀ ਕਿ 200 ਯੂਨਿਟ ਤਾਂ ਪਹਿਲਾਂ ਹੀ ਕਰ ਦਿੱਤੀ, 100 ਦਾ ਹੀ ਫਰਕ ਹੈ। ਉਦੋਂ ਵੀ ਜੇ ਕਿਤੇ ਪਾਵਰਕਾਮ ਨੂੰ ਬੈਸਟ ਆਫ ਲੱਕ ਕਹਿੰਦੇ ਤਾਂ ਬਹੁਤ ਵਧੀਆ ਸੀ, ਜਿਹੜੀ ਵੈਸੇ ਗੱਲ ਹੀ ਆ। ਨਹੀਂ ਇੱਕ ਆਪਾਂ ਹੋਰ ਰਾਜਾ ਵੜਿੰਗ ਸਾਹਿਬ ਦੇ ਉਹਨਾਂ ਦੇ ਡਿਪਾਰਟਮੈਂਟ ਦੀ, ਪੁਰਾਣੇ ਡਿਪਾਰਟਮੈਂਟ ਦੀ ਗੱਲ ਕਰ ਲੈਂਦੇ ਹਾਂ। ਉਹਨਾਂ ਦਾ ਪੁਰਾਣਾ ਡਿਪਾਰਟਮੈਂਟ ਹੁੰਦਾ ਸੀ ਟਰਾਂਸਪੋਰਟ ਮਹਿਕਮਾ। ਟਰਾਂਸਪੋਰਟ ਮਹਿਕਮੇ ਦੇ ਵਿੱਚ ਉਹਨਾਂ ਦੀ ਸਰਕਾਰ ਨੇ ਕੀਤਾ ਸੀ ਵੀ ਬੀਬੀਆਂ ਨੂੰ ਸਫ਼ਰ ਫਰੀ ਜੀ। ਹੁਣ ਜਦੋਂ ਬੀਬੀਆਂ ਨੂੰ ਸਫ਼ਰ ਫਰੀ ਹੋ ਗਿਆ ਤੇ ਇਹ ਤਾਂ ਹੈ ਨਹੀਂਗਾ ਵੀ ਰੋਡਵੇਜ਼ ਦੇ ਮੁਲਾਜ਼ਮਾਂ ਨੇ ਉਦੋਂ ਆਖਿਆ ਵੀ ਸਫ਼ਰ ਫਰੀ ਵੀਰ, ਅੱਜ ਤੋਂ ਤਨਖਾਹ ਨਹੀਂ ਲੈਣੀ, ਹੁਣ ਆਪਾਂ ਵੀ ਸੇਵਾ ਹੀ ਕਰਿਆ ਕਰਨੀ ਬਸ। ਉਹ ਡਰਾਈਵਰ ਸਾਹਿਬ ਟਾਈਮ ਨਾਲ ਤੁਸੀਂ ਘਰੋਂ ਚਾਹ ਪੀ ਕੇ ਆਇਆ ਕਰਨਾ, ਘਰ ਜਾ ਕੇ ਪੀ ਲਿਆ ਕਰਨੀ, ਪੀਪੀ ਤੇਲ ਦੀ ਗੋਲ ਲਿਆਉਣੀ ਆ ਬਸ। ਹੈ ਨਾ ਵੀ ਇਹ ਕੰਮ ਉਦੋਂ ਵੀ ਹੋਇਆ, ਵੀ ਉਦੋਂ ਵੀ ਤਾਂ ਚੱਲਦਾ ਤਾਂ ਇਦਾਂ ਹੀ ਆ ਵੀ ਜੇ ਇੱਕ ਮਹਿਕਮਾ ਹੈ, ਮਹਿਕਮੇ ਨੂੰ ਇੱਕ ਸਬਸਿਡੀ ਹੈ, ਸਬਸਿਡੀ ਅਗਲੇ ਨੇ ਕਿਹਾ ਵੀ ਯਾਰ ਤੁਸੀਂ ਉਹ ਨੋਟ ਕਰਕੇ ਸਾਨੂੰ ਦੇ ਦਿਓ ਅੰਕੜਾ। ਇਹ ਉੱਦਾਂ ਹੀ ਆ ਜਿੱਦਾਂ ਬਹੁਤ ਦੇਰ ਪਹਿਲਾਂ ਤੋਂ ਜਿਹੜੇ ਮੁਲਾਜ਼ਮ ਨੇ ਪੰਜਾਬ ਪੁਲਿਸ ਦੇ, ਉਹਨਾਂ ਦੇ ਵੀ ਚੱਲਦਾ ਵੀ ਤੁਸੀਂ ਆਪਣੀ ਚਿੱਟ ਦੇ ਦੇਣੀ, ਚਿੱਟ ਉੱਥੇ ਜਮ੍ਹਾਂ ਕਰਾ ਦਿੰਦੇ ਸੀ, ਉਸ ਤੋਂ ਬਾਅਦ ਉਹਦਾ ਸਾਰਾ ਹਿਸਾਬ ਕਰਕੇ ਉਹਨੂੰ ਪੈਸੇ ਚਲੇ ਜਾਂਦੇ ਸੀ ਵੀ ਤੁਸੀਂ ਇੰਨੇ ਬੰਦੇ ਸਾਡੇ ਢੋਏ। ਉਸੇ ਤਰ੍ਹਾਂ ਸਰਕਾਰ ਕਹਿੰਦੇ ਵੀ ਤੁਸੀਂ ਇੰਨੀਆਂ ਬੀਬੀਆਂ ਨੂੰ ਸਫ਼ਰ ਕਰਾਇਆ, ਆਹ ਲਓ ਜੀ ਬਣਦੀਆਂ ਟਿਕਟਾਂ ਦਾ ਮੁਆਵਜ਼ਾ। ਉਹ ਵੀ ਤਾਂ ਸਿਸਟਮ ਮੇਰੇ ਖਿਆਲ ਨਾਲ ਚੱਲਿਆ, ਤੇ ਜੇ ਮੈਂ ਗਲਤ ਨਹੀਂ ਗਾ ਤੇ ਉਹ
ਵੋਟਾਂ ਤੋਂ ਪਹਿਲਾਂ ਹੀ ਰੌਲਾ ਰੱਪਾ ਜਿਹਾ ਪੈਣ ਲੱਗ ਪਿਆ ਉਸ ਚੀਜ਼ ਦਾ ਵੀ ਮਾਰਾ ਉਹ ਬਾਕੀ ਤਾਂ ਠੀਕ ਹੈ ਜੀ, ਤਨਖਾਹ ਤੇ ਦੇ ਦਿਓ, ਸਾਡੀ ਬੀਬੀਆਂ ਤਾਂ ਫਰੀ ਸਫਰ ਕਰੀ ਜਾਂਦੀਆਂ ਹੈ ਨਾ। ਨਹੀਂ, ਚਰਚਾ ਤਾਂ ਰੌਲਾ ਤੇ ਕਿਤੇ ਨਾ ਕਿਤੇ ਹਾਂ, ਹੈਗਾ। ਮਤਲਬ ਕਾਰਨ ਇਹ ਵੀ ਦੇਖੋ, ਆਪਾਂ ਹੀ ਨਹੀਂ ਕਹਿੰਦੇ ਵੀ ਉਹ ਸਹੀ ਨੇ, ਉਹ ਸਹੀ ਨਹੀਂ, ਜਾਂ ਉਹ ਗਲਤ ਨੇ, ਉਹ ਗਲਤ ਨੇ। ਅਜੇ ਤਾਂ ਕੰਮ ਤੁਰਿਆ, ਆਪਾਂ ਸਿਰਫ ਇਹ ਕਹਿੰਦੇ ਵੀ ਉਹ ਕਹਿੰਦੇ ਯਾਰ ਅਸੀਂ ਕੀਤਾ, ਉਹ ਕਹਿੰਦੇ ਵੀ ਨਹੀਂ ਤੁਹਾਡੇ ਕੋਲੋਂ ਹੋਣਾ ਨਹੀਂ, ਉਹ ਕਹਿੰਦੇ ਵੀ ਤੁਸੀਂ ਥੋੜ੍ਹਾ ਟਾਈਮ ਦੇ ਦਿਓ, ਉਹ ਕਹਿੰਦੇ ਚੰਗਾ ਦੇ ਦਿੰਦੇ ਆ। ਤੇ ਸਾਰਾ ਕੁਝ ਹੈ ਮੈਨੂੰ ਲੱਗਦਾ ਜੇ ਟਾਈਮ ਦੇ ਗਰਭ 'ਚ ਹੀ ਆਪਾਂ ਆਉਣ ਵਾਲੇ ਮਹੀਨਿਆਂ 'ਚ ਦੇਖ ਹੀ ਲੈਣਾ ਵੀ ਕੀ ਬਣਦਾ। ਬਾਕੀ ਸੰਧਾਲੀਆ ਸਾਹਿਬ, ਰਾਜਾ ਵੜਿੰਗ ਸਾਹਿਬ ਦੀ ਆਪਾਂ ਸ਼ਲਾਘਾ ਕਰਦੇ ਹਾਂ। ਅਸੀਂ ਰਾਜਾ ਵੜਿੰਗ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਹਰ 15 ਦਿਨੀ ਪਾਵਰਕਾਮ ਦੀ ਹੋਂਦ ਦਾ ਚੇਤਾ ਕਰਾਇਓ। ਤੁਸੀਂ ਚੇਤਾ ਕਰਾਓਗੇ, ਸਾਨੂੰ ਪੱਤਰਕਾਰਾਂ ਨੂੰ ਚੇਤਾ ਆਊ, ਸਾਨੂੰ ਚੇਤਾ ਆਊ ਤਾਂ ਅਸੀਂ ਸਰਕਾਰ ਨੂੰ ਪੁੱਛਾਂਗੇ ਕਿ ਭਾਈ ਉਹਨੂੰ ਵੀ ਕਾਇਮ ਰੱਖਣਾ, ਮੁਫਤ ਦੇਣੀ ਬਿਜਲੀ ਦੇ ਦਿਓ, ਪਰ ਪਾਵਰਕਾਮ ਕਿਤੇ ਵਿੱਤੀ ਤੌਰ ਦੇ ਉੱਤੇ ਪੈਰਾਂ ਤੋਂ ਥੱਲੇ ਨਾ ਆ ਜਾਵੇ। ਇਸ ਕਰਕੇ ਉਸ ਗੱਲ ਦੇ ਵੱਲ ਧਿਆਨ ਦੇਣਾ ਜਿਹੜਾ ਜ਼ਰੂਰੀ ਹੈ। ਰਾਜਾ ਵੜਿੰਗ ਸਾਹਿਬ ਨੇ ਨੁਕਤਾ ਠੀਕ ਚੱਕਿਆ, ਗਲਤ ਬਿਲਕੁਲ ਨਹੀਂ ਚੱਕਿਆ ਕਿ ਭਾਈ ਤੁਸੀਂ ਮੁਫਤ ਦੇ ਦਿਓਗੇ, ਮੁੜ ਕੇ ਪਾਵਰਕਾਮ ਦੀ ਵਿੱਤੀ ਵਿਵਸਥਾ ਵਿਗੜ ਜਾਏ, ਔਖਾ ਹੋ ਜੂ। ਇੱਕ ਸੰਧਾਲੀਆ ਸਾਹਿਬ ਗੱਲ ਆਪਾਂ ਥੋੜੀ ਜਿਹੀ ਨਾ ਪੰਜਾਬ ਦੇ ਨਾਲ ਨਾਲ ਤੁਰਦੇ ਤੁਰਦੇ ਥੋੜੀ ਜਿਹੀ ਬਾਹਰ ਦੀ ਕਰ ਲਈਏ। ਨਹੀਂ, ਮੈਨੂੰ ਇਹ ਰਾਜਾ ਵੜਿੰਗ ਸਾਹਿਬ ਦੀ ਕਰ ਲਓ ਮਾੜੀ ਜੀ, ਕਰਾਓ ਵੀ 15 ਦਿਨ ਬਾਅਦ ਤੁਸੀਂ ਚੇਤਾ ਨੇ ਕਰਾਇਆ ਕਰੋ। 15 ਦਿਨਾਂ 'ਚ ਉਹਨਾਂ ਨੂੰ ਆਪ ਨੂੰ ਚੇਤਾ ਲਿਆ ਕਰਨਾ ਮੈਂ ਕਿਹੜੇ ਯਾਰ ਲੀਡਰ ਨੂੰ ਮਿਲਾਂ ਤੇ ਕਿਹੜੇ ਨੂੰ ਅਜੇ ਮਿਲਣਾ ਹੀ, ਕਿਉਂਕਿ ਜਿਹੜੇ ਹਾਲਾਤ ਹੈ ਇਸ ਵਕਤ ਕਾਂਗਰਸ ਪਾਰਟੀ ਦੇ ਚੱਲਣ ਡਏ ਆ, ਉਹ ਵਿਚਾਰੇ ਕਦੀ ਕਿਸੇ ਜ਼ਿਲ੍ਹੇ ਜਾ ਕੇ ਕਿਸੇ ਦੇ ਚਾਹ ਪੀਂਦੇ, ਕਦੀ ਕਿਸੇ ਵੱਲ ਜਾ ਕੇ ਚਾਹ ਪੀਂਦੇ ਆ। ਮੈਨੂੰ ਤਾਂ ਇਹ ਵੀ ਯਾਦ ਆ, ਹੋ ਸਕਦਾ ਸ਼ਾਮ ਨੂੰ ਆਪਣੇ ਨਾਲ ਦੇ ਯਾਰ ਕੋਈ STD ਜਾਂ SDT ਜੋ ਵੀ ਹੁੰਦੀ ਉਹਦੀ ਕੋਈ ਗੋਲੀ ਗਾਲੀ ਤੇ ਲਿਆ, ਇੰਨੀ ਚਾਹ ਪੀ ਮੰਦਾ ਹਾਲ ਹੋ ਗਿਆ। ਨਹੀਂ, ਉਹ ਕੋਈ ਨਵਾਂ ਨਹੀਂ ਕਰਨ ਲੱਗੇ। ਤੁਹਾਨੂੰ ਯਾਦ ਹੋਣਾ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਬਣਾਇਆ ਸੀ ਤਾਂ ਉਹ ਵੀ ਇੱਦਾਂ ਹੀ ਸਾਰਿਆਂ ਦੇ ਘਰੀ ਗਿਆ ਸੀ। ਦੋ ਕੁ ਬੰਦਿਆਂ ਨੇ ਮਨਾ ਕਰ ਦਿੱਤਾ ਸੀ। ਬ੍ਰਹਮਿੰਦਰਾ ਸਾਹਿਬ ਨੇ ਕਿਹਾ ਪਹਿਲਾਂ ਕੈਪਟਨ ਸਾਹਿਬ ਕੋ ਜਾਓ, ਮੈਂ ਫੇਰ ਮਿਲਣਾ ਹੀ, ਮੁੜ ਕੇ ਮਿਲ ਵੀ ਪਿਆ ਸੀ। ਜਾਣੀ ਇਹ ਕਾਂਗਰਸ ਪਾਰਟੀ ਦੇ ਵਿੱਚ ਹੈਗਾ ਹੀ ਆ। ਉਹ ਕਹਿੰਦੇ ਜੀ ਪ੍ਰਧਾਨ ਲਾਤਾ ਹੀ, ਪਹਿਲਾਂ ਯਾਰ ਪਹਿਲਾਂ ਮਾੜਾ ਹੋ ਆਏ, ਉਹ ਪੁਰਾਣੇ ਬੰਦੇ ਨੇ, ਸੀਨੀਅਰ ਬੰਦੇ ਨੇ, ਬੜੇ ਚਿਰਾਂ ਦੇ ਕਾਂਗਰਸ ਨਾਲ ਤੁਰੇ ਹੋ ਆ, ਕੋਈ ਫਰਕ ਨਹੀਂ ਪੈਂਦਾ ਹੁੰਦਾ। ਜਾ ਕੇ ਅੰਕਲ ਜੀ, ਤਾਇਆ ਜੀ, ਚਾਚਾ ਜੀ ਕਹਿ ਕੇ ਜੱਫੀ ਪਾ ਕੇ ਫੋਟੋ ਖਿਚਾਓ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਭਾਈ ਸਾਰੇ ਇਕੱਠੇ ਆ। ਰਾਜਾ ਵੜਿੰਗ ਸਾਹਿਬ ਕਰਦੇ ਆ, ਕਰ ਲੈਣ ਦਿਓ। ਤੇ ਹੁਣ ਆਪਾਂ ਇੱਕ ਨਾ 5 ਚੋਣਾਂ ਦੇ ਨਤੀਜੇ ਆਏ ਆ, ਜ਼ਿਮਨੀ ਚੋਣਾਂ, ਬਾਈ ਇਲੈਕਸ਼ਨਸ। ਉਹ ਨਤੀਜੇ ਨਾ ਕਈ ਕੁਝ ਦੱਸਦੇ ਆ। ਉਹ ਇਹ ਦੱਸਦੇ ਆ ਕਿ ਜੇ ਕਿਤੇ ਸਰਕਾਰ ਚੱਜ ਦਾ ਕੰਮ ਨਾ ਕਰੇ ਤਾਂ ਵਿਰੋਧੀ ਪਾਰਟੀਆਂ ਵੀ ਜਿੱਤ ਜਾਂਦੀਆਂ। ਜਿੱਥੇ ਕਿਤੇ ਵਿਰੋਧੀ ਪਾਰਟੀਆਂ ਚੁੱਪ ਕਰਕੇ ਬੈਠੇ ਰਹਿੰਦੀਆਂ, ਫਿਰ ਸਰਕਾਰ ਵੀ ਜਿੱਤਦੀ ਰਹਿੰਦੀ ਹੈ। ਤੁਸੀਂ ਦੇਖੋ ਕਿ ਬਿਹਾਰ ਦੇ ਵਿੱਚ ਉੱਥੇ ਭਾਜਪਾ ਦੀ ਤੇ ਜਨਤਾ ਦਲ ਯੂਨਾਈਟਿਡ ਦੀ ਸਰਕਾਰ ਹੈ, ਨਿਤਿਸ਼ ਕੁਮਾਰ ਦੀ ਅਗਵਾਈ 'ਚ, ਤੇ ਕਈ ਵਾਰ ਦੀ ਸਰਕਾਰ ਹੈ ਉਹ ਲਗਾਤਾਰ। ਉੱਥੇ ਇਲੈਕਸ਼ਨ ਹੁੰਦੀ ਹੈ ਤੇ ਵੋਟਾਂ ਦੇ ਫਰਕ ਦੇ ਨਾਲ ਰਾਸ਼ਟਰੀ ਜਨਤਾ ਦਲ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਹੈ ਤੇਜਸਵੀ ਯਾਦਵ, ਉਹਦੀ ਪਾਰਟੀ ਦਾ ਕੈਂਡੀਡੇਟ ਜਿੱਤਦਾ ਸੱਤਾਧਾਰੀ ਧਿਰ ਦੇ ਉਮੀਦਵਾਰ ਨੂੰ ਹਰਾ ਕੇ। ਜਦਕਿ ਜ਼ਿਮਨੀ ਚੋਣ ਦੇ ਵਿੱਚ ਆਮ ਤੌਰ ਤੇ ਵਿਰੋਧੀ ਧਿਰ ਦਾ ਬੰਦਾ ਜਿੱਤਣਾ ਔਖਾ ਬਹੁਤ ਹੁੰਦਾ, ਉਹ ਵੀ ਜਦੋਂ ਅਜੇ ਚੋਣਾਂ ਦੂਰ ਹੋਣ। ਇਹਦਾ ਮਤਲਬ ਹੈ ਕਿ ਜੇ ਤੁਸੀਂ ਕੰਮ ਜਿਹੜਾ ਲੋਕਾਂ ਦੀ ਪਸੰਦ ਦਾ ਨਹੀਂ ਕਰਦੇ ਜਾਂ ਵਿਰੋਧੀ ਧਿਰ ਪੂਰੀ ਤਰ੍ਹਾਂ ਕਾਇਮ ਰਹਿੰਦੀ ਹੈ, ਤੇ ਲੋਕ ਫਿਰ ਉੱਤੇ ਯਕੀਨ ਪ੍ਰਗਟ ਕਰਦੇ ਆ। ਗੁਆਂਢ ਦੇ ਵਿੱਚ ਹੀ ਪੱਛਮੀ ਬੰਗਾਲ ਹੈ। ਪੱਛਮੀ ਬੰਗਾਲ ਦੇ ਵਿੱਚ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਹੋਈ। ਤੁਸੀਂ ਹੈਰਾਨ ਹੋ ਜਾਓਗੇ ਕਿ ਸ਼ਤਰੂਘਨ ਸਿਨਹਾ ਅਦਾ ਕਰ ਰਹੇ ਆ। ਕਈ ਪਾਰਟੀਆਂ 'ਚ ਰਹੇ, ਹੁਣ ਤ੍ਰਿਣਮੂਲ ਕਾਂਗਰਸ 'ਚ ਨੇ। 3,03,000 ਵੋਟਾਂ ਦੇ ਨਾਲ TMC ਦੇ ਉਮੀਦਵਾਰ ਦੇ ਤੌਰ ਦੇ ਉੱਤੇ ਜਿੱਤੇ, 3,03,000 ਵੋਟਾਂ ਦੇ ਫਰਕ ਨਾਲ। ਹੁਣ ਬੀਬੀ ਮਮਤਾ ਬੈਨਰਜੀ ਲਗਾਤਾਰ ਤੀਸਰੀ ਵਾਰ ਮੁੱਖ ਮੰਤਰੀ ਹੈ। ਸੂਬੇ ਦੇ ਵਿੱਚ ਸੁੱਖ ਨਾਲ 42 ਲੋਕ ਸਭਾ ਦੀਆਂ ਸੀਟਾਂ ਹੈ, 2 ਸਾਲ ਬਾਅਦ ਉੱਥੇ ਚੋਣ ਹੈ, ਤੇ ਜੇ 3 ਲੱਖ ਵੋਟਾਂ ਦੇ ਫਰਕ ਦੇ ਨਾਲ ਜ਼ਿਮਨੀ ਚੋਣ ਉਹਨਾਂ ਦੀ ਪਾਰਟੀ ਜਿੱਤਦੀ ਹੈ, ਇਹਦਾ ਮਤਲਬ ਹੈ ਕਿ ਅਗਲੀ ਵਾਰੀ ਆਪਣੇ ਸੂਬੇ 'ਚੋਂ ਹੁੰਜਾ ਫੇਰ ਸਕਦੇ ਆ। ਤੇ ਜੇ ਹੁੰਜਾ ਫੇਰ ਸਕਦੇ ਆ ਤਾਂ ਫਿਰ ਇੱਕ ਤਕੜੀ ਵਿਰੋਧੀ ਧਿਰ ਖੜੀ ਹੋ ਸਕਦੀ ਹੈ। ਹੋਰ ਤੁਸੀਂ ਦੇਖੋ, ਮੈਨੂੰ ਇਹ ਆ ਵੀ ਇਹਨਾਂ ਦੋਹਾਂ ਸਟੇਟਾਂ ਨੂੰ ਥੋੜਾ ਜਿਹਾ ਪੁਰਾਣਾ ਯਾਦ ਕਰਾ ਦਈਏ। ਬਿਹਾਰ ਤੋਂ ਬਾਅਦ ਛੇਤੀ ਪੱਛਮੀ ਬੰਗਾਲ ਦੀਆਂ ਇਲੈਕਸ਼ਨਾਂ ਹੋ ਗਈਆਂ ਸੀ। ਬਿਹਾਰ ਦੇ ਵਿੱਚ ਉਦੋਂ ਬੜਾ ਰੌਲਾ ਪਿਆ ਸੀ ਯਾਰ ਵੀ ਲਾਲੂ ਦੇ ਮੁੰਡੇ ਦੀ ਤਾਂ ਗੱਲ ਬਣ ਜਾਣੀ ਸੀ। ਉਦੋਂ ਕਾਂਗਰਸ ਵਾਲੇ ਜੜੀ ਬਹਿ ਗਏ, ਉਹ ਕਹਿੰਦਾ ਨਾ ਅਸੀਂ ਨਹੀਂ ਖੇਡਦੇ, ਤੁਸੀਂ ਕੱਲ ਦੀ ਪਾਰਟੀ, ਅਸੀਂ ਬੜੀ ਪੁਰਾਣੀ ਪਾਰਟੀ ਸਾਡੀ। ਉਹ ਕਹਿੰਦੇ ਵੀ ਪਾਰਟੀ ਜਿਹਦੀ ਸੀ ਬਣਿਆ ਕੁਛ ਨਹੀਂ ਜੀ। ਉਹਦਾ ਮਤਲਬ ਇਹ ਹੋ ਗਿਆ ਵੀ ਜਿਨ੍ਹਾਂ ਦੀ ਤੀਸਰੀ ਵਾਰ ਲਗਾਤਾਰ ਸਰਕਾਰ ਬਣੀ, ਉਹ ਤਾਂ 2-2.5 ਸਾਲਾਂ ਦੇ ਵਿੱਚ ਹੀ ਉਹਨਾਂ ਦਾ ਕੰਮ ਨਜ਼ਰ ਆਉਣ ਲੱਗ ਪਿਆ ਵੀ ਜ਼ਿਮਨੀ ਚੋਣ ਕੋਈ ਹੋਰ ਜਿੱਤ ਗਿਆ। ਦੂਜੇ ਪਾਸੇ ਜਿੱਥੇ ਇਹ ਜਾਪਦਾ ਸੀ ਵੀ ਪੱਛਮੀ ਬੰਗਾਲ ਦੇ ਵਿੱਚ ਯਾਰ ਜੇ ਮਮਤਾ ਦੀਦੀ ਇਸ ਵਾਰ ਨਾ ਜਿੱਤੀ, ਬੜਾ ਰੌਲਾ ਸੀ, ਕਿਉਂਕਿ ਖੇਤੀ ਅੰਦੋਲਨ ਵੀ ਉਦੋਂ ਚੱਲਦਾ ਸੀ, ਕਿਸਾਨ ਵੀ ਉਦੋਂ ਗਏ ਸੀ ਵੀ ਆਹ ਦੇਖੋ ਜੀ ਅਸੀਂ ਵਿਰੋਧ ਕਰਨਾ। ਫਿਰ ਬੜੇ ਲੋਕਾਂ ਨੇ ਇਹ ਕਿਹਾ ਵੀ ਨਹੀਂ ਇਹ ਤਾਂ BJP ਨੇ ਤਾਂ ਲੈ ਜਾਣੀ ਸੀ ਗੱਲ, ਇਹ ਤਾਂ ਕਿਸਾਨ ਅੰਦੋਲਨ ਹੀ ਲੈ ਕੇ ਬਹਿ ਗਿਆ। ਹੁਣ ਜੇ ਕਿਸਾਨ ਅੰਦੋਲਨ ਉਦੋਂ ਸੀ, ਹੁਣ ਤਾਂ ਕਿਸਾਨ ਅੰਦੋਲਨ ਹੈ ਨਹੀਂਗਾ, ਤੇ ਇਲੈਕਸ਼ਨਾਂ ਹੋਈਆਂ ਨੂੰ ਵੀ ਵਾਹਵਾ ਚਿਰ ਹੋ ਗਿਆ। ਜੇ ਉਸ ਤੋਂ ਇੰਨਾ ਚਿਰ ਬਾਅਦ ਜਾ ਕੇ ਵੀ ਉੱਥੇ ਸੱਤਾ ਧਿਰ ਪਾਰਟੀ ਦਾ ਹੀ ਬੰਦਾ ਜਿੱਤ ਜਾਂਦਾ, ਇਹਦਾ ਮਤਲਬ ਇਹ ਤਾਂ ਕਲੀਅਰ ਹੋ ਗਈ ਨਾ ਗੱਲ ਵੀ ਜਿਹੜੀ ਤੁਸੀਂ ਸਟਾਰਟਿੰਗ 'ਚ ਕਹੀ ਵੀ ਜੇ ਤਾਂ ਕੰਮ ਕਰਦੇ ਹੋ ਮਿੱਤਰੋ, ਫਿਰ ਲੋਕ ਤੁਹਾਡੇ ਨਾਲ ਰਹਿੰਦੇ ਆ, ਜੇ ਨਹੀਂ ਕਰਦੇ ਤੇ ਫਿਰ ਜਿੱਥੇ ਕਿ ਜੇ ਮੌਕਾ ਮਿਲਦਾ ਉੱਥੇ ਖਿਸਕ ਜਾਂਦੇ। ਸੰਧਾਲੀਆ ਸਾਹਿਬ ਇਹ ਬਹੁਤ ਜ਼ਰੂਰੀ ਹੈ। ਮਹਾਰਾਸ਼ਟਰ ਦੇ ਵਿੱਚ ਬਹੁਤ ਸਾਰੀਆਂ ਲੋਕ ਸਭਾ ਦੀਆਂ ਸੀਟਾਂ, ਮੇਰੇ ਖਿਆਲ 48 ਨੇ। ਮਹਾਰਾਸ਼ਟਰ ਦੇ ਵਿੱਚ ਵੀ ਇੱਕ ਸੀਟ ਦੇ ਉੱਤੇ ਜ਼ਿਮਨੀ ਚੋਣ ਹੋਈ, ਉੱਥੇ ਵੀ ਕਾਂਗਰਸ ਪਾਰਟੀ ਦਾ ਬੰਦਾ ਜਿੱਤ ਗਿਆ। ਉੱਥੇ ਹਾਲਾਂਕਿ ਉਹ 3 ਧਿਰਾਂ ਦੀ ਸਰਕਾਰ ਹੈ, ਸ਼ਿਵ ਸੈਨਾ, ਮਹਾਰਾਸ਼ਟਰ ਜਿਹੜੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਕਾਂਗਰਸ ਦੀ।
ਉਹਨਾਂ 'ਚ ਆਪਸ 'ਚ ਲੜਾਈ ਵੀ ਹੁੰਦੀ ਰਹਿੰਦੀ, ਸਭ ਕੁਝ। ਭਾਜਪਾ ਸੂਬੇ 'ਚ ਸਭ ਤੋਂ ਵੱਡੀ ਪਾਰਟੀ ਹੈ, ਹਾਲਾਂਕਿ ਵਿਰੋਧੀ ਧਿਰ 'ਚ ਹੈ, ਪਰ ਉੱਥੇ ਵੀ ਕਾਂਗਰਸ ਦਾ ਉਮੀਦਵਾਰ ਜਿੱਤ ਗਿਆ, ਛੱਤੀਸਗੜ੍ਹ 'ਚ ਵੀ ਕਾਂਗਰਸ ਦਾ ਉਮੀਦਵਾਰ ਜਿੱਤ ਗਿਆ। ਇਹਦਾ ਮਤਲਬ ਹੈ ਕਿ ਇਹ ਸਾਰੇ ਹੀ ਸੂਬੇ ਸੰਕੇਤ ਦਿੰਦੇ ਆ ਕਿ ਭਾਈ ਲੋਕ ਬਖਸ਼ਦੇ ਨਹੀਂ। ਤੁਸੀਂ ਜੇ ਚੰਗਾ ਕੰਮ ਕਰਦੇ ਹੋ ਲੋਕ ਤੁਹਾਨੂੰ ਜਿਤਾਉਣਗੇ, ਜੇ ਤੁਸੀਂ ਚੰਗਾ ਕੰਮ ਨਹੀਂ ਕਰਦੇ ਤਾਂ ਲੋਕ ਪਾਸੇ ਕਰਨ ਲੱਗੇ ਤੁਹਾਨੂੰ ਮਿੰਟ ਨਹੀਂ ਲਾਉਂਦੇ। ਤੇ ਪੰਜਾਬ ਦੇ ਵਿੱਚ ਕਿਉਂਕਿ ਸੰਗਰੂਰ ਵਾਲੀ ਜ਼ਿਮਨੀ ਚੋਣ ਵੀ ਹੋਣੀ ਹੈ, ਮੁੜ ਕੇ 13 ਲੋਕ ਸਭਾ ਦੀਆਂ ਸੀਟਾਂ ਦੇ ਲਈ ਵੀ ਚੋਣ ਹੋਣੀ ਹੈ, ਨਾ ਆਮ ਆਦਮੀ ਪਾਰਟੀ ਵਾਲੇ ਲੋਕਾਂ ਨੂੰ ਇਦਾਂ ਸਮਝਣ ਕਿ ਭਾਈ ਮਗਰ ਹੀ ਲੱਗ ਜਾਂਦੇ ਆ, ਤੇ ਨਾ ਵਿਰੋਧੀ ਦੇ ਨਾਲੇ ਸਮਝਣ ਕੰਮ ਕਿਸੇ ਵੇਲੇ ਵੀ ਲੋਟ ਆ ਸਕਦਾ, ਦਰੁਸਤ ਰਹਿ ਕੰਮ ਕਰੋ। ਮਤਲਬ ਕਹਿਣ ਤੋਂ ਭਾਵ ਇਹ ਆ ਵੀ ਇੱਕ ਤੇ 6 ਮਹੀਨਿਆਂ 'ਚ ਮੈਚ ਆ ਆਮ ਆਦਮੀ ਪਾਰਟੀ ਦਾ ਸੰਗਰੂਰ ਵਾਲਾ, ਦੂਜਾ 1.5 ਸਾਲ 'ਚ ਹੈ। 1.5 ਸਾਲ 'ਚ ਸੋ 6 ਮਹੀਨੇ ਤੇ 1.5 ਸਾਲ ਦੇ 2 ਮੈਚ ਪੈਣੇ ਆ। ਪਹਿਲਾ ਥੋੜਾ ਜਿਹਾ ਛੋਟਾ ਸੈਮੀ ਫਾਈਨਲ, ਫਿਰ 24 ਵਾਲਾ ਫਾਈਨਲ, ਤੇ ਫਿਰ ਜੇ ਉਦੋਂ ਬਾਅਦ ਤਾਂ ਕੰਮ ਚੱਲਦਾ ਰਿਹਾ ਫਿਰ 27 'ਚ ਵੱਡਾ ਫਾਈਨਲ ਤੇ ਹੋਣਾ ਹੀ ਹੋਣਾ ਟੂਰਨਾਮੈਂਟ ਵਾਲਾ। ਬਾਕੀ ਤੁਸੀਂ ਕਾਂਗਰਸ ਪਾਰਟੀ ਦੀ ਗੱਲ ਕੀਤੀ, ਕਾਂਗਰਸ ਪਾਰਟੀ ਵਾਲੇ ਕਹਿੰਦੇ ਹੁਣ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੂੰ ਫਿਰ ਲਿਆਉਣ ਲੱਗੇ, ਕਹਿੰਦੇ 2024 ਦੀ ਰਣਨੀਤੀ ਘੜ ਲਈਏ। ਇਹ ਕੋਈ ਮੈਨੂੰ ਲੱਗਦਾ ਵੀ ਘੜਨ ਦੇ ਲਈ ਜਿਹੜਾ ਕੋਈ ਟੋਕਾ ਟਾਕਾ ਕਿਤੇ ਕੋਈ ਖੁੰਡਾ ਵਰਤਣ ਲੱਗ ਪਏ ਸੀ ਪ੍ਰਸ਼ਾਂਤ ਕਿਸ਼ੋਰ ਹੋਣੀ, ਕਿਉਂਕਿ ਮੈਨੂੰ ਲੱਗਦਾ 2-2.5 ਸਾਲ ਤਾਂ ਹੋ ਗਏ ਉਹ ਬੰਦਾ ਰਣਨੀਤੀ ਘੜੀ ਜਾਂਦਾ, ਇਹ ਤਾਂ ਘੜੀ ਨਹੀਂ ਗਈ। ਦੇਖੋ ਸੰਧਾਲੀਆ ਸਾਹਿਬ, ਜਦੋਂ ਘਰ ਦੇ ਵਿੱਚ ਪੁਆੜਾ ਪਿਆ ਹੋਵੇ ਨਾ, ਮੰਨ ਲਓ ਘਰ ਦੇ ਵਿੱਚ ਤੁਹਾਡੇ ਕੋਲ ਨਹੀਂ ਗੱਲ ਬਣਦੀ, ਕੋਈ ਕਾਰੋਬਾਰ ਨਹੀਂ ਚੱਲਦਾ ਜਾਂ ਭਾਂਡੇ ਨਹੀਂ ਵੰਡ ਹੁੰਦੇ, ਅੱਜ ਹੀ ਮਿਲੋ ਕਾਲੇ ਜਾਦੂ ਦੇ ਮਾਹਰ ਬਾਬਾ ਜੀ, ਉਦੋਂ ਫਿਰ ਵੱਡਾ ਪ੍ਰਾਹੁਣਾ ਸਦੀ ਦਾ, ਅੱਛਾ ਨਿਆਣਿਆਂ ਦਾ ਫੁੱਫੜ, ਹਾਂ ਹੈ ਉਹਨੂੰ ਬਿਠਾ ਲਈਦਾ ਵਿਚਾਲੇ। ਤੇ ਵੱਡਾ ਪ੍ਰਾਹੁਣਾ ਜਿਹੜਾ ਜਦੋਂ ਸੱਦੀ ਦਾ, ਵੱਡਾ ਪ੍ਰਾਹੁਣਾ ਜੇ ਤਾਂ ਹੋਵੇ ਸਿਆਣਾ, ਫਿਰ ਉਹ ਕਹਿੰਦਾ ਜੀ ਕੋਈ ਗੱਲ ਨਹੀਂ, ਘਰ ਦਾ ਹੀ ਜੀ ਆ, ਗੱਲ ਕਿਹੜੀ ਆ, ਉਹ ਬੜੇ ਹਿਸਾਬ ਕਿਤਾਬ ਨਾਲ ਕੰਮ ਕਰਾ ਜਾਂਦੇ। ਤੇ ਜੇ ਵੱਡੇ ਪ੍ਰਾਹੁਣੇ ਨੂੰ ਜਾਣੀ ਵੱਡਾ ਪ੍ਰਾਹੁਣਾ ਥੋੜੇ ਅੜਬ ਹੋਵੇ, ਫਿਰ ਉਹ ਕਹਿੰਦੇ ਕੋਈ ਗੱਲ ਨਹੀਂ, ਤੁਹਾਡੇ ਭਾਂਡੇ ਹੁਣ ਮੈਂ ਵੰਡਾਉਣਾ ਹੀ। ਹੁਣ ਤੁਸੀਂ ਦੇਖੋ ਕਿ ਕਾਂਗਰਸ ਪਾਰਟੀ ਵਾਲੇ ਜ਼ੋਰ ਲਾਲਾ ਹਟ ਗਏ, 2 ਲੋਕ ਸਭਾ ਦੀਆਂ ਚੋਣਾਂ ਬੁਰੇ ਤਰੀਕੇ ਹਰੇ, 60 ਸੀਟਾਂ ਤੋਂ ਉੱਪਰ ਨਹੀਂ ਹੋਈਆਂ। ਕਿੰਨਿਆਂ ਚੋਂ? 543 ਚੋਂ। ਇੱਕ ਵਾਰੀ ਪ੍ਰਸ਼ਾਂਤ ਕਿਸ਼ੋਰ ਨੂੰ ਪਹਿਲਾਂ ਲਿਆਉਣ ਲੱਗੇ ਸੀ, ਉਹਨਾਂ ਚੋਂ ਕੀ ਅੜ ਗਿਆ, ਲੈ ਇਹ ਹੁਣ ਨਵਾਂ ਆ ਗਿਆ ਹੀ, ਇਹ ਹੁਣ ਸਾਨੂੰ ਪਤਾ ਹੀ ਕਾਂਗਰਸ ਕਿੱਦਾਂ ਚੱਲਣੀ ਹੈ। ਫਿਰ ਮੂਧੜੇ ਮੂੰਹ ਡਿੱਗਦੇ ਰਹੇ, 2-2 ਸੀਟਾਂ ਮਿਲਦੀਆਂ ਰਹੀਆਂ ਉੱਤਰ ਪ੍ਰਦੇਸ਼ ਵਰਗੇ ਸੂਬੇ ਦੇ ਵਿੱਚੋਂ। ਫਿਰ ਪ੍ਰਸ਼ਾਂਤ ਕਿਸ਼ੋਰ ਨੂੰ ਸੱਦਿਆ ਕਿ ਫੁੱਫੜ ਜੀ ਮਾੜਿਆ ਆ ਜਾਓ, ਮਾੜਿਆ ਆ ਜਾਓ, ਤੁਸੀਂ ਆਓਗੇ ਤੁਸੀਂ ਠੀਕ ਹੈ। ਉਹ ਕਹਿੰਦੇ ਜੀ ਮੈਂ ਤਾਂ ਆਉਣਾ ਹੀ, ਬੰਦੇ ਥੋੜੇ ਸੱਦਿਓ ਮੇਨ ਤੇ ਚੁੱਪ ਕਰਕੇ ਮੇਰੀ 2-2.5 ਘੰਟੇ ਗੱਲ ਸੁਣਿਓ। ਉਹ ਕਹਿੰਦੇ ਜੀ ਬੰਦੇ ਨੇ ਨਾ ਸਕਰੀਨ ਲਾਤੀ, ਉੱਥੇ ਸਕਰੀਨ ਲਾ ਕੇ ਤੇ ਕੱਲੀ ਗੱਲ ਸਮਝਾਈ ਕਿ ਪਹਿਲੀ ਗੱਲ ਹੈ ਕਿ ਇਸ ਗੱਲ ਦਾ ਚੇਤਾ ਭੁੱਲ ਜਾਓ ਕਿ 543 ਸੀਟਾਂ, ਚੇਤਾ ਇਹ ਰੱਖੋ ਕਿ ਤੁਸੀਂ 350 ਜੋਗੇ ਹੀ ਹੋ ਇਲੈਕਸ਼ਨ ਲੜਨ ਲਈ, ਬਾਕੀਆਂ ਦੇ ਉੱਤੇ ਕਿਰਪਾ ਕਰਕੇ ਦੂਸਰੀਆਂ ਪਾਰਟੀਆਂ ਨੂੰ ਸਪੋਰਟ ਕਰੋ। ਜੇ ਤੁਸੀਂ ਚਾਹੁੰਦੇ ਹੋ ਕਿ 1.5-2 ਸਾਲ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਤੁਹਾਡੇ ਬੱਲੇ ਕੁਝ ਪਵੇ, ਕਿ 350 ਸੀਟਾਂ ਤੇ ਫੋਕਸ ਕਰਿਓ, ਬੰਦੇ ਉਹ ਖੜੇ ਕਰਿਓ ਜਿਹੜੀ ਮੇਰੀ ਟੀਮ ਕਹੂਗੀ। ਤੇ ਦੂਸਰੀ ਗੱਲ ਕਿ ਮੈਂ ਨਹੀਂ ਕਹਿੰਦਾ ਮੇਰੀ ਮੰਨੋ, ਕਮੇਟੀ ਬਣਾ ਲਓ, ਸਲਾਹ ਕਰ ਲਓ, ਮੈਨੂੰ ਹਫ਼ਤੇ ਖੰਡ ਦੇ ਵਿੱਚ ਦੱਸ ਦਿਓ, ਜੇ ਤੁਸੀਂ ਆਪਸ ਵਿੱਚ ਲੜਦੇ ਰਹਿਣਾ ਮੈਂ ਨਹੀਂ ਜੀ ਆਉਣਾ। ਤੇ ਉੱਥੋਂ ਕਹਿੰਦੇ ਜੀ ਸਾਰੇ ਫਿਰ ਸੁਣਦੇ ਸੀ, ਕੋਈ ਵੀ ਨਹੀਂ ਸੀ ਕਹਿੰਦਾ ਜੀ ਇਹਨੂੰ ਨਾ ਲਿਆਓ, ਕਿਉਂਕਿ ਸਾਰਿਆਂ ਨੂੰ ਪਤਾ ਕਿ ਜੇ ਇਹਨੂੰ ਨਾ ਲਿਆਂਦਾ ਫਿਰ ਅਗਲੇ ਅਸੀਂ ਲੋਕ ਸਭਾ 'ਚ ਵੀ ਨਹੀਂ ਆਉਣਾ। ਨਹੀਂ ਹੁਣ ਤੇ ਇਹ ਵੀ ਬੜੀ ਚਰਚਾ ਬੜੇ ਚਿਰ ਦੀ ਜਲਦੀ, ਪ੍ਰਸ਼ਾਂਤ ਕਿਸ਼ੋਰ ਤਾਂ ਕਾਂਗਰਸ ਚੱਲਿਆ, ਪ੍ਰਸ਼ਾਂਤ ਕਿਸ਼ੋਰ ਤਾਂ ਕਾਂਗਰਸ ਚੱਲਿਆ, ਹੁਣ ਵੀ ਆਖੀ ਜਾਂਦੇ ਪ੍ਰਸ਼ਾਂਤ ਕਿਸ਼ੋਰ ਤਾਂ ਕਾਂਗਰਸ ਚੱਲਿਆ। ਅਜੇ ਉਹ ਗਿਆ ਤਾਂ ਕਿਤੇ ਨਹੀਂ, ਆਪਾਂ ਉਦੋਂ ਵੀ ਜ਼ਿਕਰ ਕੀਤਾ ਹੈ ਵੀ ਯਾਰ ਜੇ ਮੰਨ ਲਓ ਵੀ ਮੇਰੀ ਦੁਕਾਨ ਚੱਲਦੀ ਹੈ ਵੀਰ ਜੀ, ਤੇ ਦੁਕਾਨ ਤੇ ਗਾਹਕ ਸਾਰਾ ਆਉਂਦਾ, ਤੇ ਮੈਂ ਅਚਾਨਕ ਆਖਾਂ ਵੀ ਮੈਂ ਤਾਂ ਹੁਣ ਸੌਦਾ ਹੀ ਬਾਠ ਨੂੰ ਵੇਚਣਾ, ਹੋਰ ਗਿਆ ਨਾ ਮੈਂ ਕੋਈ ਲੈਣਾ ਦੇਣਾ ਹੈ ਨਹੀਂਗਾ, ਤੇ ਮੈਂ ਤੇ ਬੰਦ ਕਰ ਲੂੰ ਦੁਕਾਨ। ਹੁਣ ਪਤਾ ਨਹੀਂ ਵੀ ਇਹ ਚਰਚਾ ਫਿਰ ਚੱਲ ਪਈ, ਮੈਨੂੰ ਆਸ ਘੱਟ ਲੱਗਦੀ ਵੀ ਬੰਦਾ ਉੱਧਰ ਜਾਊ। ਹਾਂ ਜੇ ਜਾਊ ਤੇ ਇਹ ਹੋ ਸਕਦਾ ਵੀ ਕੋਈ ਵੱਡੀ ਡਿਮਾਂਡ ਹੀ ਰੱਖ ਦੇਵੇ ਵੀ ਵੀਰ ਮੇਰਾ ਜੇ ਮੈਂ ਇੱਧਰ ਜਾਣਾ ਤੇ ਰਜਿਸਟਰੀ ਫਲਾਨੀ ਜ਼ਮੀਨ ਦੀ ਮੇਰੇ ਨਾਂ ਤੇ ਕਰਾਓ। ਦੇਖੋ ਜੇ ਵੱਡਾ ਪ੍ਰਾਹੁਣਾ ਸਿਆਣਾ ਹੋਵੇ ਨਾ, ਉਹਦੀ ਗੱਲ ਮੰਨ ਲੈਣੀ ਚਾਹੀਦੀ ਹੈ। ਜੇ ਉਹਦਾ ਆਪਦਾ ਕੰਮ ਚੱਲਦਾ ਹੋਵੇ, ਉਹਦੇ ਘਰ ਦੇ ਵਿੱਚ ਇਤਫਾਕ ਹੋਵੇ, ਉਹ ਕਦੇ ਕੋਈ ਪੰਗਾ ਨਾ ਪਾਉਂਦਾ ਹੋਵੇ, ਤਾਂ ਉਹਦੀ ਗੱਲ ਮੰਨ ਲੈਣੀ ਚਾਹੀਦੀ ਹੈ। ਤੇ ਜੇ ਨਹੀਂ ਮੰਨਣਗੇ ਤਾਂ ਫਿਰ ਔਖਾ ਹੋਊਗਾ। ਇੱਕ ਵਾਰੀ ਨਾ ਕੋਈ ਬੰਦਾ ਸਕੂਟਰ ਤੇ ਆਵੇ, ਇੱਦਾਂ 4-5 ਜਣੇ ਬੈਠੇ ਆਪਣੇ ਘਰ ਦੇ ਮੂਹਰੇ, ਗਰਮੀਆਂ ਨੂੰ ਪੰਜਾਬ 'ਚ ਹੁੰਦਾ ਹੀ ਆ ਨਾ ਮੰਜਾ ਢਾਹ ਕੇ ਬਹਿ ਜਾਓ, ਸਕੂਟਰ ਤੇ ਆਵੇ ਤੇ ਖੜਕਾ ਹੀ ਸੁਣਿਆ 10 ਸਕਿੰਟਾਂ ਬਾਅਦ, ਸਾਰਿਆਂ ਨੇ ਹਿਸਾਬ ਲਾ ਲਿਆ ਵੀ ਉਹ ਡਿੱਗ ਪਿਆ ਸਕੂਟਰ ਤੋਂ, ਭੱਜੇ ਗਏ, ਉੱਠ ਬਈ ਕੀ ਹੋਇਆ। ਉਹ ਪਹਿਲਾਂ ਉੱਠਿਆ, ਉਹਨੇ ਬੋਤਲ ਕੱਢ ਕੇ ਦੇਖੀ ਵੀ ਨਹੀਂ ਟੁੱਟੀ, ਠੀਕ ਹੈ। ਤੇ ਉਹਨੂੰ ਕਹਿੰਦੇ ਵੀ ਇਦਾਂ ਨਹੀਂ ਵੀ ਤੇਰੀ ਹਾਲਤ ਜ਼ਿਆਦਾ ਖਰਾਬ ਆ, ਵੀ ਤੂੰ ਠੀਕ ਨਹੀਂ ਹੈਗਾ, ਵੀ ਤੈਨੂੰ ਛੱਡੇ ਉਹਨੇ ਆ। ਮੰਨ ਗਿਆ, ਕਹਿੰਦਾ ਚਲੋ ਮੈਨੂੰ ਛੱਡਿਓ। ਛੱਡ ਕੇ ਆਉਣ ਦਾ ਮਤਲਬ ਤਾਂ ਇਹ ਹੁੰਦਾ ਕਿ ਭਾਈ ਉਹਨਾਂ ਦੇ ਵਿੱਚੋਂ ਇੱਕ ਬੰਦਾ ਸਕੂਟਰ ਚਲਾਊਗਾ, ਉਹਨੂੰ ਵਿਚਾਲੇ ਬਿਠਾ ਕੇ ਇੱਕ ਬੰਦਾ ਪਿੱਛੇ ਬਹਿ ਜਾਊਗਾ। ਉਹ ਕਹਿੰਦਾ ਮੈਨੂੰ ਛੱਡਦਾ ਉਹ, ਪਰ ਸਕੂਟਰ ਮੈਂ ਚਲਾਉਣੇ। ਉਹ ਆਂਦੇ ਨੇ ਵੀ ਤੂੰ ਪ੍ਰਾਹੁਣਾ ਤੂੰ ਟਾਈਮ ਨਾਲ ਚਲੇ ਜਾ। ਉਹ ਹੁਣ ਪ੍ਰਸ਼ਾਂਤ ਕਿਸ਼ੋਰ ਹੋਣੀ ਉਹ ਕਹਿੰਦੇ ਆ ਕਿ ਭਾਈ ਮੈਂ ਤਾਂ ਆਉਣਾ ਹੀ ਜੇ ਵਿਚਾਲੇ ਬਹਿਣਾ ਹੀ ਤੁਸੀਂ, ਫਿਰ ਸਕੂਟਰ ਮੈਂ ਚਲਾਉਣਾ ਹੀ। ਨਹੀਂ ਉੱਥੇ ਵੀ ਬੰਦੇ ਬਥੇਰੇ ਪੁਰਾਣੇ, ਉਹ ਕਹਿੰਦਾ ਨਾ ਸਕੂਟਰ ਤਾਂ ਫਿਰ ਹੁਣ ਤੇਰਾ ਵੀਰ ਚਲਾਵੇਗਾ। ਚਲੋ ਜੋ ਵੀ ਆ, ਕਹਿਣ ਤੋਂ ਭਾਵ ਇਹ ਆ ਵੀ ਆਪਾਂ ਤਾਂ ਬੜੀ ਦੇਰ ਤੋਂ ਬੇਨਤੀ ਕਰਦੇ ਹੁੰਦੇ ਵੀ ਪੁਰਾਣੀਆਂ ਪਾਰਟੀਆਂ ਨੇ ਜੇ ਉਹ ਟਿਕੀਆਂ ਰਹਿਣ, ਉਹਨਾਂ ਨੂੰ ਲੱਗੇ ਵੀ ਹਾਂ ਯਾਰ ਇਹਦਾ ਮੁਲਕ ਦਾ ਕੁਝ ਕਰਨਾ, ਫਿਰ ਤਾਂ ਐਗਜ਼ਿਸਟ ਕਰਦਾ ਰਹੂਗਾ। ਜੇ ਨਹੀਂ ਤੇ ਫਿਰ ਠੀਕ ਆ ਭਾਈ ਸਾਹਿਬ, ਤੁਹਾਡਾ ਜਿਵੇਂ ਚੱਲਦੀ ਸਿਆਸਤ ਚਲਾ ਲਓ। ਨਹੀਂ ਇੱਦਾਂ ਹੀ ਆ। ਬਾਕੀ ਸੰਧਾਲੀਆ ਸਾਹਿਬ ਥੋੜ੍ਹੀ ਜਿਹੀ ਜੇ ਆਪਾਂ ਕਿਸਾਨਾਂ ਦੀ ਗੱਲ ਕਰ ਲਈਏ ਨਾ,
ਤਾਂ ਇੱਕ ਤਾਂ ਭਗਵੰਤ ਮਾਨ ਸਾਹਿਬ ਨੇ ਅੱਜ ਕਹਿੰਦੇ 23 ਕਿਸਾਨ ਜਥੇਬੰਦੀਆਂ ਨੂੰ ਸਮਾਂ ਦਿੱਤਾ ਕਿ ਤੁਸੀਂ ਚੰਡੀਗੜ੍ਹ ਆਓ, ਤੁਹਾਡੇ ਨਾਲ ਆ ਕੇ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਕਰੀਏ। ਗੱਲਬਾਤ ਕੀ ਹੁੰਦੀ ਹੈ, ਮੁੱਦੇ ਕੀ ਰਹਿੰਦੇ ਨੇ, ਇੰਤਜ਼ਾਰ ਕਰਨਾ ਪਊਗਾ। ਦੂਸਰਾ, ਰਕੇਸ਼ ਟਕੈਤ ਹੋਰਾਂ ਨੇ ਇੱਕ ਐਲਾਨ ਕਰ ਦਿੱਤਾ। ਉਹ ਕਹਿੰਦੇ ਜੀ ਦੇਖੋ, ਸਾਰੇ ਭਾਰਤ ਦੇ ਕਿਸਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਅੰਦੋਲਨ ਲਈ ਤਿਆਰ ਰਹੋ। ਜੇ ਤੁਸੀਂ ਅੰਦੋਲਨ ਲਈ ਤਿਆਰ ਰਹੋਗੇ ਤਾਂ ਫਿਰ ਆਪਾਂ ਕੁਝ ਖੱਟ ਜਾਾਂਗੇ, ਦੇਸ਼ ਦੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਬਚਾ ਲਾਂਗੇ, ਨਹੀਂ ਤਾਂ ਕੰਮ ਥੋੜ੍ਹਾ ਜਿਹਾ ਔਖਾ ਲੱਗਦਾ। ਤੁਸੀਂ ਹੁਣ ਤਿਆਰੀ ਖਿੱਚ ਕੇ ਰੱਖੋ। ਤੀਸਰਾ, ਚੰਡੀਗੜ੍ਹ ਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਹੀ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਇਆ। ਉਹ ਕਹਿੰਦੇ ਜੀ ਲਖੀਮਪੁਰ ਖੀਰੀ ਵਾਲਾ ਜਿਹੜਾ ਮਸਲਾ 18 ਤਰੀਕ ਨੂੰ ਮਾਣਯੋਗ ਸੁਪਰੀਮ ਕੋਰਟ 'ਚ ਸੁਣਵਾਈ ਹੈ। ਉਹ ਕਹਿੰਦੇ ਜੀ ਦੇਖੋ, ਉਦਣ ਗਵਾਹਾਂ ਨੇ ਉੱਥੇ ਪਹੁੰਚਣਾ ਹੈ, 2 ਗਵਾਹਾਂ ਦੇ ਉੱਤੇ ਹਮਲੇ ਹੋ ਚੁੱਕੇ ਆ, ਉਹਨਾਂ ਨੂੰ ਧਮਕਾਇਆ ਜਾ ਰਿਹਾ ਕਿ ਜੇ ਗਵਾਹੀ ਦਿੱਤੀ ਤਾਂ ਦੇਖਿਓ। ਤੀਸਰਾ, ਉਹ ਕਹਿੰਦੇ ਜੀ ਜਦੋਂ ਗੱਲ ਨਿਬੜੀ ਸੀ ਸਾਡੀ ਸਰਕਾਰ ਨਾਲ ਤੇ ਇਹ ਸੀ ਕਿ ਕਿਸਾਨਾਂ ਦੇ ਉੱਤੇ ਕੋਈ ਪਰਚਾ ਨਹੀਂ ਕੀਤਾ ਜਾਊਗਾ, ਪਰ ਉਹ ਕਹਿੰਦੇ ਜੀ ਲਖੀਮਪੁਰ ਵਾਲੇ ਕਾਂਡ ਦੇ ਵਿੱਚ ਹੀ 4 ਕਿਸਾਨਾਂ ਨੂੰ ਫੜ ਕੇ ਕਤਲ ਦੇ ਮੁਕੱਦਮੇ ਦਰਜ ਕਰਕੇ ਜੇਲ੍ਹ 'ਚ ਪਾਇਆ ਗਿਆ ਤੇ ਜ਼ਮਾਨਤ ਦੀਆਂ ਸੁਣਵਾਈਆਂ ਹੀ 3-3 ਮਹੀਨੇ ਨਹੀਂ। ਤਾਂ ਜਦੋਂ ਕਹਿੰਦੇ ਮੰਤਰੀ ਸਾਹਿਬ ਦੇ ਮੁੰਡੇ ਛਡਾਉਣਾ ਸੀ, ਹਫ਼ਤੇ ਬਾਅਦ ਤਰੀਕ ਪੈ ਜਾਂਦੀ ਸੀ। ਉਹ ਕਹਿੰਦੇ ਅਸੀਂ ਤਾਂ ਦੇਸ਼ ਦੀ ਮਾਣਯੋਗ ਸੁਪਰੀਮ ਕੋਰਟ ਨੂੰ ਇਹੀ ਬੇਨਤੀ ਕਰਨੀ ਹੈ ਕਿ ਤੁਹਾਡੇ ਕੋਲ ਯੂਪੀ ਸਰਕਾਰ ਨੇ ਝੂਠ ਬੋਲਿਆ ਕਿ ਅਸੀਂ ਗਵਾਹਾਂ ਨੂੰ ਅਦਾਲਤ ਦੇ ਹੁਕਮ ਦੇ ਮੁਤਾਬਕ ਸਿਕਿਉਰਿਟੀ ਦਿੱਤੀ। ਕਹਿੰਦੇ ਕਿਸੇ ਨੂੰ ਕੋਈ ਸਿਕਿਉਰਿਟੀ ਨਹੀਂ ਦਿੱਤੀ, ਅਦਾਲਤ ਦੀ ਤੋਹੀਨ ਕੀਤੀ ਹੈ। ਦੂਸਰਾ, ਉਹ ਕਹਿੰਦੇ ਜੀ ਆਸ਼ੀਸ਼ ਮਿਸ਼ਰਾ ਜਿਹੜਾ ਮੰਤਰੀ ਦਾ ਬੇਟਾ ਹੈ, ਉਹ ਜਦੋਂ ਦਾ ਜ਼ਮਾਨਤ ਦੇ ਉੱਤੇ ਬਾਹਰ ਆਇਆ, ਲਗਾਤਾਰ ਗਵਾਹ ਤੇ ਹਮਲੇ ਹੋ ਰਿਹਾ, ਧਮਕਾ ਰਿਹਾ, ਇਸ ਕਰਕੇ ਉਹਦੀ ਜ਼ਮਾਨਤ ਅਰਜ਼ੀ ਖਾਰਜ ਕੀਤੀ ਜਾਵੇ ਕਿ ਭਾਈ ਇਹਦੀ ਜ਼ਮਾਨਤ ਰੱਦ ਤੇ ਇਹਨੂੰ ਫੜ ਕੇ ਅੰਦਰ ਜੇਲ੍ਹ 'ਚ ਦਿਓ। ਨਾਲ ਹੀ ਉਹ ਕਹਿੰਦੇ ਜੀ ਮੰਤਰੀ ਸਾਹਿਬ ਨੂੰ ਅਜੇ ਤੱਕ ਮੰਤਰੀ ਮੰਡਲ ਦੇ ਵਿੱਚੋਂ ਨਹੀਂ ਕੱਢਿਆ। ਹੁਣ ਜਿਸ ਤਰੀਕੇ ਦੇ ਨਾਲ ਉਹ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਕਿਹਾ ਕਿ ਅਸੀਂ ਬੜੀ ਜਲਦੀ ਉਹਨਾਂ 4 ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਜਾ ਰਹੇ ਹਾਂ ਜਿਹੜੇ ਚੱਕ ਕੇ ਅੰਦਰ ਦਿੱਤੇ ਆ, ਉਹਨੂੰ ਦੇਖਦਿਆਂ ਲੱਗਦਾ ਸੰਧਾਲੀਆ ਸਾਹਿਬ ਕੋਈ ਮਸਲਾ ਭਖੂਗਾ। ਨਹੀਂ, ਮਸਲਾ ਤਾਂ ਭਖਣਾ ਹੀ ਹੈ, ਕਿਉਂਕਿ ਇੰਨੀ ਦੇਰ ਤੋਂ ਕੰਮ ਉਸੇ ਤਰ੍ਹਾਂ ਅਟਕਿਆ। ਦੂਜੇ ਪਾਸੇ MSP ਵਾਲੀਆਂ ਉਹ ਕਿੱਥੇ ਜਨਵਰੀ ਦੀਆਂ ਗੱਲਾਂ ਬਾਤਾਂ ਸੀਗੀਆਂ ਵੀ ਅੱਜ ਹੁੰਦਾ, ਅੱਜ ਹੁੰਦਾ, ਅੱਜ ਹੁੰਦਾ। ਹੁਣ ਅੱਧਾ ਸਾਲ ਲਗਭਗ ਲੰਘ ਚੱਲਿਆ, ਅਜੇ ਤੱਕ ਉਹ ਕਮੇਟੀ ਨਹੀਂ ਬਣੀ। ਉਹ ਆਖੀਆਂ ਦੇ ਤੁਸੀਂ ਨਾਂ ਨਹੀਂ ਦਿੰਦੇ। ਉਹ ਕਹਿੰਦੇ ਪਹਿਲਾਂ ਸਾਨੂੰ ਦੱਸੋ ਤਾਂ ਸਹੀ ਵੀ ਕਮੇਟੀ 'ਚ ਕਰਨਾ ਕੀ ਹੈ। ਸੋ ਰੇੜਕਾ ਜਿੰਨਾ ਚਿਰ ਲੰਮਾ ਚੱਲੂਗਾ ਉਨੀ ਦੇਰ ਤੱਕ ਬਹੁਤੀ ਛੇਤੀ ਇਹਦੀ ਹੱਲ ਹੋਣ ਦੇ ਅਸਾਰ ਤਾਂ ਘੱਟ ਜਾਪਦੇ ਆ। ਬਾਕੀ ਜਾਂਦੇ ਜਾਂਦੇ ਮੈਨੂੰ ਲੱਗਦਾ ਵੀ ਹਰਜਿੰਦਰ ਸਿੰਘ ਧਾਮੀ ਸਾਹਿਬ SGPC ਪ੍ਰਧਾਨ ਨੇ, ਉਹਨਾਂ ਦੀ ਗੱਲ ਕਰ ਲਈ। ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਕਿਹਾ, ਉਹ ਕਹਿੰਦੇ ਵੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਲੱਖਾਂ ਸੰਗਤਾਂ ਆਉਂਦੀਆਂ ਨੇ, ਪਰ ਜਿਹੜਾ ਉਹ ਰਸਤਾ ਆਉਂਦਾ ਜੀ ਉਹਦੇ 'ਚ ਬਹੁਤ ਸਾਰੀਆਂ ਮੁਸ਼ਕਲਾਂ ਨੇ, ਉਹਨਾਂ ਵੱਲ ਧਿਆਨ ਦਿਓ, ਕਿਉਂਕਿ ਉਹ ਤਾਂ ਸਾਰਾ ਕੁਝ ਸਰਕਾਰ ਦੇ ਅੰਡਰ ਹੀ ਹੈ ਨਾ। ਤੁਸੀਂ ਉਹ ਤਾਂ ਚਾਹੁੰਦੇ ਹੋ ਵੀ ਦਰਬਾਰ ਸਾਹਿਬ ਦੇ ਅੰਦਰੋਂ ਅਸੀਂ ਲਾਈਵ ਕਰ ਦਿਆਂਗੇ ਜੀ, ਅਸੀਂ ਆਹ ਕਰ ਦਿਆਂਗੇ, ਉਹ ਤਾਂ ਅਸੀਂ ਕਰੀ ਜਾਂਦੇ ਹਾਂ। ਜੋ ਬਾਹਰ ਕੰਮ ਕਰਨ ਵਾਲਾ ਜੀ, ਉਹ ਤੁਸੀਂ ਆਪਣਾ ਨਿਭਾਓ। ਦੇਖੋ, ਵਧੀਆ ਕੀਤਾ SGPC ਦੇ ਪ੍ਰਧਾਨ ਨੇ ਧਾਮੀ ਸਾਹਿਬ ਕਿ ਉਹਨਾਂ ਨੇ ਬਾਰ-ਬਾਰ ਚੇਤਾ ਕਰਾਇਆ। ਜੇ ਲਿਖਤੀ ਵੀ ਭੇਜਿਆ ਹੋਇਆ ਤਾਂ ਉਹਦੇ ਤੋਂ ਵੀ ਵਧੀਆ। ਤੇ ਅਸੀਂ ਇਹ ਵੀ ਉਮੀਦ ਕਰਦੇ ਹਾਂ, ਕਿਉਂਕਿ ਸਾਰੀਆਂ ਪਾਰਟੀਆਂ ਦੇ ਲੀਡਰ ਉੱਥੇ ਜਾਂਦੇ ਆ, ਸਥਾਨਕ ਖਾਸ ਤੌਰ ਦੇ ਉੱਤੇ ਜਿਹੜੇ MLA ਨੇ, ਮੰਤਰੀ ਵੀ ਨੇ, ਹੁਣ ਤਾਂ ਸੁਖਨਾ ਮਾਝੇ ਦੇ ਵਿੱਚੋਂ ਬਥੇਰੇ, ਉਹ ਜ਼ਰੂਰ ਹੁਣ ਆਪਣੇ ਪੱਧਰ ਦੇ ਉੱਤੇ ਧਾਮੀ ਸਾਹਿਬ ਦੇ ਬਿਆਨ ਦਾ ਨੋਟਿਸ ਲੈ ਕੇ ਸਰਕਾਰ ਤੱਕ ਗੱਲ ਪਹੁੰਚਾਉਣ, ਜਿਹੜਾ ਵੀ ਕੰਮ ਉੱਥੇ ਕੋਈ ਕਰਨ ਵਾਲਾ ਹੈ। ਕਿਉਂਕਿ ਉਹ SGPC ਦਾ ਕੰਮ ਤਾਂ ਹੈ ਨਹੀਂ, ਸਰਕਾਰ ਦਾ ਹੈ। ਤੇ ਸਰਕਾਰ ਬਣੀ ਨੂੰ ਹੁਣ ਸੁਖਨਾ ਮਹੀਨਾ ਹੋ ਗਿਆ। ਇਹ ਕੰਮ ਤਾਂ ਪਹਿਲ ਦੇ ਆਧਾਰ ਦੇ ਉੱਤੇ ਕਰ ਹੀ ਦੇਣਾ ਚਾਹੀਦਾ, ਜਿਹਦੇ ਨਾਲ ਕਿ ਕੱਲ੍ਹ ਨੂੰ ਕਿਸੇ ਨਾਲ ਕੋਈ ਗੱਲ ਕਰਨ ਦਾ ਮੌਕਾ ਮਿਲੇ ਹੀ ਨਾ। ਹਾਂ, ਨਹੀਂ ਚਲੋ ਆਸ ਕਰਦੇ ਵੀ ਕੰਮ ਹੋਊਗਾ, ਨਹੀਂ ਤੇ ਗਾਹ ਨੂੰ ਹੋਣਾ ਗਰਮੀਆਂ ਆ ਜਾਣੀਆਂ। ਉਹ ਇੱਕੋ ਪਾਰਕਿੰਗ ਆ, ਪਾਰਕਿੰਗ ਵੀ ਭਰੀ ਹੁੰਦੀ, ਪਾਰਕਿੰਗ ਦਾ ਰਾਹ ਵੀ ਭਰਿਆ ਹੁੰਦਾ ਐਂਡ ਤੱਕ, ਕਿੱਥੋਂ ਤੋਂ ਕਿੱਥੋਂ ਤੱਕ ਕਾਰਾਂ ਪਾਰਕ ਹੋਈਆਂ ਹੁੰਦੀਆਂ। ਉਸ ਤੋਂ ਬਾਅਦ ਅੱਗੇ ਜਾਣ ਵਾਲਾ ਔਖਾ ਹੋ ਜਾਂਦਾ ਕੰਮ। ਪਰ ਚਲੋ ਜੇ ਸਾਰਾ ਕੁਝ ਹੁੰਦਾ ਤਾਂ ਵਧੀਆ ਗੱਲ ਹੈ, ਕਿਉਂਕਿ ਦੁਨੀਆ ਭਰ ਤੋਂ ਲੋਕ ਦੇਖਣ ਆਉਂਦੇ ਆ, ਦਰਸ਼ਨ ਕਰਨ ਆਉਂਦੇ ਆ। ਆਪਣੇ ਹੁਣ ਜਾਣ ਦਾ ਵੇਲਾ ਹੋ ਗਿਆ ਸਾਰਾ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।